ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਦੋਹਰਾ ਸ੍ਰੀ ਗੁਰ ਪਦ ਅਰਬਿੰਦ ਕੋ, ਧਿਆਨ ਚੜਾਵੋ ਭੰਗ। ਤਜਹੋਂ ਸਿਆਣਪ ਸਰਬ ਕੋ, ਰਪਹੁ ਏਕ ਪ੍ਰਭ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਗੁਰ ਪਦ ਅਰਬਿੰਦ ਕੋ, ਧਿਆਨ ਚੜਾਵੋ ਭੰਗ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ 42ਵਾਂ ਅਧਿਆਏ ਚੈਪਟਰ 42। ਕਵੀ ਸੰਤੋਖ ਸਿੰਘ ਜੀ ਇਸ ਜੋ ਅਧਿਆਏ ਦੇ ਪ੍ਰਾਰੰਭ ਦੇ ਵਿੱਚ, ਕਿਉਂਕਿ ਇਹ ਅਧਿਆਏ ਜੋ ਹੈ ਇੱਥੇ ਸਿੱਖਾਂ ਦੇ ਪ੍ਰਸੰਗ ਸ਼ੁਰੂ ਹੋਏ ਹਨ। ਜੋ ਸਿੱਖ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਮਿਲਦੇ ਸਨ ਕਰਤਾਰਪੁਰ ਦੇ ਵਿੱਚ, ਜਿਹੜੇ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਤੋਂ ਗੁਰਸਿੱਖੀ ਦੀ ਜਾਚਨਾ ਕੀਤੀ ਅਤੇ ਗੁਰੂ ਦਾ ਉਪਦੇਸ਼ ਸਤਿਗੁਰਾਂ ਤੋਂ ਜਿਹੜਾ ਹੈ ਮੰਗਣਾ ਕੀਤਾ, ਬੇਨਤੀ ਕਰਕੇ ਉਹਨਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਦਿੱਤਾ, ਜਿਸ ਤਰ੍ਹਾਂ ਗੁਰਸਿੱਖੀ ਦੀ ਗਾਡੀ ਰਾਹ ਜਿਹੜਾ ਹੈ ਸਤਿਗੁਰਾਂ ਨੇ ਪਰਪੱਕ ਕੀਤਾ। ਸਿੱਖੀ ਦੇ ਅਸੂਲ ਮੁੱਢਲੇ ਜਿਹੜੇ ਹਨ, ਸਿੱਖੀ ਦੀ ਜਿਹੜੀ ਸੋਚਣੀ ਹੈ, ਸਿੱਖੀ ਦੀ ਜਿਹੜੀ ਕਿ ਜੀਵਨ ਹੈ, ਉਹ ਸਾਰਾ ਸਤਿਗੁਰਾਂ ਨੇ ਇਸ ਸਿੱਖਾਂ ਰਾਹੀਂ ਆਪਾਂ ਨੂੰ ਸਮਝਾਇਆ ਹੈ। ਇਹੀ ਜਿਹੜੇ ਸਾਰੇ ਹੀ ਸਿੱਖਾਂ ਦੇ ਪ੍ਰਸੰਗ ਹਨ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ 11ਵੀਂ ਵਾਰ ਦੇ ਵਿੱਚ ਸਾਰੇ ਹੀ ਜਿਹੜੇ ਹਨ ਇਹ ਗੁਰਸਿੱਖਾਂ ਦੇ ਨਾਮ ਦੱਸ ਕੇ ਨਾਲ ਉਹ ਜਿਹੜਾ ਹੈ ਉਪਦੇਸ਼ ਵੀ ਦੱਸਿਆ ਹੈ, ਅਤੇ ਉਹਨਾਂ ਦੇ ਅਰਥ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਵੀ ਕੀਤੇ ਹਨ, ਜਿਹੜੇ ਕਿ ਉਹਨਾਂ ਦਾ ਇੱਕ ਗ੍ਰੰਥ ਹੈ ਸਿੱਖਾਂ ਦੀ ਭਗਤਮਾਲ ਦੇ ਵਿੱਚ ਉਹਨਾਂ ਨੇ ਇਹ ਸਾਰਾ ਵਿਸਥਾਰ ਨਾਲ ਇਹ ਸਾਰੀਆਂ ਸਾਖੀਆਂ ਦੱਸੀਆਂ ਹਨ। ਸੋ ਆਪ ਕਵੀ ਸੰਤੋਖ ਸਿੰਘ ਜੀ ਵੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹੀ ਸਾਖੀਆਂ ਜਿਹੜੀਆਂ ਹਨ ਉਹ ਗੁਰਸਿੱਖਾਂ ਦੀਆਂ ਆਪਾਂ ਨੂੰ ਦੱਸਦੇ ਹਨ। ਸੋ ਇਸ ਦੇ ਵਿੱਚ ਗੁਰੂ ਮਹਾਰਾਜ ਦਾ ਜੋ ਪਿਆਰ ਹੈ, ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਉਪਦੇਸ਼ ਦਿੱਤਾ, ਉਹ ਉਪਦੇਸ਼ ਆਪਾਂ ਨੂੰ ਸਮਝਣ ਦੀ ਲੋੜ ਹੈ। ਕਵੀ ਸੰਤੋਖ ਸਿੰਘ ਜੀ ਇਸ ਅਧਿਆਏ ਨੂੰ ਸ਼ੁਰੂ ਕਰਨ ਸਮੇਂ ਜਾਂ ਆਰੰਭ ਸਮੇਂ ਮੰਗਲ ਕਰਦੇ ਹਨ। ਸ੍ਰੀ ਗੁਰ ਪਦ ਅਰਬਿੰਦ ਕੋ, ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜੋ ਚਰਨ ਹਨ ਕਵਲ ਵਰਗੇ, ਜੋ ਸੁਖਦਾਈ ਮੁਕਤੀ ਦੇਣ ਵਾਲੇ ਹਨ। ਧਿਆਨ ਚੜਾਵੋ ਭੰਗ, ਕਹਿਣਗੇ ਉਹਨਾਂ ਦਾ ਧਿਆਨ ਰੂਪੀ ਭੰਗ ਨੂੰ ਚੜਾਉਣਾ ਕਰ। ਜਿਵੇਂ ਭੰਗ ਜਾਂ ਡਰੱਗਸ ਜਿਹੜੇ ਹੁੰਦੇ ਹਨ, ਕੋਈ ਜਿਹੜਾ ਹੈ ਪੀ ਕਰਕੇ ਉਹਨੂੰ ਚੜ੍ਹਦੀ ਹੈ ਅਤੇ ਉਹ ਮਸਤੀ ਵਿੱਚ ਚਲਿਆ ਜਾਂਦਾ ਹੈ, ਆਪਾ ਭੁੱਲ ਜਾਂਦਾ ਹੈ ਉਸਨੂੰ ਆਪਣੇ ਸਰੀਰ ਦਾ। ਇਸੇ ਪ੍ਰਕਾਰ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਹੀ ਇੱਕ ਭੰਗ ਹੈ, ਜਿਹਦੇ ਕਰਕੇ ਸਾਰੇ ਜੀਵਨ ਦੇ ਜਿਹੜੇ ਦੁੱਖ ਹਨ ਉਹ ਭੁੱਲ ਜਾਂਦੇ ਹਨ। ਉਹ ਦੁੱਖ ਭੁੱਲਣ ਕਰਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਐਸਾ ਰੰਗ ਚੜ੍ਹਦਾ ਹੈ, ਭੰਗ ਦਾ ਨਸ਼ਾ ਤਾਂ ਭਾਵੇਂ ਉਤਰ ਜਾਂਦਾ ਹੈ ਥੋੜ੍ਹੇ ਸਮੇਂ ਬਾਅਦ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਜਿਹੜਾ ਧਿਆਨ ਹੈ, ਇਹ ਜਿਹੜਾ ਭੰਗ ਹੈ, ਇਹ ਜਿਹੜਾ ਹੈ ਮਸਤੀ, ਇਹ ਕਦੇ ਵੀ ਨਹੀਂ ਉਤਰਦੀ। ਇਹ ਜਿਹੜੀ ਹੈ ਹਮੇਸ਼ਾ ਹੀ ਆਨੰਦਮਈ ਰਹਿੰਦੀ ਹੈ। ਤਜਹੋ ਸਿਆਣਪ ਸਰਬ ਕੋ, ਇਸ ਕਰਕੇ ਸਾਰੇ ਹੀ ਮਨ ਦੀਆਂ ਸਿਆਣਪਾਂ ਜਿਹੜੀਆਂ ਹਨ, ਇੰਟੈਲੀਜੈਂਸ ਜਿਹੜੀਆਂ ਮਨ ਦੀਆਂ ਹਨ, ਇਹ ਤੈਨੂੰ ਤਿਆਗ ਦੇ, ਇਹਨਾਂ ਨੂੰ ਛੱਡ ਦੇ, ਕਿਉਂਕਿ ਇਹਨਾਂ ਵਿੱਚ ਕੋਈ ਫਾਇਦਾ ਨਹੀਂ। ਇਹ ਮਨ ਦੀਆਂ ਸਿਆਣਪਾਂ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਤੂੰ ਧਾਰਨ ਕਰ। ਰਪਹੁ ਏਕ ਪ੍ਰਭ ਰੰਗ, ਰਪਹੁ ਕਹਿੰਦੇ ਉਹੀ ਇੱਕ ਪਰਮਾਤਮਾ ਦੇ ਰੰਗ ਵਿੱਚ ਤੂੰ ਰੰਗਿਆ ਜਾ, ਉਹੀ ਪਰਮਾਤਮਾ ਦੇ ਪਿਆਰ ਦੇ ਵਿੱਚ ਤੂੰ ਆਪਣਾ ਜੀਵਨ ਬਤੀਤ ਕਰ। ਇਹੀ ਜਿਹੜਾ ਹੈ ਪਿਆਰ ਜੋ ਪਰਮੇਸ਼ਰ ਦਾ ਹੈ, ਉਸ ਨੂੰ ਹਮੇਸ਼ਾ ਹੀ ਪਿਆਰ ਕਰਕੇ ਦੇਖ, ਕਿਤੇ ਵੀ ਆਪਣੇ ਦੁੱਖ ਸੁੱਖ ਕਰਕੇ ਉਸ ਦੇ ਵਿੱਚ ਫਰਕ ਨਾ ਪਾਉਣਾ ਕਰ। ਪਰਮਾਤਮਾ ਦਾ ਪਿਆਰ ਪਿਆਰ ਹੀ ਹੈ, ਉਸ ਦਾ ਭਾਣਾ ਮਿੱਠਾ ਕਰਕੇ ਮੰਨਣਾ, ਉਸ ਦੇ ਪਿਆਰ ਦੀ ਨਿਸ਼ਾਨੀ ਨੂੰ ਜਾਣਨਾ ਕਰ। ਇਹ ਦੁੱਖ ਸੁੱਖ ਜਿਹੜੇ ਹਨ, ਇਹ ਤਾਂ ਜਿਹੜੇ ਹਨ ਸਦੀਵੀ ਕਾਲ ਵਾਸਤੇ ਨਹੀਂ ਹਨ, ਥੋੜ੍ਹੇ ਸਮੇਂ ਵਾਸਤੇ ਹੁੰਦੇ ਨੇ, ਪਰ ਗੁਰੂ ਦਾ ਪਿਆਰ, ਪਰਮੇਸ਼ਰ ਦਾ ਪਿਆਰ ਜਿਹੜਾ ਉਹ ਤਾਂ ਹਮੇਸ਼ਾ ਹੀ ਹੈ। ਇਸ ਕਰਕੇ ਤੂੰ ਉਹ ਰੰਗ ਦੇ ਵਿੱਚ ਰੰਗਿਆ ਜਾ, ਅਤੇ ਇਹ ਛੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਹਨ ਜੀਵਨ ਦੀਆਂ, ਇਹਨਾਂ ਦੀ ਵਿਚਾਰ ਤੂੰ ਨਾ ਹੀ ਕਰ। ਤੂੰ ਉਸਦੇ ਰੰਗ ਦੇ ਵਿੱਚ ਰੰਗਿਆ ਜਾ, ਜਾਂ ਤਾਂ ਕਰਕੇ ਤੇਰੇ ਸਾਰੇ ਹੀ ਦੁੱਖ ਇੰਨੇ ਛੋਟੇ ਹੋ ਜਾਣ ਕਿ ਤੈਨੂੰ ਕਿਤੇ ਉਹ ਫੀਲ ਵੀ ਨਾ ਹੋਣ। ਸ੍ਰੀ ਬਾਲਾ ਸੁੰਦਰਵਾਚ ਚੌਪਈ, ਸ੍ਰੀ ਅੰਗਦ ਜੀ ਸੁਨਹੁ ਕਹਾਣੀ। ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਜੀ ਅੱਗੇ ਇੱਕ ਕਹਾਣੀ
ਇਹ ਕਥਾ ਆਪ ਜੀ ਸਰਵਨ ਕਰੋ। ਰਹੇ ਗ੍ਰਾਮ ਨਿਜ ਸ੍ਰੀ ਗੁਣ ਖਾਨੀ। ਸਤਿਗੁਰੂ ਜੀ ਆਪਣੇ ਗ੍ਰਾਮ ਸ੍ਰੀ ਕਰਤਾਰਪੁਰ ਵਿੱਚ ਉਹ ਗੁਣਾ ਦੀ ਖਾਨ, ਗੁਣਾ ਦੇ ਟ੍ਰੈਸ਼ਰ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਹਨ। ਬੀਤਤ ਭਇਓ ਕਿਤਕ ਤਹਿ ਕਾਲਾ। ਕੁਝ ਕੁ ਸਮਾਂ ਜਦੋਂ ਬਤੀਤ ਹੋ ਗਿਆ ਸਤਿਗੁਰਾਂ ਨੂੰ ਕਰਤਾਰਪੁਰ ਵਿੱਚ ਰਹਿੰਦਿਆਂ ਹੋਇਆਂ, ਮਹਿਮਾ ਜਹ ਤਹਿ ਬੜੀ ਵਿਸਾਲਾ। ਮਹਾਰਾਜ ਦੀ ਜੋ ਮਹਿਮਾ ਪ੍ਰੇਸ ਹੈ ਉਹ ਵੱਡੀ ਬਹੁਤ ਜ਼ਿਆਦਾ ਜਿਹੜੀ ਹੈ ਨਾ ਸਾਰੇ ਕਿਤੇ ਫੈਲੀ ਹੋਈ ਹੈ। ਵਿਸਾਲ ਸਾਰੇ ਪਾਸੇ ਹੀ ਲੋਕਾਂ ਨੂੰ ਜਿਹੜਾ ਹੈ ਗੁਰੂ ਨਾਨਕ ਦੀ ਵਡਿਆਈ ਦਾ ਗਿਆਨ ਹੈ। ਦਰਸ਼ਨ ਕਰਨ ਹੇਤ ਨਰ ਆਵਹਿ। ਇਸ ਕਰਕੇ ਨਰ ਜਿਹੜੇ ਹਨ, ਨਰ ਤੇ ਨਾਰੀਆਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ ਹਨ ਕਰਤਾਰਪੁਰ ਵਿਖੇ। ਧਰੈ ਕਾਮਨਾ ਫਲ ਕੋ ਪਾਵਹਿ। ਘਰੇ ਕਾਮਨਾ, ਜੋ ਘਰ ਤੋਂ ਤੁਰਨ ਵੇਲੇ ਉਹਨਾਂ ਦੇ ਮਨ ਵਿੱਚ ਜਿਹੜੀ ਵੀ ਕਾਮਨਾ ਹੋਇਆ ਕਰਦੀ ਸੀ, ਸਤਿਗੁਰਾਂ ਦੇ ਦਰਸ਼ਨ ਕਰਕੇ ਉਸੇ ਦਾ ਹੀ ਪ੍ਰਾਪਤੀ ਰੂਪ ਫਲ ਨੂੰ ਪ੍ਰਾਪਤ ਕਰਦੇ ਸਨ। ਮਨੋ ਪ੍ਰਕਾਸ਼ੀ ਕੀਰਤ ਜੋਨਾ। ਮਨੋ ਪ੍ਰਕਾਸ਼ੀ ਕਹਿਣਗੇ ਐਸਾ ਗੁਰੂ ਮਹਾਰਾਜ ਦਾ ਜਿਹੜਾ ਹੈ ਜਸ ਇੱਕ ਚਾਂਦਨੀ ਹੈ। ਜਿਵੇਂ ਚੰਦ ਰਾਤ ਵੇਲੇ ਜਿਹੜਾ ਪ੍ਰਕਾਸ਼ ਕਰਦਾ ਹੈ, ਉਹਦੀ ਜਿਹੜੀ ਰੇਸ ਹਨ ਚਾਂਦਨੀ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਉਹ ਚਾਂਦਨੀ ਰੂਪ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਚੰਦਰਮਾ ਰੂਪ ਹਨ। ਉਹਨਾਂ ਦਾ ਜਿਹੜੇ ਹੈ ਚਾਂਦਨੀ, ਜਿਹੜੇ ਰੇਸ ਹਨ ਉਹ ਜਿਹੜੇ ਹਨ ਹਰ ਇੱਕ ਤੱਕ ਪਹੁੰਚਦੇ ਹਨ। ਬਸਰੀ ਭਲੀ 14 ਭਵਨਾ। ਉਹ 14 ਹੀ ਭਵਨਾਂ ਦੇ ਵਿੱਚ ਜੋ ਸੱਤ ਪਤਾਲ, ਸੱਤ ਆਕਾਸ਼ ਹਨ, ਉਹ ਸਾਰੇ ਹੀ 14 ਭਵਨਾਂ ਦੇ ਵਿੱਚ ਸਤਿਗੁਰਾਂ ਦਾ ਜੋ ਇਹ ਚਾਂਦਨੀ ਹੈ, ਜਸ ਰੂਪੀ ਚਾਂਦਨੀ ਪਹੁੰਚਦੀ ਹੈ ਹਰ ਇੱਕ ਦੇ ਜਿਹੜੇ ਹਨ। ਸਿਰਫ ਇਹੀ ਦੁਨੀਆ ਨਹੀਂ, ਹੋਰ ਕਈ ਦੁਨੀਆ ਦੇ ਵਿੱਚ ਸਤਿਗੁਰੂ ਦੀ ਜਿਹੜੀ ਹੈ ਜਿਹੜਾ ਜਸ ਹੈ ਉਹ ਪਸਰਿਆ ਹੋਇਆ ਹੈ। ਸੰਤ ਚਕੋਰ ਹਿਰਦੇ ਹਰ ਖਾਏ। ਜਿਹੜੇ ਸੰਤ ਚਕੋਰ ਹਨ, ਉਹ ਜਿਹੜੇ ਚਕੋਰ ਹਨ ਕਹਿੰਦੇ ਉਹ ਤਾਂ ਜਿਹੜੀਆਂ ਪੰਖੀ ਹੁੰਦੇ ਨੇ ਜੋ ਚੰਦਰਮਾ ਨਾਲ ਪ੍ਰੇਮ ਕਰਦੇ ਨੇ, ਕਹਿੰਦੇ ਸੰਤ ਚਕੋਰ ਬਣ ਕੇ ਬਸ ਉਹ ਚਾਂਦਨੀ ਵਾਲੇ ਹੀ ਆਪਣਾ ਧਿਆਨ ਜੋੜਦੇ ਹਨ। ਮਤਲਬ ਕਿ ਉਹ ਸੰਤ ਜਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਆਪਣਾ ਧਿਆਨ ਜੋੜ ਕੇ ਰੱਖਦੇ ਹਨ ਦਿਨ ਰਾਤ। ਦੰਭ ਦੁਹਾਗਨ ਕੋ ਦੁਖਦਾਏ। ਜਿਹੜੇ ਦੰਭ, ਜਿਹੜੇ ਪਖੰਡੀ ਹਨ, ਹਿਪੋਕ੍ਰਿਟਸ ਹਨ, ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ। ਹੁਣ ਹਿਪੋਕ੍ਰਿਟਸ ਦੇ ਪਾਜ ਵੀ ਸਤਿਗੁਰਾਂ ਨੇ ਖੋਲ ਦਿੱਤੇ ਤੇ ਇਹ ਜਿਹੜੇ ਦੰਭ ਪਖੰਡ ਕਰਕੇ ਲੋਕਾਂ ਨਾਲ ਧੋਖਾ ਕਰਦੇ ਸਨ, ਲੋਕਾਂ ਨਾਲ ਠੱਗਦੇ ਸਨ ਸੰਤ ਬਣ ਕੇ, ਆਪਣੇ ਆਪ ਨੂੰ ਸਾਧੂ ਅਖਵਾ ਕੇ, ਤੇ ਉਹ ਜਿਹੜੇ ਦੁਖਦਾਈ ਹਨ ਕਹਿਣਗੇ ਉਹ ਦੁੱਖਾਂ ਵਿੱਚ ਪੈ ਗਏ। ਜਿਵੇਂ ਦੁਹਾਗਣ ਹੁੰਦੀ ਹੈ, ਜਿਵੇਂ ਕਿ ਜਿਹੜੀ ਹਨ ਭੈੜੀ ਇਸਤਰੀ ਹੁੰਦੀ ਹੈ, ਅਖੀਰ ਕਰ ਉਹਨੂੰ ਰੋਣਾ ਹੀ ਪੈਂਦਾ ਹੈ ਕਿਉਂਕਿ ਉਹਦਾ ਇੱਕ ਪਤੀ ਨਹੀਂ ਹੁੰਦਾ ਤੇ ਬਹੁਤੇ ਪਤੀ ਬਣਾਉਣ ਦੇ ਨਾਲ ਅਖੀਰ ਕਰ ਉਹਦਾ ਇੱਕ ਵੀ ਨਹੀਂ ਰਹਿੰਦਾ। ਫਿਰ ਨਿੰਦਕ ਚੱਕਵੇ ਪੀਰਾ ਪਾਈ। ਦੇਖੋ ਜਿਹੜੇ ਚੱਕਵੇ ਹਨ, ਜਿਹੜੇ ਉਹ ਹਨ ਚੱਕਵੇ ਜਿਹੜੇ ਕਿ ਨਿੰਦਕ ਲੋਕ ਹਨ, ਜਿਹੜੇ ਨਿੰਦਿਆ ਕਰਨ ਵਾਲੇ ਹਨ, ਜਿਨ੍ਹਾਂ ਨੂੰ ਚੰਦਰਮਾ ਚੰਗਾ ਨਹੀਂ ਲੱਗਦਾ, ਉਹਨਾਂ ਨੂੰ ਚੰਦਰਮਾ ਦੀ ਚਾਂਦਨੀ ਵੀ ਚੰਗੀ ਨਹੀਂ ਲੱਗਦੀ। ਉਹ ਜਿਹੜੇ ਨਿੰਦਕ ਲੋਕ ਨੇ ਉਹ ਵੀ ਬੜੇ ਦੁਖੀ ਹਨ, ਉਹਨਾਂ ਨੂੰ ਬੜੀਆਂ ਪੀੜਾਂ ਪੈਂਦੀਆਂ ਹਨ ਵੀ ਸੱਚ ਦਾ ਚੰਦਰਮਾ ਕਿਉਂ ਚੜ੍ਹ ਗਿਆ, ਕਿਉਂ ਇਹ ਗੁਰੂ ਨਾਨਕ ਸੱਚ ਬੋਲ ਰਿਹਾ ਹੈ, ਅਸੀਂ ਤਾਂ ਲੋਕਾਂ ਨੂੰ ਠੱਗ ਰਹੇ ਸਾਂ। ਉਡਗਨ ਸਿੱਖਨ ਸਹਿਤ ਸੁਹਾਈ। ਤੇ ਮਹਾਰਾਜ ਜੋ ਚੰਦਰਮਾ ਰੂਪ ਆਕਾਸ਼ ਦੇ ਵਿੱਚ ਸਤਿਗੁਰੂ ਜੀ ਸੋਭਦੇ ਹਨ, ਕਿਉਂਕਿ ਆਲੇ ਦੁਆਲੇ ਉਹਨਾਂ ਦੇ ਜਿਵੇਂ ਤਾਰੇ ਹੁੰਦੇ ਹਨ, ਸਤਾਸ ਹੁੰਦੇ ਹਨ, ਇਸੇ ਤਰ੍ਹਾਂ ਹੀ ਗੁਰਸਿੱਖ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਉਹ ਸਿਤਾਰਿਆਂ ਵਰਗੇ ਹਨ। ਹਿੰਦੂ ਤੁਰਕ ਅਧਿਕ ਚਲ ਆਵ ਹੈ। ਹਿੰਦੂ ਚਾਹੇ ਹੋਵੇ, ਚਾਹੇ ਕੋਈ ਮੁਸਲਮਾਨ, ਕੋਈ ਤੁਰਕ ਹੋਵੇ, ਬਹੁਤ ਸਾਰੇ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਰਨ ਆਉਂਦੇ ਹਨ। ਸ੍ਰੀ ਨਾਨਕ ਕੇ ਚਰਨ ਮਨਾਵ ਹੈ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਆ ਕੇ ਮਨਾਉਂਦੇ ਹਨ, ਆ ਕੇ ਸਤਿਗੁਰਾਂ ਦੇ ਚਰਨਾਂ ਤੇ ਹੀ ਆਸ ਰੱਖੀ ਹੁੰਦੀ ਹੈ ਤੇ ਉਹਨਾਂ ਦੀ ਉਹ ਪੂਜਾ ਕਰਦੇ ਹਨ, ਉਹਨਾਂ ਵਿੱਚ ਹੀ ਆਪਣਾ ਧਿਆਨ ਜੋੜ ਕੇ ਰੱਖਦੇ ਹਨ। ਇੱਕ ਮੁਰੀਦ ਸਿੱਖ ਇੱਕ ਹੋਵ ਹੈ। ਇੱਕ ਕੋਈ ਜਿਹੜਾ ਮੁਸਲਮਾਨ ਹੈ ਉਹ ਆ ਕੇ ਸਤਿਗੁਰਾਂ ਦਾ ਸਿੱਖ ਬਣਦਾ ਹੈ, ਉਹਨੂੰ ਮੁਰੀਦ ਕਹਿੰਦੇ ਹਾਂ। ਕਹਿੰਦੇ ਉਹ ਮੁਸਲਮਾਨ ਆ ਕੇ ਮੁਰੀਦ ਬਣਦਾ ਹੈ, ਸਤਿਗੁਰਾਂ ਨੂੰ ਆਪਣਾ ਪੀਰ ਗੁਰੂ ਸਮਝਦਾ ਹੈ। ਜੇ ਕੋਈ ਹਿੰਦੂ ਆਉਂਦਾ ਹੈ ਉਹ ਮਹਾਰਾਜ ਦਾ ਸਿੱਖ ਬਣਦਾ ਹੈ। ਇੱਥੇ ਸਿਰਫ ਸ਼ਬਦਾਂ ਦਾ ਫਰਕ ਹੈ, ਪਰ ਹੈ ਤਾਂ ਦੋਨੋਂ ਹੀ ਸਿੱਖ। ਕਿ ਮਹਾਰਾਜ ਜਿਹੜੇ ਹਨ, ਕਿਉਂਕਿ ਉਹਨਾਂ ਨੇ ਆਪਣੀ ਬੋਲੀ ਵਿੱਚ ਗੁਰੂ ਨੂੰ ਮੁਰਸ਼ਦ ਕਹਿਣਾ ਹੈ, ਆਪਣੇ ਆਪ ਨੂੰ ਮੁਰੀਦ ਕਹਿਣਾ ਹੈ। ਜਿਹੜੇ ਹਿੰਦੂ ਲੋਕ ਸਨ ਉਹ ਆਪਣੀ ਬੋਲੀ 'ਚ ਗੁਰੂ ਸਾਹਿਬ ਨੂੰ ਗੁਰੂ ਕਹਿੰਦੇ ਨੇ, ਆਪਣੇ ਆਪ ਨੂੰ ਸਿੱਖ ਕਹਿੰਦੇ ਨੇ। ਫਰਕ ਇਹੀ ਆ, ਪਰ ਮਹਿਨਾ ਤਾਂ ਜਿਹੜਾ ਹੈ ਸੇਮ ਹੀ ਹੈ ਦੋਵਾਂ ਦਾ। ਦੋਵੇਂ ਸਿੱਖ ਬਣਦੇ ਹਨ, ਚਾਹੇ ਉਹ ਮੁਸਲਮਾਨ ਹੋਣ
ਚਾਹੇ ਹਿੰਦੂ ਹੋਣ। ਦਰਸ਼ਨ ਪਰਸਤ ਕਲਮਲ ਖੋਵ ਹੈ। ਸਤਿਗੁਰਾਂ ਦੇ ਦਰਸ਼ਨ ਕਰਕੇ, ਮਹਾਰਾਜ ਦੇ ਚਰਨੀ ਹੱਥ ਲਾ ਕੇ, ਮੱਥਾ ਆਪਣਾ ਸਤਿਗੁਰਾਂ ਦੇ ਚਰਨਾਂ ਤੇ ਟਿਕਾ ਕੇ ਸਾਰੇ ਪਾਪ ਉਹਨਾਂ ਦੇ ਦੂਰ ਹੋ ਜਾਂਦੇ ਹਨ। ਗ੍ਰਾਮ ਨਗਰ ਰਹੀ ਨਰ ਜੇਤੇ। ਸਤਿਗੁਰੂ ਜੀ ਕਰਤਾਰਪੁਰ ਵਿੱਚ ਜਿੱਥੇ ਰਹਿੰਦੇ ਸਨ, ਉੱਥੇ ਜਿਹੜੇ ਗ੍ਰਾਮ ਤੇ ਨਗਰ ਦੇ ਲੋਕ ਸਨ ਸਾਰੇ ਸ੍ਰੀ ਗੁਰ ਕੀਰਤ ਕਰਹੀ ਤੇਤੇ। ਸਤਿਗੁਰੂ ਜੀ ਕੀਰਤੀ ਨੂੰ ਕਰਦੇ ਹਨ, ਸਤਿਗੁਰੂ ਨੂੰ ਪ੍ਰੇਸ ਕਰਦੇ ਹਨ ਹਰ ਵੇਲੇ। ਬ੍ਰਹਮਚਾਰੀ ਬੈਰਾਗੀ ਜੋ। ਭਾਵੇਂ ਉਹ ਬ੍ਰਹਮਚਾਰੀ ਹੋਵੇ, ਭਾਵੇਂ ਉਹ ਬੈਰਾਗੀ ਹੋਵੇ, ਜੋਗੀ ਸੰਨਿਆਸੀ ਹੋਏ ਕੋ। ਚਾਹੇ ਕੋਈ ਜੋਗੀ ਹੈ, ਚਾਹੇ ਕੋਈ ਸੰਨਿਆਸੀ ਹੈ, ਨੀਚ ਕੇ ਊਚ ਰਾਏ ਕੈ ਰੰਕਾ। ਭਾਵੇਂ ਕੋਈ ਨੀਚ ਹੈ ਕਰਮਾ ਕਰਕੇ, ਭਾਵੇਂ ਕੋਈ ਊਚ ਕਰਮਾ ਕਰਨ ਵਾਲਾ ਹੈ, ਚਾਹੇ ਕੋਈ ਗਰੀਬ ਹੋਵੇ, ਚਾਹੇ ਕੋਈ ਰਾਜਾ ਹੋਵੇ, ਸੋ ਜਸ ਉਚਾਰ ਹੈ ਸਭ ਅਕਲੰਕਾ। ਸਾਰੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਹਨ। ਤੇ ਜੋ ਜਸ, ਜੋ ਪ੍ਰੇਸ ਗੁਰੂ ਨਾਨਕ ਸਾਹਿਬ ਜੀ ਦੀ ਅਕਲੰਕਾ ਹੈ, ਜਿਹਨੂੰ ਕੋਈ ਵੀ ਮਾਇਆ ਦਾ ਕਲੰਕ ਨਹੀਂ ਲੱਗਿਆ ਹੋਇਆ। ਪੰਡਤ ਅਪਰ ਅਪੰਡਤ ਜਹਤ ਹੈ। ਭਾਵੇਂ ਕੋਈ ਪੰਡਤ ਹੋਵੇ, ਭਾਵੇਂ ਕੋਈ ਅਪੰਡਤ ਹੋਵੇ, ਜਿਹੜਾ ਕੋਈ ਚਾਹੇ ਸਕਾਲਰ ਹੋਵੇ, ਚਾਹੇ ਕੋਈ ਨੋਰਮਲ ਹੀ ਬੰਦਾ ਹੋਵੇ ਜਿਹਨੂੰ ਕੋਈ ਗਿਆਨ ਨਹੀਂ, ਕੋਈ ਪੜ੍ਹਿਆ। ਸੋ ਐਸਾ ਜਿਹੜਾ ਜਿੱਥੇ ਕਿਤੇ ਵੀ ਕੋਈ ਹੈ, ਚਾਹੇ ਕੋਈ ਪੜ੍ਹਿਆ, ਚਾਹੇ ਕੋਈ ਅਨਪੜ੍ਹਿਆ ਹੋਵੇ, ਸ੍ਰੀ ਗੁਰ ਕੀਰਤ ਕਰਹੀ ਮਹਿ ਮਹਿ। ਉਹ ਸਾਰੇ ਹੀ ਜਿਹੜੇ ਹਨ ਧਰਤੀ ਦੇ ਉੱਤੇ ਸਤਿਗੁਰ ਦੀ ਮਹਿਮਾ ਹੁੰਦੀ ਹੈ। ਹਰ ਕੋਈ ਲੈਵਲ ਤੇ ਗੁਰੂ ਨਾਨਕ ਦਾ ਜਸ ਕਰਦਾ ਹੈ, ਚਾਹੇ ਉਹ ਰਾਜਾ, ਭਾਵੇਂ ਉਹ ਰੰਕ ਹੋਵੇ। ਇਸੇ ਦੱਸਣ ਦਾ ਇਹ ਖਿਆਲ ਹੈ ਕਿ ਜਿਹੜੇ ਕਿ ਮਾਇਆ ਕਰਕੇ ਧਨੀ ਤੇ ਗਰੀਬ ਹਨ, ਜੋ ਕਿ ਜਿਹੜੇ ਹਨ, ਕੋਈ ਰਾਜਾ ਹੋਵੇ, ਕੋਈ ਮਹਾਰਾਜਾ ਹੋਵੇ, ਚਾਹੇ ਕੋਈ ਜਿਹੜਾ ਹੈ ਧਰਮ ਵੱਲੋਂ ਕੋਈ ਸੰਤ ਬ੍ਰਹਮ ਗਿਆਨੀ ਹੋਵੇ, ਜਿਹੜਾ ਹਨ, ਚਾਹੇ ਉਹ 6 ਦਰਸ਼ਨਾਂ ਵਾਲਾ ਹੋਵੇ, ਬ੍ਰਹਮਚਾਰੀ ਵਿਰਾਗੀ ਹੋਵੇ, ਜੋਗੀ ਹੋਵੇ, ਸੰਨਿਆਸੀ ਹੋਵੇ, ਇਹ ਸਾਰੇ ਜਿੰਨੇ ਵੀ ਹਨ ਧਰਮ ਦੇ ਪੱਖ ਤੋਂ ਤੇ ਦੁਨੀਆ ਦੇ ਪੱਖ ਤੋਂ ਸਾਰੇ ਇੱਕ ਜੈਸਾ ਗੁਰੂ ਨਾਨਕ ਦਾ ਜਸ ਕਰਦੇ ਹਨ। ਕੋਈ ਵੀ ਜਿਹੜਾ ਹਨ ਐਸਾ ਤਬਕਾ ਜਾਂ ਐਸਾ ਜਿਹੜਾ ਗਰੁੱਪ ਹੈ, ਪ੍ਰੋਫੈਸ਼ਨਲ ਜਾਂ ਅਨਪ੍ਰੋਫੈਸ਼ਨਲ ਕਹਿ ਦਈਏ ਅੱਜ ਦੀ ਬੋਲੀ ਦੇ ਵਿੱਚ, ਕੋਈ ਵੀ ਜਿਹੜਾ ਹੈ ਐਸਾ ਪਿੱਛੇ ਨਹੀਂ ਰਿਹਾ ਜਿਹਨੇ ਗੁਰੂ ਨਾਨਕ ਦਾ ਪ੍ਰੇਸ ਨਾ ਕੀਤਾ ਹੋਵੇ, ਜਿਹਨੇ ਗੁਰੂ ਦੀ ਉਸਤਤ ਨਾ ਕੀਤੀ ਹੋਵੇ। ਇਸ ਪ੍ਰਕਾਰ ਕਰਕੇ ਹੀ ਕਵੀ ਸੰਤੋਖ ਸਿੰਘ ਜੀ ਇੱਥੇ ਚੰਦਰਮਾ ਦਾ ਜਿਹੜਾ ਆਪਣਾ ਉਦਾਹਰਣ ਦਿੰਦੇ ਹਨ, ਐਗਜ਼ਾਮਪਲ। ਜਿਵੇਂ ਇੱਕ ਚੰਦਰਮਾ ਸਾਰੀ ਦੁਨੀਆ ਤੇ ਆਪਣਾ ਚਾਂਦਨੀ ਜਿਹੜੀ ਹੈ ਪਹੁੰਚਾਉਂਦਾ ਹੈ, ਇਸੇ ਤਰ੍ਹਾਂ ਹੀ ਗੁਰੂ ਨਾਨਕ ਦਾ ਜਸ ਸਾਰੇ ਕਿਤੇ ਫੈਲਿਆ ਹੋਇਆ ਹੈ। ਪੁਰ ਕਰਤਾਰ ਵਿਖੇ ਨਰ ਨਾਰੀ। ਮਹਾਰਾਜ ਜਿਹੜੇ ਹਨ ਪੁਰ ਦੇ ਵਿੱਚ ਰਹਿਣ ਵਾਲੇ ਨਰ ਤੇ ਨਾਰੀਆਂ ਹਨ। ਸਦਾ ਰਹਿ ਸਦੀਵ ਭੀੜ ਪਰ ਭਾਰੀ। ਸਦਾ ਹੀ ਭੀੜ ਰਹਿੰਦੀ ਹੈ ਕਰਤਾਰਪੁਰ ਦੇ ਵਿੱਚ, ਲੋਕ ਦੂਰੋਂ ਨੇੜਿਓਂ ਹਮੇਸ਼ਾ ਹੀ ਆਉਂਦੇ ਰਹਿੰਦੇ ਹਨ। ਸਵਾ ਜਾਮ ਨਿਸ ਰਹੇ ਸਦਾਈ। ਜਿਹੜਾ ਹੈ ਸਵਾ ਜਾਮ ਰਾਤ ਰਹਿੰਦੀ ਹੋਈ, 3 hours and 45 minutes, 3 ਘੰਟੇ 45 ਮਿੰਟ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਜਿਹੜਾ ਹੈ ਧਰਮਸ਼ਾਲਾ ਦੇ ਵਿੱਚ ਜਿਹੜਾ ਹੈ ਕੀਰਤਨ ਦਾ ਜਿਹੜਾ ਹੈ ਪ੍ਰਾਰੰਭ ਹੁੰਦਾ ਹੈ। ਹੋਤ ਕੀਰਤਨ ਸਭ ਸੁਖਦਾਈ। ਹੋਤ ਕੀਰਤਨ ਹੁੰਦਾ ਹੈ ਜੋ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ। ਪਹਿਰ ਨਿਸਾ ਸੋ ਸੰਗਤ ਮੇਲਾ। ਪਹਿਰ ਨਿਸਾ ਕਹਿਣਗੇ ਐਸੀ ਜਿਹੜਾ ਹਨ ਯਾਰ ਪਹਿਰ ਰਾਤ ਰਹਿੰਦੀ ਤੱਕ ਜਿਹੜਾ ਹਨ ਸੰਗਤ ਦਾ ਪੂਰਾ ਮੇਲਾ ਭਰ ਜਾਂਦਾ ਹੈ। ਸ਼ਬਦ ਵਿਚਾਰਨ ਹੋਤ ਸੁਹੇਲਾ। ਫਿਰ ਕਹਿੰਦੇ ਦੇਖੋ ਸਿਰਫ ਕੀਰਤਨ ਨਹੀਂ ਹੁੰਦਾ, ਸ਼ਬਦ ਦਾ ਵਿਚਾਰ ਵੀ ਹੁੰਦਾ ਹੈ, ਗੁਰਬਾਣੀ ਦੀ ਕਥਾ ਵੀ ਹੁੰਦੀ ਹੈ, ਜੋ ਹਮੇਸ਼ਾ ਹੀ ਜਿਹੜਾ ਹਨ ਸੁਹੇਲਾ, ਜਿਹੜਾ ਸੁਖ ਦੇਣ ਵਾਲਾ ਹੈ, ਜੋ ਸੌਖਾ ਹੀ ਮੁਕਤੀ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਇੱਕ ਬਾਲਕੋ ਕੀਰਤਨ ਕਾਲਾ। ਇਸ ਇੱਕ ਬਾਲਕ ਆਇਆ ਕਰਦਾ ਸੀਗਾ, ਇੱਕ ਬੱਚਾ ਜਿਹੜਾ ਹੈ ਛੋਟੀ ਉਮਰ ਦਾ। ਸੋ ਇਹ ਬਾਲਕ ਸੀਗਾ। ਸੋ ਬਾਲਕ ਜਿਹੜੇ ਹੁੰਦੇ ਨੇ ਉਹਨਾਂ ਦੀ ਉਮਰ ਜਿਹੜੀ ਹੈ ਆਮ ਕਰਕੇ ਬਾਲਕ ਦੀ ਬਾਲਕ ਜਿਹੜੇ ਹੁੰਦੇ ਨੇ ਉਹ ਜਿਹੜੇ 5 ਸਾਲ ਜਾਂ 6 ਸਾਲ, ਸੋ ਇੰਨੀ ਕੁ ਉਮਰ ਤੱਕ ਜਿਹੜਾ ਹਨ, ਚਾਹੇ ਉਹ ਸਮਿਆਂ ਦੇ ਵਿੱਚ 9 ਸਾਲ ਦੇ ਬੱਚੇ ਨੂੰ ਜਿਹੜਾ ਹਨ ਬਾਲਕ ਕਿਹਾ ਜਾਂਦਾ ਸੀਗਾ। ਸੋ ਜਿਹੜਾ ਬਾਲਕ ਇਹ ਬੱਚਾ ਹੈ, ਇਹਦਾ ਨਾਂ ਸੀਗਾ ਜਿਹੜਾ ਹੈ ਤਾਰੂ ਪੋਪਟ ਦੱਸਿਆ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਆਪਣੀ ਭਗਤਮਾਲ ਦੇ ਵਿੱਚ। ਕਹਿੰਦੇ ਇਹ ਬੱਚਾ ਆਇਆ ਕਰਦਾ ਸੀਗਾ ਤੇ ਇਹਨੇ ਆਉਣਾ ਵੀ ਜਿਹੜਾ ਹੈ ਸਭ ਤੋਂ ਪਹਿਲਾਂ ਆ ਜਾਂਦਾ ਸੀਗਾ। ਮਤਲਬ ਜੇ ਜਿਹੜਾ ਹਨ ਦੇਖੋ ਹਿਸਾਬ ਕਰਕੇ ਜੇ 6:30 ਸਨਰਾਈਜ਼ ਹੁੰਦਾ ਹੋਵੇ, 3 hours and 45 minutes ਬਿਫੋਰ ਦੈਟ, ਸੋ ਉਹ ਜਿਹੜਾ ਹੈ 2 ਵਜੇ ਦੇ ਜਾਂ 2:30 ਵਜੇ ਦਾ ਸਮਾਂ ਹੋਇਆ, ਉਦੋਂ ਦਾ ਵਿਚਾਰਾ ਆ ਕੇ ਬਹਿ ਜਾਂਦਾ ਸੀ ਕੀਰਤਨ ਸੁਣਨ ਵਾਸਤੇ। ਤੇ ਹਮੇਸ਼ਾ ਇਹ ਜਿਹੜਾ ਨਿਤਨੇਮੀ ਸੀ ਹਰ ਰੋਜ਼ ਆਇਆ ਕਰਦਾ ਸੀ ਬਿਨਾਂ ਲਾਂਘੇ ਤੋਂ। ਸੁਨਤ ਰਹਿ ਕਰ ਪ੍ਰੇਮ ਵਿਸਾਲਾ। ਤੇ ਸਾਰੇ ਹੀ ਜਿਹੜਾ ਹਨ ਜੋ ਜਦੋਂ ਤੱਕ ਕੀਰਤਨ ਕਥਾ ਹੁੰਦੀ ਰਵੇ ਇਹਨੇ ਬੈਠ ਕੇ ਸਾਰਾ ਹੀ ਪ੍ਰੋਗਰਾਮ ਸੁਣਨਾ ਹੈ।
ਇਹਨੇ ਸਾਰੀ ਸੰਗਤ ਵਿੱਚ ਉਸ ਵੇਲੇ ਬੈਠੇ ਰਹਿਣਾ ਉਸ ਵੇਲੇ। ਪ੍ਰਭ ਪੀਛੇ ਠਾਂਡੇ ਹੋਏ ਸੋਏ। ਤੇ ਇਹ ਹਮੇਸ਼ਾ ਹੀ ਜਿਹੜਾ ਹੈ ਬਹਿੰਦਾ ਕਿੱਥੇ ਸੀ ਤੇ ਜਾਂ ਖੜਦਾ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਜਿੱਥੇ ਵਿਆਹ ਕਰਦੇ ਸਨ ਨਾ, ਮਹਾਰਾਜ ਦਾ ਮੰਜੀ ਸਾਹਿਬ ਸੀਗਾ, ਉਹਦੇ ਪਿੱਛੇ ਖੜਿਆ ਕਰਦਾ ਸੀ। ਉਹ ਸਥਾਨ ਇਹਦਾ ਸੀਗਾ। ਬਸ ਇਹਨੇ ਮਹਾਰਾਜ ਦੇ ਆ ਕੇ ਪਿੱਛੇ ਆ ਕੇ ਖੜ ਜਾਣਾ। ਭੋਗ ਕੀਰਤਨ ਕੋ ਜਬ ਹੋਏ। ਜਦੋਂ ਕੀਰਤਨ ਦਾ ਭੋਗ ਪੈ ਜਾਂਦਾ ਸੀ ਧਰਮਸ਼ਾਲਾ ਵਿੱਚ, ਬੰਦਨ ਕਰ ਹੈ ਸਦਨ ਸਿਧਾਵੈ। ਉਸ ਵੇਲੇ ਇਹਨੇ ਪਿੱਛੋਂ ਹੀ ਸਤਿਗੁਰਾਂ ਨੂੰ ਮੱਥਾ ਟੇਕ ਕੇ ਤੇ ਪਿਛਲੇ ਦਰਵਾਜ਼ੇ ਦੀ ਹੀ ਨਿਕਲ ਕੇ ਘਰ ਨੂੰ ਮੁੜ ਜਾਂਦਾ ਸੀ। ਇਸ ਬਿਦ ਨਿਤਾ ਪ੍ਰਤ ਸੋ ਆਵੈ। ਦੇਖੋ ਇਹ ਬਾਲਕ ਜਿਹੜਾ ਕਿਸੇ ਨੂੰ ਨਹੀਂ ਮਿਲਦਾ ਸੀ, ਕਿਸੇ ਨਾਲ ਇਹਨੇ ਗੱਲ ਨਹੀਂ ਕਰਨੀ, ਚੁੱਪ ਕਰਕੇ ਆਉਣਾ, ਬਹਿ ਕੇ ਕੀਰਤਨ ਸੁਣ ਕੇ ਮੱਥਾ ਟੇਕ ਕੇ ਤਾਂ ਘਰ ਨੂੰ ਮੁੜ ਜਾਣਾ। ਕਹਿੰਦੇ ਇਸ ਪ੍ਰਕਾਰ ਕਰਕੇ ਇਹ ਡੇਲੀ ਆਉਂਦਾ ਹੁੰਦਾ ਸੀ। ਇਹਦੀ ਡੇਲੀ ਰੂਟੀਨ ਐਸੀ ਸੀ ਇਹ ਬੱਚੇ ਦੀ। ਇੱਕ ਦਿਨ ਸ੍ਰੀ ਗੁਰ ਬੈਨ ਬਖਾਨੇ। ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇਸ ਵੱਲ ਧਿਆਨ ਦਿੱਤਾ। ਬਾਰਿਕ ਕੋ ਘਰ ਦੇਹੋ ਨਾ ਜਾਣੇ। ਆਪਣੇ ਸਿੱਖਾਂ ਨੂੰ ਸਤਿਗੁਰਾਂ ਨੇ ਕਿਹਾ ਕਿ ਇਹ ਬਾਲਕ ਜਿਹੜਾ ਸਾਡੇ ਪਿੱਛੇ ਖੜਦਾ ਹੈ ਨਾ, ਪਿੱਛੋਂ ਹੀ ਮੱਥਾ ਟੇਕ ਕੇ ਮੁੜ ਜਾਂਦਾ ਹੈ ਹਮੇਸ਼ਾ, ਕਹਿੰਦੇ ਅੱਜ ਇਹਨੂੰ ਘਰ ਨੂੰ ਨਾ ਮੁੜਨ ਦਿਓ, ਇਹਨੂੰ ਰੋਕ ਲਿਓ। ਸਿੱਖਣ ਗਹਿ ਕੇ ਤੇ ਤਤਕਾਲਾ। ਉਸ ਵੇਲੇ ਜਦੋਂ ਬੱਚਾ ਮੱਥਾ ਟੇਕ ਕੇ ਪਿਛਲੇ ਦਰਵਾਜ਼ੇ ਦੇ ਨਿਕਲਣ ਲੱਗਿਆ, ਬਾਹਰ ਜਾਣ ਲੱਗਿਆ, ਤਾਂ ਸਿੱਖਾਂ ਨੇ ਰੋਕ ਲਿਆ ਉਸ ਨੂੰ। ਖਾਂਡੋ ਕੀਨ ਹਦੂਰ ਕਿਰਪਾਲਾ। ਮਹਾਰਾਜ ਦੇ ਲਿਆ ਕੇ ਸਾਹਮਣੇ ਖੜਾ ਕਰਤਾ ਇਹ ਬੱਚਾ। ਦੋਹਰਾ ਬਾਲਕ ਕੋ ਬੂਝਨ ਕਿਓ ਕਿਉ ਨਿੰਦਰਾ ਕੋ ਤਿਆਗ। ਦੇਖੋ ਇਹ ਤਾਰੂ ਪੋਪਟ ਜਿਹੜਾ ਬੱਚਾ ਹੈ, ਇਸ ਦਾ ਨਾਮ, ਇਹ ਜਿਹੜਾ ਹੈ ਸਾਹਮਣੇ ਖੜਾ ਸਤਿਗੁਰਾਂ ਦੇ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਕਹਿੰਦੇ ਤੂੰ ਕਿਉਂ ਆਪਣੀ ਨਿੰਦਾ ਜਿਹੜੀ ਹੈ, ਨਿੰਦਰਾ ਜਾਂ ਆਪਣੀ ਨੀਂਦ ਸਲੀਪ ਨੂੰ ਤੂੰ ਖਰਾਬ ਕਰਦਾ ਹਰ ਰੋਜ਼। ਤੂੰ ਆਪਣੀ ਆਪਣਾ ਤੈਨੂੰ ਜਿਹੜਾ ਹੈ ਤੂੰ ਸੌਂਦਾ ਹਾਂ, ਉਸ ਵੇਲੇ ਤਾਂ ਗਾੜੀ ਨੀਂਦ ਆਉਂਦੀ ਹੈ, ਤੇ ਉਹ ਨੀਂਦ ਦਾ ਤਿਆਗ ਕਰਕੇ ਤੂੰ ਹਰ ਰੋਜ਼ ਇੱਥੇ ਆਉਂਦਾ ਹਾਂ, ਇੰਨਾ ਸਜਰੇ ਆਉਂਦਾ ਹਾਂ, ਇੰਨੀ ਅਲੀ ਆਉਂਦਾ ਹਾਂ। ਸਵਾ ਜਾਮ ਨਿਸ ਰਹੇ ਤੇ ਕਰ ਆਵਤ ਅਨੁਰਾਗ। ਦੇਖੋ ਤੂੰ ਸਵਾ ਜਾਮ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇੱਥੇ ਪਹੁੰਚ ਜਾਂਦਾ ਹਾਂ ਹਰ ਰੋਜ਼। ਕਹਿੰਦੇ ਇੰਨਾ ਪਿਆਰ ਤੇਰੇ ਵਿੱਚ ਕਿੱਥੋਂ ਆ ਗਿਆ, ਇੰਨਾ ਪ੍ਰੇਮ ਤੇਰੇ ਹਿਰਦੇ ਵਿੱਚ ਕਿਵੇਂ ਜਾਗ ਪਿਆ ਇੰਨੀ ਛੋਟੀ ਉਮਰ ਦੇ ਵਿੱਚ। ਚੌਪੇ ਹਾਸ ਖੇਲ ਪੁਨ ਸਵਣ ਸੁਖਾਰੇ। ਮਹਾਰਾਜ ਕਹਿੰਦੇ ਤੇਰੀ ਉਮਰ ਤਾਂ ਹੱਸਣਾ ਖੇਡਣ ਦੀ ਉਮਰ ਹੈ। ਤੇਰੀ ਉਮਰ ਵਾਲੇ ਬੱਚੇ ਤਾਂ ਹੱਸਦੇ ਖੇਡਦੇ ਹੁੰਦੇ ਹਨ, ਤੇ ਜਦੋਂ ਸੌਂਦੇ ਹਨ ਲੰਮੀਆਂ ਨਿੰਦਿਆਂ ਸੌਂਦੇ ਹਨ। ਉਹ ਨਲਿਆ ਹਨ ਸੁੱਤੇ ਹੀ ਰਹਿੰਦੇ ਨੇ, ਉਹ ਤਾਂ ਦਿਨ ਚੜੇ ਤੱਕ ਵੀ ਸੁੱਤੇ ਰਹਿੰਦੇ ਹਨ, ਦੁਪਹਿਰੇ ਨੂੰ ਉੱਠਦੇ ਹਨ। ਬਾਲ ਬੈਸ ਮਹਿ ਇਨ ਸੋ ਪਿਆਰੇ। ਕਹਿਣ ਲੱਗੇ ਬਾਲ ਬੈਸ, ਕਹਿਣ ਲੱਗੇ ਜਦੋਂ ਬਾਲਕ ਅਵਸਥਾ ਹੁੰਦੀ ਹੈ ਉਦੋਂ ਜਿਹੜਾ ਹੈ ਨੀਂਦ ਨਾਲ ਬੜਾ ਪ੍ਰੇਮ ਹੁੰਦਾ ਹੈ ਬੱਚਿਆਂ ਨੂੰ। ਜੇ ਕੱਚੀ ਨੀਂਦ ਠਾ ਦੋ ਤਾਂ ਰੋਣ ਲੱਗ ਜਾਂਦੇ ਨੇ ਬੱਚੇ। ਕਹਿੰਦੇ ਇੰਨਾ ਉਹ ਜਿਹੜਾ ਦੁੱਖ ਮਨਾਉਂਦੇ ਨੇ ਵੀ ਮੈਨੂੰ ਕਿਉਂ ਠਾਇਆ ਮੇਰੇ ਉੱਠਣ ਤੋਂ ਪਹਿਲਾਂ। ਹਾਂਜੀ, ਸੋ ਬੱਚੇ ਜਿਹੜੇ ਹਨ ਉਹ ਬੈਡ ਮੂਡ ਜੇ ਹੋ ਜਾਂਦੇ ਨੇ ਜੇ ਪਹਿਲਾਂ ਠਾ ਦਈਏ ਉਹਨਾਂ ਨੂੰ ਕਿਤੇ। ਸੋ ਤਜ ਕੇ ਸਤ ਸੰਗਤ ਮਾਹੀ। ਕਹਿੰਦਾ ਉਹ ਜਿਹੜੀ ਹਨ ਪਿਆਰੀ ਨੀਂਦ ਨੂੰ ਛੱਡ ਕੇ ਤੂੰ ਸਤ ਸੰਗਤ ਵਿੱਚ ਚੱਲ ਕੇ ਆਉਂਦਾ ਹਾਂ ਹਰ ਰੋਜ਼। ਆਵਤ ਵਕਤ ਕੁਸਾਵਤ ਨਾਹੀ। ਦੇਖੋ ਆਵਤ ਤੂੰ ਕਹਿੰਦੇ ਆਉਣਾ ਹਾਂ ਟਾਈਮ ਸਿਰ, ਤੇ ਜਿਹੜਾ ਵਕਤ ਕੁਸਾਵਤ ਤੂੰ ਉਹ ਵੇਲਾ ਅੰਮ੍ਰਿਤ ਵੇਲਾ ਤੂੰ ਖੁੰਝਾਉਂਦਾ ਨਹੀਂ, ਤੂੰ ਵੇਸਟ ਨਹੀਂ ਕਰਦਾ। ਤੂੰ ਜਿਹੜਾ ਹੈ ਹਰ ਵੇਲੇ ਹਰ ਰੋਜ਼ ਤੂੰ ਆਉਂਦਾ ਹਾਂ। ਬਾਲਕ ਤਬ ਹੀ ਦੁਆ ਕਰ ਜੋਰੇ। ਉਸ ਵੇਲੇ ਇਹ ਬਾਲਕ ਜਿਹੜਾ ਤੇਰਾ ਭਾਈ ਤਾਰੂ ਪੋਪਟ ਹੈ, ਇਸਨੇ ਦੋਵੇਂ ਹੱਥ ਜੋੜ ਲਏ ਸਤਿਗੁਰਾਂ ਦੇ ਅੱਗੇ। ਕਹਿਣ ਲੱਗਿਓ ਸੁਣੀਏ ਪ੍ਰਭ ਮੋਰੇ। ਉਸ ਵੇਲੇ ਇਹ ਜਿਹੜਾ ਹਨ ਬਾਲਕ ਤਾਰੂ ਪੋਪਟ ਕਹਿਣ ਲੱਗਾ, ਕਹਿੰਦਾ ਹੇ ਪ੍ਰਭੂ ਇਹ ਜਿਹੜਾ ਹਨ ਮੇਰੀ ਜਿਹੜੀ ਬੇਨਤੀ ਸਰਵਣ ਕਰੋ। ਇੱਕ ਦਿਨ ਮਾਤਾ ਮੋਹੇ ਪਠਾਇਆ। ਕਹਿੰਦੇ ਗੱਲ ਕੀ ਹੋਈ ਕਿ ਇੱਕ ਦਿਨ ਮੇਰੀ ਮਾਤਾ ਨੇ ਜਿਹੜਾ ਹੈ ਮੈਨੂੰ ਭੇਜਿਆ, ਹਿਤ ਆਹਾਰ ਪਾਵਕ ਮੰਗਵਾਇਆ। ਉਹ ਜਿਹੜਾ ਹਨ ਖਾਣਾ ਪਕਾਉਣ ਵਾਸਤੇ, ਚੁੱਲ੍ਹੇ ਵਾਸਤੇ, ਅੱਗ ਦਾ ਬਾਲਣ ਜਿਹੜਾ ਸੀਗਾ ਫਾਇਰਵੁੱਡ ਲੈਣ ਵਾਸਤੇ ਮੈਨੂੰ ਭੇਜਿਆ। ਔਰ ਮੁਝ ਤੇ ਜਾਏ ਨਾ ਬਾਰੀ। ਫਿਰ ਕੀ ਹੋਇਆ, ਮੈਂ ਫਾਇਰਵੁੱਡਸ ਜਿਹੜੇ ਹਨ ਉਹ ਜਿਹੜਾ ਬਾਲਣ ਤਾਂ ਮੈਂ ਲੈ ਕੇ ਆ ਗਿਆ, ਪਰ ਜਦੋਂ ਮੈਂ ਅੱਗ ਲਾਉਂਦਾ ਸੀ ਨਾ ਉਹ ਲੱਕੜਾਂ ਨੂੰ ਅੱਗ ਨਹੀਂ ਲੱਗਦੀ ਸੀ। ਤਬ ਮਾਤਾ ਅਸ ਗਿਰਾ ਉਚਾਰੀ। ਉਸ ਵੇਲੇ ਮੇਰੀ ਮਾਤਾ ਨੇ ਮੈਨੂੰ ਕਿਹਾ ਤੇ ਇਹ ਗੱਲ ਕਹੀ, ਛੋਟੀ ਸਮਦਾ ਉੱਪਰ ਪਾਏ। ਕਹਿੰਦੇ ਬੇਟਾ ਜੇ ਤੇ ਅੱਗ ਲਾਉਣੀ ਹੈ ਤਾਂ ਵੱਡੀਆਂ ਜਿਹੜੀਆਂ ਲੱਕੜਾਂ ਹੈ ਨਾ ਇਹਨਾਂ ਨੂੰ ਨਹੀਂ ਲੱਗਣੀ। ਤੈਨੂੰ ਕੀ ਕਰਨਾ ਚਾਹੀਦਾ ਹੈ, ਛੋਟੇ ਛੋਟੇ ਪੀਸ ਜਿਹੜੇ ਹੁੰਦੇ ਆ ਨਾ ਲੱਕੜਾਂ ਦੇ, ਉਹਨਾਂ ਨੂੰ ਪਹਿਲਾਂ ਅੱਗ ਲੱਗੇਗੀ ਤੇ ਉਹ ਲੱਕੜਾਂ ਬਲਣਗੀਆਂ ਤਾਂ ਵੱਡੀਆਂ ਬਲਣਗੀਆਂ। ਕਹਿਣ ਲੱਗੇ ਇਸ ਕਰਕੇ ਤੈਨੂੰ ਚਾਹੀਦਾ ਹੈ ਕਿ ਤੂੰ ਛੋਟੀਆਂ ਲੱਕੜਾਂ ਜਿਹੜੀਆਂ ਹਨ ਕੱਟ ਕੇ ਉਹਦੇ ਪੀਸਸ ਤੇ ਉਹਨਾਂ ਨੂੰ ਪਹਿਲਾਂ ਅੱਗ ਲਾ,
ਫੇਰ ਵੱਡੀਆਂ ਅੱਗ ਪਕੜਨਗੀਆਂ। ਤਿੰਨ ਪਰ ਦੀਰਘ ਦੀਜੈ ਲਾਏ। ਹਾਂ, ਕਹਿਣ ਲੱਗੇ ਜਦੋਂ ਉਹ ਛੋਟੀਆਂ ਲੱਕੜਾਂ ਵਿੱਚ ਅੱਗ ਲੱਗੀ, ਅੱਗ ਪਕੜ ਲਈ ਉਹ ਲੱਕੜਾਂ ਨੇ, ਤਾਂ ਉਸ ਵੇਲੇ ਤੂੰ ਵੱਡੀਆਂ ਲੱਕੜਾਂ ਉੱਤੇ ਰੱਖ ਦੀ। ਸੁਣ ਕੇ ਸੀਖ ਬਾਹਰ ਮੈਂ ਦੀਨੀ। ਕਹਿਣਗੇ ਉਸ ਵੇਲੇ ਮੈਂ ਇੱਕ ਸੀਖ ਲੈ ਲਈ। ਸੀਖ ਹੁੰਦੀ ਨਾ ਇੱਕ ਜਿਹੜੀ ਸਟਿਕ ਜੀ ਹੁੰਦੀ ਆ, ਬਹੁਤ ਛੋਟੀ, ਜਿਹੜੀ ਸਟਿਕ ਕਹਿ ਦਈਏ, ਜਿਹੜੀ ਹੈ ਬਹੁਤ ਛੋਟੀ ਲੱਕੜ, ਕਹਿੰਦੇ ਉਹ ਮੈਂ ਜਿਹੜੇ ਸੀਖ ਲੈ ਲਈ। ਸੀਖ ਦੇ ਉੱਤੇ ਕੀ ਕਰਦੇ ਹਨ, ਸਲਫਰ ਨੂੰ ਲਾ ਦਿੰਦੇ ਹਨ ਥੋੜਾ ਜਿਹਾ, ਤੇ ਉਹਦੇ ਨਾਲ ਉਹ ਅੱਗ ਨੂੰ ਪਕੜ ਲੈਂਦੀ ਹੈ। ਸੋ ਇਸ ਕਰਕੇ ਕਹਿੰਦਾ ਮੈਂ ਸੀਖ ਲਾ ਲਈ ਉਸ ਵੇਲੇ। ਸੀਖ ਲਾ ਕੇ ਪਿੱਖ ਗਿਣਤੀ ਔਰ ਭਈ ਨਵੀਨੀ। ਕਹਿਣ ਲੱਗੇ ਪਿੱਖ ਗਿਣਤੀ ਔਰ ਭਈ ਨਵੀਨੀ। ਕਹਿਣ ਲੱਗੇ ਇਹ ਸਾਰਾ ਵਾਤਾਵਰਨ ਦੇਖ ਕੇ ਫਿਰ ਮੈਂ ਦੇਖਿਆ ਉਸ ਵੇਲੇ, ਕਹਿੰਦੇ ਵੀ ਮੈਂ ਛੋਟੀਆਂ ਲੱਕੜਾਂ ਨੂੰ ਸਾੜ ਕੇ, ਛੋਟੀਆਂ ਲੱਕੜਾਂ ਹੀ ਵੱਡੀਆਂ ਲੱਕੜਾਂ ਨੂੰ ਸਾੜਦੀ ਹੈ। ਸੋ ਇਹ ਗਿਣਤੀ ਜਿਹੜੀ ਵਿਚਾਰੀ, ਮੇਰੇ ਮਨ ਵਿੱਚ ਇੱਕ ਨਵੀਂ ਵਿਚਾਰ ਉੱਠੀ ਉਸ ਵੇਲੇ। ਅਗਨ ਕਾਲ ਕਉ ਏਕ ਸੁਭਾਉ। ਦੇਖੋ ਕਹਿੰਦੇ ਅਗਨ, ਅੱਗ ਤੇ ਮੌਤ ਦਾ ਜਿਹੜਾ ਸੁਭਾਅ, ਕੈਰੈਕਟਰ ਹੈ, ਇੱਕ ਜੈਸਾ ਹੀ ਹੈ। ਜਿਸ ਤਰ੍ਹਾਂ ਅਗਨ ਜਿਹੜੀ ਹੈ ਹਰ ਇੱਕ ਚੀਜ਼ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਕਹਿੰਦੀ ਮੌਤ ਵੀ ਐਸੀ ਹੈ ਜਿਹੜਾ ਕਿ ਜਿਉਂਦੇ ਫਿਰਦੇ ਤੁਰਦੇ ਬੋਲਦੇ ਬੰਦੇ ਨੂੰ ਉਸੇ ਵੇਲੇ ਚੁੱਪ ਕਰਾ ਕੇ ਇੱਕ ਥਾਂ ਤੇ ਸੱਟ ਦਿੰਦੀ ਹੈ। ਕਹਿੰਦੇ ਇਹ ਅੱਗ ਦਾ ਤੇ ਇਸ ਮੌਤ ਦਾ ਕੀ ਫਰਕ ਹੈ? ਦੋਵਾਂ ਦਾ ਇੱਕ ਹੀ ਕੈਰੈਕਟਰ, ਇੱਕ ਹੀ ਸੁਭਾਅ ਹੈ ਇਹਨਾਂ ਦਾ। ਇਸ ਕਰਕੇ ਕਹਿੰਦਾ ਮੈਂ ਇਹ ਗੱਲ ਦਾ ਵਿਚਾਰ ਕੀਤਾ, ਛੋਟਾ ਵੱਡਾ ਨਾ ਜਾਣਤ ਕਾਉ। ਦੇਖੋ ਹੁਣ ਜਦੋਂ ਅੱਗ ਜਿਹੜੀ ਹੈ, ਕਹਿੰਦੇ ਅੱਗ ਲੱਗਦੀ ਆ ਖਾਸ ਕਰਕੇ ਛੋਟੀਆਂ ਲੱਕੜਾਂ ਨੂੰ, ਫਿਰ ਵੱਡੀਆਂ ਲੱਕੜਾਂ ਨੂੰ, ਲੱਕੜ ਜਿਹੜੀ ਹੈ ਉਹ ਅੱਗ ਨੂੰ ਪਕੜਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਮੌਤ ਜਿਹੜੀ ਹੈ, ਕਹਿੰਦੇ ਉਹ ਕਿਹੜੇ ਛੋਟਾ ਵੱਡਾ ਦੇਖਦੀ ਹੈ। ਜਿਹੜੇ ਬੱਚੇ ਵੀ ਮਰ ਜਾਂਦੇ ਨੇ, ਕਈ ਜੰਮਦੇ ਹੀ ਮਰ ਜਾਂਦੇ ਨੇ, ਕਈ ਵੱਡੇ ਨੇ ਬਾਲਕ ਹੁੰਦੇ ਨੇ ਉਹ ਮਰ ਜਾਂਦੇ ਨੇ, ਕਈ ਬੁੱਢੇ ਹੋ ਕੇ ਮਰਦੇ ਹਨ। ਇੱਕ ਸਮ ਸਭ ਕੋ ਖਾਏ ਸੋ ਜਾਈ। ਜਿਵੇਂ ਅੱਗ ਛੋਟੀਆਂ ਵੱਡੀਆਂ ਲੱਕੜਾਂ ਨੂੰ ਸਾੜ ਕੇ ਇੱਕ ਜੈਸਾ ਸੁਆਹ ਕਰਦੀ ਹੈ, ਮੌਤ ਵੀ ਜਿਹੜੀ ਹੈ ਐਸਾ ਹੀ ਕਰਦੀ ਹੈ। ਮੌਤ ਨੇ ਵੀ ਛੋਟਾ ਵੱਡੇ ਦਾ ਲਿਹਾਜ਼ ਨਹੀਂ ਕਰਨਾ। ਨਹਿ ਕੈਸੇ ਹੂੰ ਹੋਤ ਬਚਾਈ। ਨਹਿ ਕੈਸੇ ਹੂੰ, ਕਹਿਣ ਲੱਗੇ ਕੌਣ ਬਚ ਸਕਦਾ ਹੈ। ਜਿਵੇਂ ਅੱਗ ਵਿੱਚ ਪਾਈ ਲੱਕੜ ਕੋਈ ਵੀ ਸਾਈਜ਼ ਦੀ ਹੋਵੇ ਉਹਨੇ ਸੜ ਜਾਣਾ ਹੈ। ਇਸੇ ਪ੍ਰਕਾਰ ਮੌਤ ਜਿਹੜੀ ਹੈ ਉਹ ਕੌਣ ਬਚ ਸਕਦਾ ਹੈ ਮੌਤ ਤੋਂ, ਛੋਟਾ ਵੱਡਾ। ਤੁਮਰੇ ਦਰਸ਼ਨ ਕੇਰ ਪ੍ਰਭਾਵਾ। ਫਿਰ ਕਹਿੰਦੇ ਇਹ ਜਿਹੜਾ ਮੇਰੇ ਅੰਦਰ ਵਿਚਾਰ ਆਇਆ, ਇਹ ਆਇਆ ਕਿਉਂ? ਕਿਉਂਕਿ ਤੁਮਾਰੇ ਦਰਸ਼ਨ ਕੇਰ ਪ੍ਰਭਾਵਾ, ਤੁਹਾਡੇ ਦਰਸ਼ਨ ਦਾ ਪ੍ਰਤਾਪ ਸੀ। ਤੁਹਾਡੇ ਪਰ ਜਿਹੜਾ ਹਨ ਦਰਸ਼ਨਾਂ ਕਰਕੇ ਹੀ ਇਹ ਵਿਚਾਰ ਮੇਰੇ ਮਨ ਵਿੱਚ ਆਈ। ਅਸ ਵਿਚਾਰ ਮੇਰੇ ਮਨ ਆਵਾ। ਸੋ ਇਸ ਵਿਚਾਰ ਜਦੋਂ ਮੇਰੇ ਮਨ ਵਿੱਚ ਗਿਆਨ ਦੀ ਵਿਚਾਰ ਆਈ, ਸੰਗ ਮਾਤ ਕੇ ਅਸ ਮੈਂ ਫਰਾਹੀ। ਮੈਂ ਆਪਣੀ ਮਾਤਾ ਨੂੰ ਇਹ ਗੱਲ ਕਹੀ ਉਸ ਵੇਲੇ। ਇਹ ਤਾਰੂ ਪੋਪਟ ਕਹਿੰਦਾ ਤਰਨ ਬੈਸ ਹੋਵਾਂ ਕਹਿ ਨਾਹੀ। ਕਹਿੰਦੇ ਮਾਤਾ ਕੀ ਪਤਾ ਮੈਂ ਜਵਾਨ ਹੋਊਂਗਾ ਕਿ ਨਹੀਂ, ਕੀ ਪਤਾ ਮੈਂ ਬਾਲਕ ਅਵਸਥਾ 'ਚ ਮਰ ਜਾਣਾ ਹੈ, ਪਤਾ ਨਹੀਂ ਮੌਤ ਨੇ ਮੈਨੂੰ ਇਸ ਅਵਸਥਾ 'ਚ ਪਕੜ ਲੈਣਾ ਹੈ, ਉਹਨੇ ਪਤਾ ਨਹੀਂ ਮੈਨੂੰ ਜਵਾਨ ਹੋਣਾ ਦੇਣਾ ਕਿ ਨਹੀਂ, ਜਾਂ ਮੈਨੂੰ ਬੁੱਢਾ ਹੋਣ ਦੇਗੀ ਕਿ ਨਹੀਂ ਦੇਗੀ। ਕਹਿੰਦਾ ਕੀ ਪਤਾ ਹੈ ਮੌਤ ਦਾ, ਕੋ ਜਾਣੈ ਲੱਗ ਹੀ ਮਰ ਜਾਵਾਂ। ਕੀ ਪਤਾ ਮੈਂ ਛੋਟਾ ਹੀ ਇਸੇ ਉਮਰ 'ਚ ਹੀ ਮਰ ਜਾਵਾਂ। ਤਾਤੇ ਸ੍ਰੀ ਪ੍ਰਭ ਕੇ ਗੁਣ ਗਾਵਾਂ। ਇਸ ਕਰਕੇ ਮਾਤਾ ਮੈਨੂੰ ਚਾਹੀਦਾ ਹੈ ਕਿ ਮੈਂ ਜਾ ਕੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਵਾਂ, ਉਸ ਪਰਮੇਸ਼ਰ ਦੇ ਨਾਮ ਨੂੰ ਜਪਾਂ, ਕਿਉਂਕਿ ਮੌਤ ਤਾਂ ਕਿਸ ਵੇਲੇ ਵੀ ਆ ਸਕਦੀ ਹੈ। ਮੌਤ ਨੇ ਤਾਂ ਮੇਰੀ ਉਮਰ ਪੁੱਛ ਕੇ ਨਹੀਂ ਨਾ ਆਉਣਾ। ਤੇ ਕਹਿੰਦੇ ਜੇ ਮੌਤ ਹੁਣ ਆ ਗਈ ਤਾਂ ਮੈਂ ਕੀ ਕਰਾਂਗਾ, ਮੇਰਾ ਆਪਣਾ ਜੀਵਨ ਗਵਾ ਲਿਆ। ਇਸ ਕਰਕੇ ਮੈਨੂੰ ਚਾਹੀਦਾ ਹੈ ਮੈਂ ਇਹੀ ਉਮਰ 'ਚ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰਾਂ। ਜਾਨ ਕਾਲ ਕੋ ਡਰ ਸਿਰ ਭਾਰੀ। ਕਹਿਣਗੇ ਜਾਨ ਕਾਲ ਕੋ, ਮੈਂ ਜਦੋਂ ਮੌਤ ਦਾ ਸੁਭਾਅ ਜਿਹੜਾ ਹੈ ਪਰਖਿਆ, ਉਹਦੇ ਸੁਭਾਅ ਨੂੰ ਮੈਂ ਸਮਝਿਆ ਵੀ ਮੌਤ ਕਿਸ ਤਰ੍ਹਾਂ ਹੁੰਦੀ ਹੈ, ਤਾਂ ਕਹਿੰਦੇ ਮੇਰੇ ਮਨ ਦੇ ਵਿੱਚ ਜਿਹੜਾ ਹੈ ਇੰਨਾ ਡਰ ਪਿਆ ਕਿ ਮੈਨੂੰ ਮੰਡਰਾਉਂਦੀ ਹੋਈ ਮੌਤ ਮੇਰੇ ਸਿਰ ਦੇ ਉੱਤੇ ਮੈਨੂੰ ਫੀਲ ਹੋਣ ਲੱਗ ਗਈ ਵੀ ਮੌਤ ਤਾਂ ਬਹੁਤੀ ਦੂਰ ਨਹੀਂ, ਮੇਰੇ ਕੋਲ ਹੀ ਹੈ। ਭਰਿਓ ਰਹੋ ਮੈਂ ਸ਼ਰਨ ਤੁਮਾਰੀ। ਇਸ ਕਰਕੇ ਮੈਂ ਹਮੇਸ਼ਾ ਤੁਹਾਡੀ ਸ਼ਰਨ ਵਿੱਚ ਹੀ ਰਹਿਣਾ ਹੈ ਸਤਿਗੁਰੂ ਜੀ। ਮੈਂ ਤੁਹਾਡੀ ਸੈਂਚਰੀ ਨੂੰ ਪਕੜਿਆ ਹੋਇਆ ਹੈ, ਮੈਂ ਤੁਹਾਡੀ ਸ਼ਰਨ ਵਿੱਚ ਹੀ ਰਹਿਣ ਵਾਲਾ ਹਾਂ। ਤਜ ਕੈ ਨੀਂਦ ਸੁਨੋ ਪ੍ਰਭ ਗਾਥਾ। ਮਹਾਰਾਜ ਇਸ ਕਰਕੇ ਮੈਂ ਆਪਣੀ ਨੀਂਦ ਛੱਡ ਕਰਕੇ ਇੱਥੇ ਜਿਹੜਾ ਹਨ ਤੁਹਾਡੇ ਚਰਨਾਂ ਤੇ ਆ ਕੇ ਪਹੁੰਚਦਾ ਹਾਂ। ਇਹ ਮੇਰੀ ਕਹਾਣੀ ਹੈ ਸਤਿਗੁਰੂ ਜੀ। ਅਸ ਕਹਿ ਪੁਨ ਬੰਦੇ ਜਗਨਾਥਾ। ਤਾਰੂ ਪੋਪਟ ਨੇ ਇਹ ਜਿਹੜੇ ਹਨ ਬੇਨਤੀ ਵਾਲੇ ਸ਼ਬਦ ਸਤਿਗੁਰਾਂ ਨੂੰ ਕਹਿ ਕਰਕੇ ਚਰਨਾਂ ਤੇ ਆਪਣਾ ਮੱਥਾ ਟਿਕਾ ਦਿੱਤਾ। ਮੱਥਾ ਟੇਕਾ ਬੜਾ ਪਿਆਰ ਨਾਲ। ਕਿਛਨ ਸੰਗਤ ਸੁਨ ਸਿਸਬਾਨੀ। ਤੇ ਇਹ ਬਾਲਕ ਦੇ ਬਚਨਾਂ ਨੂੰ ਸੁਣ ਕਰਕੇ ਸਾਰੀ ਸੰਗਤ ਹੈਰਾਨ ਹੋ ਗਈ। ਹੁੰਦੀ ਇਹ ਬਚਨ ਉਹਨਾਂ ਨੇ ਸਾਰੇ ਹੀ ਸੁਣੇ ਧਿਆਨ ਦੇ ਨਾਲ,
ਤੇ ਮਨ ਵਿੱਚ ਉਹਨਾਂ ਦੇ ਵੀ ਵਿਚਾਰ ਆਉਣੀ ਹੋਈ। ਸਰਬ ਰਹੀ ਹਿਰਦੇ ਬਿਸਮਾਨੀ। ਜਦੋਂ ਉਹਨਾਂ ਨੇ ਇਹ ਗੱਲ ਦਾ ਵਿਚਾਰ ਕੀਤਾ, ਕਹਿੰਦੇ ਲੈ ਇਹ ਬਾਲਕ ਨੇ ਦੇਖੋ ਕਿਵੇਂ ਗੱਲ ਨੂੰ ਸਮਝ ਲਿਆ, ਤੇ ਅਸੀਂ ਤਾਂ ਬੁੱਢੇ ਹੋ ਗਏ, ਚੁੱਲ੍ਹੇ ਸਾੜਦੇ ਕਹਿੰਦੇ ਪਤੀਲੇ ਵੀ ਸੜ ਗਏ ਸਾਡੇ, ਪਰ ਇਹ ਗੱਲ ਨਾ ਸਾਡੇ ਸਮਝ ਪਈ ਵੀ ਦੇਖੋ ਅਸੀਂ ਰੋਜ਼ ਲੱਕੜਾਂ ਸਾੜਦੇ ਹਾਂ, ਛੋਟੀਆਂ ਲੱਕੜਾਂ ਤੋਂ ਵੱਡੀਆਂ ਲੱਕੜਾਂ ਸੜਦੀਆਂ ਨੇ, ਹਰ ਰੋਜ਼ ਦੇਖੀਦਾ ਹੈ, ਪਰ ਕਹਿੰਦੇ ਇਹ ਗੱਲ ਦਾ ਤਾਂ ਕਿਤੇ ਵਿਚਾਰ ਆਇਆ ਹੀ ਨਹੀਂ ਮਨ ਦੇ ਵਿੱਚ, ਅਸੀਂ ਹਰ ਰੋਜ਼ ਇਹ ਕੰਮ ਕਰਦੇ ਹਾਂ। ਅਲਪ ਬੈਸ ਸਤ ਸੰਗ ਮਝਾਰੀ। ਦੇਖੋ ਅਲਪ ਬੈਸ ਛੋਟੀ ਉਮਰ 'ਚ ਹੀ ਸਤ ਸੰਗਤ ਕਰਨੀ ਸ਼ੁਰੂ ਕਰਤੀ ਇਹ ਭਾਈ ਤਾਰੂ ਪੋਪਟ ਨੇ। ਨਿਰਮਲ ਕੀਨੀ ਸੁਮਤ ਵਿਚਾਰੀ। ਦੇਖੋ ਨਿਰਮਲ ਇਹਨਾਂ ਦਾ ਜਿਹੜਾ ਹਿਰਦਾ, ਇਹਨਾਂ ਦਾ ਮਨ ਨਿਰਮਲ ਹੈ, ਇਸ ਕਰਕੇ ਸੁਮਤ ਇਹ ਸ੍ਰਿਸ਼ਟਮਤੀ ਜਿਹੜੀ ਇਹਨਾਂ ਵਿੱਚ ਆ ਗਈ ਹੈ ਗੁਰੂ ਦੀ ਕਿਰਪਾ ਸਦਕਾ। ਦੇਖ ਜਗਤ ਧੰਦੇ ਲਪਟਾਇਓ। ਦੇਖੋ ਇਹ ਜਗਤ ਨੂੰ ਦੇਖ ਕੇ ਹਰ ਕੋਈ ਆਪਣੇ ਧੰਦਿਆਂ ਵਿੱਚ, ਆਪਣੇ ਕੰਮਾਂ ਕਾਰਾਂ 'ਚ ਫਸਿਆ ਹੋਇਆ ਹੈ। ਮਾਇਆ ਮੋਹ ਸਰਬ ਬਿਰਮਾਇਓ। ਇਹ ਮਾਇਆ ਦਾ ਮੋਹ ਨੇ ਸਾਰਿਆਂ ਨੂੰ ਭੁਲਾ ਦਿੱਤਾ ਹੈ, ਮੌਤ ਭੁਲਾ ਦਿੱਤੀ ਹੈ ਮਾਇਆ ਨੇ। ਦੇਨੇ ਹੇਤ ਭਲੋ ਉਪਦੇਸਾ। ਇਸ ਕਰਕੇ ਦੇਨੇ ਹੇਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਵੀ ਹੁਣ ਚੰਗਾ ਮੌਕਾ ਹੈ ਕਿ ਸੰਗਤ ਨੂੰ ਵੀ ਇਹੀ ਉਪਦੇਸ਼ ਦਿੱਤਾ ਜਾਵੇ। ਭੰਨਿਓ ਸ਼ਬਦ ਤਬ ਸ੍ਰੀ ਜਗਤੇਸਾ। ਜਗਤ ਦੇ ਸਵਾਮੀ, ਜਗਤ ਦੇ ਇਹ ਜਗਤ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਉਸ ਵੇਲੇ, ਜੋ ਕਿ 955 ਅੰਗ 955 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ। ਸ੍ਰੀ ਮੁਖਵਾਕ ਮਹੱਲਾ ਪਹਿਲਾ। ਨਾਨਕ ਇਹੋ ਜੀਓ ਮਛਲੀ ਝੀਵਰ ਤ੍ਰਿਸ਼ਨਾ ਕਾਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕਹਿੰਦੇ ਇਹ ਜੀਵ ਮੱਛੀ ਹੈ। ਜਿਵੇਂ ਇੱਕ ਮੱਛੀ ਕੋਈ ਤਲਾਅ ਦੇ ਵਿੱਚ ਹੁੰਦੀ ਹੈ ਤੇ ਉਹ ਮੱਛੀ ਨੂੰ ਪਕੜਨ ਵਾਲਾ ਜਿਹੜਾ ਝੀਵਰ ਹੈ, ਫਿਸ਼ਰਮੈਨ ਹੈ, ਕਹਿੰਦੇ ਉਹ ਕੀ ਕਰਦਾ ਹੈ, ਉਹ ਆਪਣਾ ਇੱਕ ਜਾਲ ਪਾ ਦਿੰਦਾ ਹੈ। ਕਹਿੰਦੇ ਇਹ ਮੌਤ ਰੂਪੀ ਜਾਲ, ਜਿਹੜਾ ਇਹ ਜਾਲ ਪੈਂਦਾ ਹੈ, ਤੇ ਇਹ ਜਾਲ ਕੀ ਹੈ? ਤ੍ਰਿਸ਼ਨਾ। ਜਿਹੜੇ ਲੋਕਾਂ ਨੂੰ ਤ੍ਰਿਸ਼ਨਾ ਲੱਗੀ ਹੋਈ ਹੈ ਨਾ, ਕਹਿੰਦੇ ਇਹ ਜਿਹੜਾ ਹਨ ਮੌਤ ਦਾ ਜਿਹੜਾ ਦੇਵਤਾ ਹੈ ਨਾ, ਜਿਹਨੂੰ ਆਪਾਂ ਕਾਲ ਕਹਿੰਦੇ ਹਾਂ, ਇਹ ਕਾਲ ਜਿਹੜਾ ਹੈ ਇਹਨੇ ਆਪਣਾ ਤ੍ਰਿਸ਼ਨਾ ਰੂਪੀ ਜਾਲ ਇਸ ਤਲਾਅ ਤੇ ਪਾ ਦਿੱਤਾ, ਜਿਹਦੇ ਵਿੱਚ ਮੱਛੀ ਫਸ ਕਰਕੇ ਤੇ ਮਰ ਜਾਂਦੀ ਹੈ, ਉਹ ਪਕੜੀ ਜਾਂਦੀ ਹੈ ਤੇ ਮਰ ਜਾਂਦੀ ਹੈ। ਇਹ ਜਾਲ ਤ੍ਰਿਸ਼ਨਾ ਦਾ ਹੈ। ਇਹ ਜਿਹੜਾ ਤ੍ਰਿਸ਼ਨਾ ਦਾ ਜਾਲ ਜਿਹੜਾ ਬਹੁਤ ਭੈੜਾ ਹੈ, ਹਰ ਇੱਕ ਨੂੰ ਭੁੱਖ ਹੁੰਦੀ ਹੈ, ਉਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਸੋ ਇਹ ਜਿਹੜੀ ਤ੍ਰਿਸ਼ਨਾ ਕਰਕੇ ਹੀ ਆਪਾਂ ਮੌਤ ਦੇ ਜਿਹੜੇ ਹਨ ਜਾਲ ਨੈਟ ਵਿੱਚ ਫਸਦੇ ਹਾਂ। ਮਨੁਆ ਅੰਧ ਨਾ ਚੇਤਈ। ਦੇਖੋ ਇਹ ਮਨੁੱਖ ਜਿਹੜਾ ਅੰਨਾ ਹੋਇਆ ਜਿਹੜਾ ਹਨ ਮਾਇਆ ਦੇ ਮੋਹ ਦੇ ਵਿੱਚ, ਇਹਨੂੰ ਜਿਹੜਾ ਹੈ ਪਰਮਾਤਮਾ ਦਾ ਚੇਤਾ ਹੀ ਨਹੀਂ ਕੋਈ ਰਹਿ ਗਿਆ ਹੁਣ। ਬੜਾ ਅਚਿੰਤਾ ਜਾਲ। ਇਸ ਕਰਕੇ ਇਹਦੇ ਉੱਤੇ ਜਿਹੜਾ ਹਨ ਇਹਨੇ ਕਿਤੇ ਸੋਚਿਆ ਵੀ ਨਹੀਂ ਵੀ ਅਚਾਨਕ ਮੇਰੇ ਤੇ ਜਾਲ ਪੈ ਜਾਏਗਾ, ਨੈਟ ਪੈ ਜਾਣਾ। ਹੁਣ ਮੱਛੀ ਨੂੰ ਵਿਚਾਰੀ ਨੂੰ ਕੀ ਪਤਾ ਸੀਗਾ, ਉਹ ਤੁਰਦੀ ਫਿਰਦੀ ਇੰਜੋਏ ਕਰ ਰਹੀ ਪਾਣੀ ਦਾ, ਸਡਨਲੀ ਉਹ ਜਾਲ ਪੈ ਗਿਆ। ਕਹਿੰਦੇ ਇਹ ਇਨਸਾਨ ਤੇ ਵੀ ਮੌਤ ਦਾ ਜਾਲ ਇਸੇ ਤਰ੍ਹਾਂ ਇੱਕ ਦਿਨ ਆ ਪੈਣਾ ਹੈ, ਜਦੋਂ ਸਮਾਂ ਆ ਗਿਆ ਤੇ ਇਹ ਰੈਡੀ ਵੀ ਨਹੀਂ ਹੈਗਾ, ਇਹਨੇ ਤਿਆਰੀ ਵੀ ਕੋਈ ਨਾ ਕੀਤੀ, ਇਹਨੇ ਮੌਤ ਬਾਰੇ ਸੋਚਿਆ ਵੀ ਨਹੀਂ ਕਿਤੇ, ਅਚਾਨਕ ਹੀ ਜਾਲ ਜਦੋਂ ਪੈ ਗਿਆ, ਉਹ ਸਮਾਂ ਫਿਰ ਕੀ ਹੋਵੇਗਾ, ਉਦੋਂ ਮੌਤ ਨੇੜੇ ਆ ਜਾਂਦੀ ਹੈ ਤੇ ਬੰਦਾ ਫਿਰ ਹੱਥ ਪੈਰ ਮਾਰਦਾ ਰਹਿ ਜਾਂਦਾ ਹੈ, ਕੁਝ ਨਹੀਂ ਹੁੰਦਾ ਉਹਦੇ ਤੋਂ। ਨਾਨਕ ਚਿੱਤ ਅਚੇਤ ਹੈ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ, ਚਿੱਤ ਅਚੇਤ ਹੈ। ਕਹਿਣਗੇ ਜਿਹੜਾ ਚਿੱਤ ਦੇ ਵਿੱਚ ਪਰਮਾਤਮਾ ਵਸਣ ਵਾਲਾ ਹੈ, ਤੇਰੇ ਅੰਦਰ ਆਤਮਾ ਕਰਕੇ ਉਹ ਵਸਣ ਵਾਲਾ ਹੈ, ਤੂੰ ਉਹਦੇ ਵੱਲੋਂ ਅਚੇਤ ਕਿਉਂ ਹੈ? ਤੂੰ ਕਿਉਂ ਉਹਨੂੰ ਭੁਲਾਇਆ ਹੋਇਆ ਹੈ? ਚਿੰਤਾ ਬੱਧਾ ਜਾਏ। ਤੇ ਤੂੰ ਸੰਸਾਰ ਦੇ ਕੰਮਾਂ ਦੀਆਂ ਚਿੰਤਾ ਫਿਕਰ ਕਰਕੇ ਤੂੰ ਆਪਣੇ ਆਪ ਨੂੰ ਬੰਨ ਲਿਆ, ਜਿਹਦੇ ਕਰਕੇ ਤੂੰ ਅਚੇਤ ਹੋ ਗਿਆ। ਉਸਨੂੰ ਚਿੱਤ ਜੋ ਤੇਰੇ ਅੰਦਰ ਜਿਹੜਾ ਸਤ ਚਿੱਤ ਅਨੰਤ ਸਰੂਪ ਪਰਮਾਤਮਾ, ਉਹਨੂੰ ਤੂੰ ਭੁਲਾ ਦਿੱਤਾ। ਨਦਰ ਕਰੇ ਜੇ ਆਪਣੀ। ਸਤਿਗੁਰੂ ਜੀ ਅਰਦਾਸ ਕਰਦੇ ਹਨ, ਹੇ ਪਰਮੇਸ਼ਰ ਜਿਹਦੇ ਉੱਤੇ ਤੂੰ ਆਪਣੀ ਨਦਰ ਆਪਣੀ ਕਿਰਪਾ ਕਰਦਾ ਹਾਂ, ਤਾਂ ਆਪੇ ਲਏ ਮਿਲਾਏ। ਤਾਂ ਤੂੰ ਆਪੇ ਉਹਨਾਂ ਨੂੰ ਮਿਲਾ ਦਿੰਦਾ ਹਾਂ ਜਿਨ੍ਹਾਂ ਨੂੰ ਤੈਨੂੰ ਮਿਲਣਾ ਚਾਹੁੰਦਾ ਹਾਂ। ਹੇ ਪਰਮੇਸ਼ਰ ਭੁੱਲੇ ਹੋਏ ਤਾਂ ਸਾਰੇ ਹੀ ਹਨ, ਪਰ ਪਾਤਸ਼ਾਹ ਜਿਹਦੇ ਉੱਤੇ ਤੂੰ ਨਦਰ ਕਰ ਦਿੰਦਾ ਹੈ ਨਾ, ਉਹਨਾਂ ਦੇ ਉੱਤੇ ਹੀ ਤੂੰ ਉਹਨਾਂ ਨੂੰ ਗੁਰੂ ਮਿਲਾਉਂਦਾ ਹੈ, ਉਹਨਾਂ ਤੋਂ ਆਪਣਾ ਨਾਮ ਜਪਾਉਂਦਾ ਹਾਂ ਤੇ ਉਹਨਾਂ ਨੂੰ ਆਪਣੇ ਵਿੱਚ ਮੇਲ ਲੈਂਦਾ ਹਾਂ। ਮੁਕਤੀ ਜਿਹੜੀ ਹੈ, ਜਿਹੜੀਆਂ ਹਨ ਸਰੂਪ ਮੁਕਤੀ ਜਾਂ ਸਯੁਜ ਮੁਕਤੀ, ਤੂੰ ਆਪੇ ਬਖਸ਼ ਦਿੰਦਾ ਹਾਂ। ਦੋਹਰਾ ਸੁਨ ਸਭ ਨਰ ਗੁਰ ਕੇ ਬਚਨ, ਭਏ ਭਜਨ ਰਤ ਸੋਏ। ਇਹ ਸੁਣ ਕਰਕੇ ਜਦੋਂ ਸਤਿਗੁਰਾਂ ਦਾ ਇਹ ਸ਼ਬਦ ਸੰਗਤ ਨੇ ਸੁਣਿਆ
ਤਾਂ ਉਸ ਵੇਲੇ ਕਹਿੰਦੇ ਭਜਨ ਰਤ ਜਿਹੜਾ ਹਾਂ ਰਤ ਸੋਏ, ਕਹਿੰਦੇ ਉਹਨਾਂ ਨੂੰ ਭਜਨ ਦੀ ਰਤ ਲੱਗ ਗਈ, ਉਹਨਾਂ ਨੂੰ ਪ੍ਰੀਤ ਲੱਗ ਗਈ ਵੀ ਅਸੀਂ ਵੀ ਨਾਮ ਜਪੀਏ, ਨਾਮ ਜਪਣ 'ਚ ਕਿੰਨਾ ਫਾਇਦਾ। ਇਹਨੂੰ ਕਹਿੰਦੇ ਮੋਟੀਵੇਸ਼ਨ। ਦੇਖੋ ਨਾ, ਲੋਕ ਹਰ ਰੋਜ਼ ਭੁੱਲਦੇ ਹਨ, ਇਸ ਕਰਕੇ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਹਰ ਰੋਜ਼ ਆਪਣੇ ਮਨ ਨੂੰ ਸਮਝਾਉਣਾ। ਇਸ ਕਰਕੇ ਤਾਂ ਸਤਿਗੁਰਾਂ ਨੇ ਆਪਾਂ ਨੂੰ ਨਿਤਨੇਮ ਦਿੱਤਾ ਹੈ ਨਾ, ਵੀ ਅੰਮ੍ਰਿਤ ਵੇਲੇ ਵੀ ਕਰੋ, ਸ਼ਾਮ ਨੂੰ ਕਰੋ, ਸੌਣ ਤੋਂ ਪਹਿਲਾਂ ਵੀ ਕਰੋ ਨਿਤਨੇਮ, ਤਾਂ ਕਰਕੇ ਉਹ ਚੀਜ਼ ਜਿਹੜੀ ਹੈ ਅੰਦਰ ਤਾਜ਼ਾ ਰਹੇ। ਤੂੰ ਚੇਤੇ ਰੱਖ, ਕਿਉਂਕਿ ਇਹੀ ਜਿਹੜਾ ਹੈ ਉਪਦੇਸ਼ ਤੈਨੂੰ ਹਰ ਰੋਜ਼ ਆਪਣੇ ਸਮੇਂ ਸਿਰ ਤੈਨੂੰ ਇਹ ਚੇਤਾ ਕਰਾਉਣ ਵਾਸਤੇ ਹੀ ਸਤਿਗੁਰਾਂ ਨੇ ਤੈਨੂੰ ਇਹ ਜੀਵਨ ਦਿੱਤਾ ਹੈ। ਇਹ ਜੀਵਨ ਦੇ ਵਿੱਚ ਨਾਮ ਜਪਣਾ ਜ਼ਰੂਰੀ ਹੈ, ਤੇ ਇਹ ਤਾਂ ਹੀ ਆਪਾਂ ਨੂੰ ਯਾਦ ਰਹੇਗਾ ਜੇ ਆਪਾਂ ਗੁਰੂ ਦੀ ਗੱਲ ਮੰਨਾਂਗੇ। ਜੇ ਆਪਾਂ ਗੁਰੂ ਦੇ ਕਹੇ ਤੋਂ ਆਪਾਂ ਨਿਤਨੇਮ ਕਰਾਂਗੇ, ਸਵੇਰੇ 5 ਬਾਣੀਆਂ ਕਰਾਂਗੇ, ਸ਼ਾਮ ਨੂੰ ਰਹਿ ਰਾਸ ਕਰਾਂਗੇ, ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਕਰਾਂਗੇ, ਤੇ ਬਾਕੀ ਦਾ ਸਮਾਂ ਆਪਾਂ ਆਪਣਾ ਚਿੱਤ ਪਰਮੇਸ਼ਰ ਦੇ ਨਾਮ ਵਿੱਚ ਰੱਖਾਂਗੇ, ਤਾਂ ਹੀ ਤਾਂ ਚੇਤੇ ਰਹੇਗਾ ਨਾ। ਨਹੀਂ ਤਾਂ ਹਰ ਕੋਈ ਭੁੱਲ ਜਾਂਦਾ ਹੈ। ਜਿਹੜਾ ਹਨ ਇਨਸਾਨ ਭੁੱਲਣਹਾਰ ਹੈ, ਉਹ ਭੁੱਲਦਾ ਹੀ ਰਹਿੰਦਾ ਹੈ। ਆਤਮ ਗਿਆਨ ਵਿਚਾਰ ਹੀ ਜਿਸ ਤੇ ਸਭ ਸੁਖ ਹੋਏ। ਇਸ ਕਰਕੇ ਆਤਮ ਗਿਆਨ ਦਾ ਵਿਚਾਰਨਾ ਕਰਨਾ ਚਾਹੀਦਾ ਹੈ ਵੀ ਆਤਮ ਵੀ ਮੈਂ ਕੌਣ ਹਾਂ, ਪਰਮੇਸ਼ਰ ਕੌਣ ਹੈ, ਪਰਮੇਸ਼ਰ ਕਿੱਥੇ ਹੈ, ਪਰਮਾਤਮਾ ਕਿਵੇਂ ਹੈ, ਇਹ ਸੰਸਾਰ ਦਾ ਸੱਚ ਕੀ ਹੈ ਜਿਸ ਤੇ ਸਭ ਸੁਖ ਹੋਏ, ਜਿਹਦੇ ਕਰਕੇ ਸਾਰੇ ਸੁਖ ਪ੍ਰਾਪਤ ਹੋਣਗੇ। ਚੌਪਈ ਕਿਰਪਾ ਦ੍ਰਿਸ਼ਟ ਕਰ ਇਉ ਜਗ ਸਾਈ। ਕਿਰਪਾ ਦੇ ਦ੍ਰਿਸ਼ਟੀ ਪਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਜਗਤ ਦੇ ਸਾਈਂ ਇਉਂ ਕਰਕੇ ਸਾਰਿਆਂ ਦਾ ਕਲਿਆਣ ਕਰ ਰਹੇ ਹਨ। ਮਨੁਜ ਅਨੇਕਨ ਭਗਤ ਦ੍ਰਿੜਾਈ। ਤੇ ਅਨੇਕਾਂ ਹੀ ਮਨੁੱਖਾਂ ਨੂੰ ਮਹਾਰਾਜ ਨੇ ਭਗਤੀ ਦ੍ਰਿੜ ਕਰਾ ਦਿੱਤੀ, ਪੱਕੀ ਕਰਾ ਦਿੱਤੀ। ਇੱਕ ਦਿਨ ਬੈਠੇ ਜਲਦ ਵਿਵੇਕੂ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਗਿਆਨ ਦੇ ਸਮੁੰਦਰ ਹਨ, ਸਤਿਗੁਰੂ ਜੀ ਸਹਿਜ ਸੁਭਾਅ ਵਿੱਚ ਬੈਠੇ ਸਨ। ਮੂਲਾ ਕੀੜ ਨਾਮ ਨਰ ਏਕੋ। ਇੱਕ ਸਿੱਖ ਆਇਆ ਜਿਹਦਾ ਨਾਂ ਸੀ ਮੂਲਾ ਕੀੜ। ਸੋ ਮੂਲਾ ਕੀੜ ਇਹ ਸਿੱਖ ਚੱਲ ਕੇ ਆਇਆ। ਔਰ ਸਮੀਪ ਚੱਲ ਕੇ ਸੋ ਆਇਓ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ ਉੱਥੇ ਆ ਚੱਲ ਕੇ ਆ ਗਿਆ ਜੀ। ਸਾਤ ਭਈ ਮਨ ਦਰਸ਼ਨ ਪਾਇਓ। ਮਹਾਰਾਜ ਦੇ ਦਰਸ਼ਨ ਕਰਨ ਨਾਲ ਹੀ ਉਹਨੇ ਮਨ 'ਚ ਸ਼ਾਂਤੀ ਆ ਗਈ। ਮਨ ਜਿਹੜਾ ਹੈ ਬਿਲਕੁਲ ਸ਼ਾਂਤ ਹੋ ਗਿਆ। ਔਰ ਵਿਕਾਰ ਸਭ ਨਾਸੇ ਐਸੇ। ਹਿਰਦੇ ਵਿੱਚੋਂ ਜਿੰਨੇ ਵਿਕਾਰ ਸੀਗੇ, ਜਿੰਨੇ ਵਿਕਾਰਾਂ ਦੇ ਖਿਆਲ ਸੀ, ਉਹ ਸਾਰੇ ਦੂਰ ਹੋ ਗਏ ਇੱਕਦਮ। ਆਵਸ ਹੋਤ ਜਵਾਸੋ ਜੈਸੇ। ਕਹਿੰਦੇ ਜਿਵੇਂ ਬਰਸਾਤ ਹੁੰਦੀ ਹੈ ਤੇ ਇੱਕ ਜਵਾਹਾਂ ਹੁੰਦੀਆਂ ਹਨ ਜਿਹਨੂੰ ਕੈਮਲ ਥੌਨ ਕਹਿੰਦੇ ਹਨ। ਸੋ ਉਹ ਕੈਮਲ ਥੌਨ ਜਿਹੜਾ ਹੈ ਉਸੇ ਵੇਲੇ ਉਹਨੂੰ ਮੀਂਹ ਚੰਗਾ ਨਹੀਂ ਲੱਗਦਾ, ਉਹ ਸੜ ਜਾਂਦਾ ਹੈ। ਮੀਂਹ ਪੈਣ ਕਰਕੇ ਜਿੱਥੇ ਸਾਰੀ ਸ੍ਰਿਸ਼ਟੀ ਦੇ ਜਿਹੜੇ ਹਨ, ਜਿੰਨੇ ਵੀ ਜਿਹੜੇ ਜੀਵ ਜੰਤ ਹਨ, ਉਹ ਸਾਰੇ ਖੁਸ਼ ਹੁੰਦੇ ਨੇ, ਪਰ ਇਹ ਜਵਾਹਾਂ ਸੜ ਜਾਂਦਾ ਹੈ। ਇਹਨੂੰ ਨਹੀਂ ਚੰਗਾ ਲੱਗਦਾ ਮੀਂਹ ਇਹਨੂੰ ਗਾਲ ਦਿੰਦਾ ਹੈ। ਕਹਿੰਦੇ ਭਾਵਸ ਹੋਤ, ਕਹਿੰਦੇ ਕਿ ਜਿਵੇਂ ਮੀਂਹ ਪੈਣ ਕਰਕੇ ਜਵਾਹਾਂ ਜਿਹੜੀਆਂ ਸੁੱਕ ਜਾਂਦੀਆਂ ਨੇ, ਇਸੇ ਪ੍ਰਕਾਰ ਗੁਰੂ ਦੇ ਦਰਸ਼ਨ ਕਰਕੇ ਅੰਦਰੋਂ ਭੈੜੇ ਖਿਆਲ, ਵਿਸ਼ੇ ਵਿਕਾਰ ਉਹ ਸੁੱਕ ਜਾਂਦੇ ਹਨ। ਬੰਦ ਹੱਥ ਬੋਲਿਓ ਇਹ ਅਰਥਾ। ਹੱਥ ਬੰਨ ਕਰਕੇ ਜਿਹੜਾ ਹਨ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਤੇ ਮਹਾਰਾਜ ਨੂੰ ਪੁੱਛਦਾ ਹੈ, ਪਾਤਸ਼ਾਹ ਜੀ ਇਹ ਜਿਹੜਾ ਮੈਂ ਸੁਣਿਆ ਹੈ, ਇਹ ਜਿਹੜਾ ਹੈ 2 ਲਾਈਨਾਂ ਮੈਂ ਕਿਤੋਂ ਸੁਣੀਆਂ ਹਨ, ਇਹਨਾਂ ਦੇ ਅਰਥ ਮੈਨੂੰ ਸਮਝਾਓ। ਮੋਹੇ ਬਤਾਵੋ ਪ੍ਰਭੂ ਸਮਰੱਥਾ। ਮਹਾਰਾਜ ਹੈ ਪਾਤਸ਼ਾਹ ਜੀ ਤੁਸੀਂ ਸਮਰੱਥ ਹੋ, ਇਹਦੇ ਜਿਹੜੇ ਹਨ ਮਾਇਨਾ ਜਿਹੜਾ ਹੈ, ਇਹਦਾ ਜਿਹੜਾ ਮੀਨਿੰਗ ਹੈ, ਇਹ ਮੈਨੂੰ ਚੰਗੀ ਤਰ੍ਹਾਂ ਸਮਝਾ ਦਿਓ। ਉਹ ਸ਼ਬਦ ਜਾਂ ਉਹ ਜਿਹੜੀਆਂ 2 ਲਾਈਨਾਂ ਇਹਨੇ ਸੁਣੀਆਂ ਸਨ, ਉਹ ਕਿਹੜੀਆਂ ਸਨ? ਚੰਚਲ ਚੀਤ ਨਾ ਜਾਏ ਤਮਾਸੇ। ਕਹਿੰਦੇ ਚੰਚਲ ਚੀਤ, ਉਹ ਇਹ ਲਾਈਨ ਹੈ। ਕਹਿੰਦੇ ਚੰਚਲ ਚੀਤ ਨਾ ਜਾਏ ਤਮਾਸੇ। ਕਹਿੰਦੇ ਚੰਚਲ ਚੀਤ, ਜਿਹੜਾ ਚੰਚਲ ਹੈ ਚਿੱਤ, ਕਹਿੰਦੇ ਨਾ ਜਾਏ ਤਮਾਸੇ, ਤੂੰ ਜਿਹੜਾ ਤਮਾਸ਼ਿਆਂ ਵਿੱਚ ਨਾ ਜਾ। ਚੰਚਲ ਜਿਹੜਾ ਚਿੱਤ ਨੂੰ, ਆਪਣਾ ਚਿੱਤ ਹੁੰਦਾ ਹੈ, ਚਿੱਤ ਨੂੰ ਜੇ ਆਪਾਂ ਲਈਏ ਇਹਦਾ ਅਰਥ ਇੱਕ ਸਟੇਟ ਦੇ ਵਿੱਚ, ਇੱਕ ਜਿਹੜਾ ਹਨ ਇੱਕ ਕਿਰਿਆ ਕਰਮ ਦੇ ਵਿੱਚ, ਇਹ ਸਟੇਟ ਦਾ ਅਰਥ ਜਿਹੜਾ ਇਹ ਚਿੱਤ ਦਾ ਅਰਥ ਬਣਦਾ ਹੈ ਜਿਹੜਾ ਹਨ ਕਨਸੈਂਟਰੇਸ਼ਨ। ਇਹਨੂੰ ਕਨਸੈਂਟਰੇਸ਼ਨ ਕਵਾਂਗੇ। ਸੋ ਕਹਿੰਦੇ ਚੰਚਲ ਚੀਤ, ਕਹਿੰਦੇ ਕਨਸੈਂਟਰੇਸ਼ਨ ਨੂੰ ਤੂੰ ਚੰਚਲ ਨਾ ਕਰ, ਤੂੰ ਇਹਨੂੰ ਇੱਧਰ ਉੱਧਰ ਨਾ ਭਜਾ। ਕਹਿੰਦੇ ਨਾ ਜਾਏ ਤਮਾਸ਼ੇ, ਇਹ ਦੁਨੀਆ ਦੇ ਤਮਾਸ਼ਿਆਂ ਵਿੱਚ ਜਾ ਕੇ ਤੂੰ ਜਿਹੜਾ ਹੈ ਅਨਸਟੇਬਲ ਨਾ ਹੋ। ਤੇਰਾ ਫੋਕਸ ਬਣਿਆ ਰਹਿਣਾ ਚਾਹੀਦਾ ਹੈ ਚਿੱਤ ਦਾ। ਜੂਏ ਜਾਏ ਨਾ ਖੇਲੇ ਪਾਸੇ। ਇਸ ਕਰਕੇ ਜੂਏ ਜਾਏ, ਕਿਤੇ ਵੀ ਬੰਦੇ ਨੂੰ ਗੈਂਬਲਿੰਗ ਨਹੀਂ ਕਰਨੀ ਚਾਹੀਦੀ। ਜੂਇਆਂ ਵਿੱਚ ਜਾ ਕੇ ਜਿਹੜੇ ਹਨ ਪਾਸੇ, ਜਿਵੇਂ ਉਹ ਜਿਹੜਾ ਹਨ ਆਪਾਂ ਡਾਡੂ ਕਹਿੰਦੇ ਹਾਂ, ਜਾਂ ਉਹਨੂੰ ਕੀ ਕਹੋਗੇ, ਡਾਈਸ ਜਿਹੜੀ ਹੁੰਦੀ ਹੈ, ਕਹਿੰਦੇ ਜਾ ਕੇ ਡਾਈਸ ਸੜਦੇ ਹਨ। ਕਹਿੰਦੇ ਇਹ ਜੂਆ ਹੈ।
ਸੋ ਕਹਿੰਦੇ ਇਸ ਕਰਕੇ ਜੁਇਆਂ ਵਿੱਚ ਜਾ ਕੇ ਗੈਂਬਲਿੰਗ ਵਿੱਚ ਤੂੰ ਆਪਣਾ ਲੱਕ ਨਾ ਜਾ ਕੇ ਉੱਥੇ ਪਰਖਣਾ ਕਰ, ਤੂੰ ਆਪਣਾ ਡਾਈ ਸਿੱਟ ਕੇ ਲੋਕਾਂ ਤੋਂ ਆਪਣਾ ਜਿਹੜਾ ਲੱਕ ਹੀ ਤੂੰ ਪਰਖ ਰਿਹਾ ਹਾਂ। ਕਹਿੰਦੇ ਇਹ ਕੰਮ ਨਹੀਂ ਕਰਨਾ ਚਾਹੀਦਾ। ਇਸ ਕਰਕੇ ਚਿੱਤ ਜਿਹੜਾ ਚੰਚਲ ਹੁੰਦਾ ਹੈ ਇਹ ਗੈਂਬਲਿੰਗ ਹੈ। ਕਈ ਤਾਂ ਲੋਕ ਇਹ ਜੀਵਨ ਨੂੰ ਵੀ ਇੱਕ ਗੈਂਬਲਿੰਗ ਬਣਾ ਲੈਂਦੇ ਨੇ, ਉਹ ਗੈਂਬਲ ਕਰਦੇ ਨੇ, ਮੈਂ ਇਹ ਕਰ ਲਵਾਂ, ਮੈਂ ਉਹ ਕਰ ਲਵਾਂ। ਹਾਂਜੀ, ਉਹ ਗੈਂਬਲ ਕਰਦੇ ਕਰਦੇ ਉਹਨਾਂ ਦੇ ਸਵਾਸ ਮੁੱਕ ਜਾਂਦੇ ਨੇ, ਜੀਵਨ ਮੁੱਕ ਜਾਂਦਾ ਹੈ, ਮਰ ਜਾਂਦੇ ਨੇ, ਫਿਰ ਅਗਲੇ ਜਨਮ ਵਿੱਚ ਆਉਂਦੇ ਹਨ। ਪਾਰ ਬ੍ਰਹਮ ਗੁਣ ਸੁਣ ਕੇ ਗੁਣ ਖਾਨੀ। ਉਸ ਵੇਲੇ ਪਾਰ ਬ੍ਰਹਮ ਸੁਣ ਕੇ, ਉਸ ਵੇਲੇ ਜਦੋਂ ਪਾਰ ਬ੍ਰਹਮ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਗੁਣਾ ਦੀ ਖਾਨ ਸਤਿਗੁਰੂ ਜੀ ਨੇ ਜਦੋਂ ਸੁਣਿਆ, ਕਿਰਪਾ ਦ੍ਰਿਸ਼ਟ ਪਿਖ ਬੋਲੇ ਬਾਣੀ। ਮਹਾਰਾਜ ਨੇ ਕਿਰਪਾ ਦੇ ਦ੍ਰਿਸ਼ਟੀ ਕਰਕੇ ਮੂਲਾ ਕੀੜ ਵੱਲ ਦੇਖਿਆ ਤੇ ਮਹਾਰਾਜ ਨੇ ਬਚਨ ਕੀਤੇ, ਪੂਰਬ ਯੁਗ ਜੋ ਬੀਤ ਗਏ ਹੈ। ਦੇਖ ਕਹਿੰਦੇ ਜੋ ਪੂਰਬ ਵਾਲੇ ਯੁੱਗ ਸਨ, ਜਿਹੜਾ ਕਿ ਸਤਯੁਗ, ਤ੍ਰੇਤਾ ਤੇ ਫਿਰ ਦੁਆਪਰ ਸੀਗਾ, ਜਿਹੜਾ ਉਹ ਜਿਹੜੇ ਬੀਤ ਚੁੱਕੇ ਹਨ। ਤਿੰਨ ਮਹਿ ਭੂਪ ਅਨੇਕ ਭਏ ਹੈ। ਦੇਖੋ ਇਹ ਸਾਰੇ ਤਿੰਨੇ ਯੁੱਗਾਂ ਦੇ ਵਿੱਚ ਬਹੁਤ ਸਾਰੇ ਰਾਜੇ ਹੋਏ ਹਨ, ਵੱਡੇ ਵੱਡੇ ਰਾਜੇ ਹੋਏ ਹਨ, ਪਾਵਰਫੁਲ ਰਾਜੇ ਹੋਏ ਹਨ। ਮਨ ਚੰਚਲ ਵੇਸਵਾ ਜਬ ਪੇਖੀ। ਦੇਖੋ ਮਨ ਉਹਨਾਂ ਦੇ ਚੰਚਲ ਸਨ। ਜਦੋਂ ਉਹਨਾਂ ਦੇ ਭਾਵੇਂ ਉਹਨਾਂ ਨੂੰ ਸਾਰਾ ਹੀ ਗਿਆਨ ਸੀਗਾ, ਉਹ ਵੇਦ ਵੀ ਪੜ੍ਹਦੇ ਸਨ, ਸ਼ਾਸਤਰ ਪੁਰਾਣ ਸਾਰੀ ਵਿਦਿਆ ਸਿਮਰਤੀਆਂ ਦੀ ਉਹਨਾਂ ਨੂੰ ਦਿੱਤੀ ਜਾਂਦੀ ਸੀ, ਪਰ ਫੇਰ ਵੀ ਕਹਿੰਦੇ ਮਨ ਚੰਚਲ ਸੀ ਉਹਨਾਂ ਦਾ। ਜਿਹੜਾ ਨਾ ਮਨ ਚੰਚਲ ਹੁੰਦਾ ਹੈ, ਕਹਿੰਦੇ ਵੇਸ਼ਵਾ ਜਬ ਪੇਖੀ, ਜਦੋਂ ਉਹ ਜਿਹੜੀਆਂ ਹਨ ਵੇਸ਼ਵਾ ਵੱਲ, ਪ੍ਰੋਸਟੀਟਿਊਟ ਵੱਲ ਦੇਖਦੇ ਸਨ, ਕਾਮ ਕੇਲ ਹੋਇਆ ਚਾਹੇ ਬਿਸੇਖੀ। ਉਹਨਾਂ ਦੇ ਅੰਦਰ ਲਸਟ ਜਿਹੜਾ ਹੈ, ਕਾਮ ਦਾ ਕੇਲ ਕਰਨ ਦੀ ਇੱਛਾ ਜਿਹੜੀ ਹੈ, ਲਸਟ ਉਹਨਾਂ ਦੇ ਅੰਦਰ ਜਾਗ ਪੈਂਦਾ ਸੀ ਬਹੁਤ ਜ਼ਿਆਦੇ। ਰੋਕਿਓ ਰੁਕਤ ਨਾ ਕਿਸੂ ਪ੍ਰਕਾਰਾ। ਉਹ ਕਿਸੇ ਦੇ ਰੋਕਿਆਂ ਵੀ ਨਹੀਂ ਰੁਕਦੇ ਸਨ, ਕਿਉਂਕਿ ਰਾਜ ਰਿਸ਼ੀ ਹੋਇਆ ਕਰਦੇ ਸਨ, ਧਰਮ ਦੀ ਸਲਾਹਕਾਰ ਹੋਇਆ ਕਰਦੇ ਸਨ, ਜੋ ਧਰਮ ਦੇ ਵਿੱਚ ਰਾਜੇ ਨੂੰ ਰੱਖਦੇ ਸਨ, ਰਿਮਾਈਂਡਰਸ ਦਿੰਦੇ ਸਨ, ਉਹ ਰੋਕਦੇ ਵੀ ਹੁੰਦੇ ਸਨ ਵੀ ਤੂੰ ਇਹ ਕੰਮ ਨਹੀਂ ਕਰਨਾ, ਪਰ ਫੇਰ ਵੀ ਕਿਹੜੇ ਕੋਈ ਰਾਜਾ ਰੁਕਦਾ ਸੀਗਾ। ਕਹਿੰਦੇ ਕਾਮ ਦਾ ਇਹ ਜਿਹਾ ਉਛਾਲਾ ਪੈਂਦਾ ਸੀ, ਉਹ ਜਿਹੜਾ ਹੈ ਸਭ ਕੁਝ ਗਵਾ ਲੈਂਦੇ ਸਨ। ਮਿਲਤ ਹੈ ਆਪਨ ਜਨਮ ਜਗ ਹਾਰਾ। ਦੇਖੋ ਫਿਰ ਉਸ ਪ੍ਰੋਸਟੀਟਿਊਟ ਜਿਹੜੀ ਹੈ ਉਹ ਵੇਸ਼ਵਾ ਨੂੰ ਮਿਲ ਕੇ ਉਹ ਆਪਣਾ ਜਨਮ ਹਾਰ ਜਾਂਦੇ ਸਨ, ਉਹੀ ਗੱਲ ਦੇ ਵਿੱਚ ਰੁੱਝੇ ਰਹਿੰਦੇ ਸਨ, ਬਸ ਉਹੀ ਕੰਮ ਦੇ ਵਿੱਚ ਹੀ ਪਏ ਰਹਿੰਦੇ ਸਨ, ਸਾਰਾ ਹੀ ਆਪਣਾ ਜਨਮ ਗਵਾ ਲੈਂਦੇ ਸਨ ਤੇ ਆਪਣਾ ਫਰਜ਼ ਜਿਹੜਾ ਰਾਜੇ ਦਾ ਸੀਗਾ ਉਹ ਵੀ ਨਹੀਂ ਪੂਰਾ ਕਰ ਸਕਦੇ ਸਨ, ਵਿਸ਼ੇ ਵਿਕਾਰਾਂ ਵਿੱਚ ਪੈ ਕੇ। ਧਰਮ ਛੀਨ ਹੋਏ ਪਾਏ ਸਜਾਈ। ਇਸ ਕਰਕੇ ਜਦੋਂ ਉਹਨਾਂ ਦਾ ਧਰਮ ਦੂਰ ਹੋ ਜਾਂਦਾ ਸੀ ਨਾ, ਧਰਮ ਦੇ ਵਿੱਚ ਨਹੀਂ ਚੱਲਦੇ ਸਨ, ਵੇਸ਼ਵਾ ਦੇ ਪਿੱਛੇ ਤੁਰੇ ਫਿਰਦੇ ਸਨ, ਰੱਬ ਨੂੰ ਭੁਲਾ ਦਿੰਦੇ ਸਨ, ਤੇ ਉਸ ਵੇਲੇ ਕਹਿੰਦੇ ਕੀ ਹੁੰਦੇ ਹਨ, ਮਰ ਕੇ ਫਿਰ ਉਹਨਾਂ ਨੂੰ ਸਜ਼ਾ ਮਿਲਦੀ ਹੈ, ਪਨਿਸ਼ਮੈਂਟ ਮਿਲਦੇ ਹਨ, ਉਹਨਾਂ ਨੂੰ ਜਮਦੂਤ ਆ ਕੇ ਕੁੱਟਦੇ ਮਾਰਦੇ ਹਨ ਤੇ ਫਿਰ ਨਰਕਾਂ ਨੂੰ ਲੈ ਕੇ ਜਾਂਦੇ ਹਨ। ਭਰਿਓ ਨਰਕ ਮਹਿ ਬਹੁ ਬਿਲ ਲਾਈ। ਫਿਰ ਨਰਕ ਵਿੱਚ ਪੈ ਕੇ ਉਹ ਰੋਂਦੇ ਪਿੱਟਦੇ ਵਿਰਲਾਪ ਕਰਦੇ ਰਹਿੰਦੇ ਨੇ ਵੀ ਹਾਂ ਮੇਰਾ ਕੀ ਹੋ ਗਿਆ ਜੀ, ਮੈਂ ਚੰਗਾ ਭਲਾ ਸੀਗਾ, ਇਹ ਮੈਂ ਕੀ ਕਰ ਲਿਆ। ਪਛਤਾਉਂਦੇ ਵੀ ਨੇ ਤੇ ਰੋਂਦੇ ਵੀ ਆ ਤੇ ਪਿੱਟਦੇ ਵੀ ਹਨ। ਜਾਂ ਤੇ ਤਿਹ ਕੋ ਦੇਖੈ ਨਾਹੀ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਤੇ ਵੀ ਪਰਾਈ ਇਸਤਰੀ ਵੱਲ ਦੇਖਣਾ ਨਹੀਂ ਚਾਹੀਦਾ। ਕਹਿੰਦੇ ਪਰਾਈ ਇਸਤਰੀ ਵੱਲ ਦੇਖ ਕੇ ਰਾਜੇ ਵੀ ਨਹੀਂ ਬਚੇ, ਰਿਸ਼ੀ ਮੁਨੀ ਵੀ ਨਹੀਂ ਬਚੇ। ਇਸ ਸੰਸਾਰ ਦੇ ਵਿੱਚ ਇਹ ਐਸਾ ਇੱਕ ਪਾਪ ਹੈ ਜਿਹਦੇ ਪਿੱਛੇ ਲੱਗ ਕਰਕੇ ਵੱਡੇ ਤੋਂ ਵੱਡੇ ਵੀ ਆਪਣਾ ਜਿਹੜਾ ਹੈ ਜੀਵਨ ਦਾ ਮੂਲ ਗਵਾ ਲੈਂਦੇ ਹਨ, ਕੋਈ ਨਹੀਂ ਬਚਦਾ ਇਹਨਾਂ ਵਿੱਚੋਂ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਮੂਲਾ ਕੀੜ ਨੂੰ ਕਿ ਕਿਤੇ ਵੀ ਕੋਈ ਪਰਾਈ ਇਸਤਰੀ ਵੱਲ, ਪਰਾਏ ਮਰਦ ਵੱਲ ਇੱਕ ਇਸਤਰੀ ਨੂੰ ਕਿਤੇ ਨਹੀਂ ਦੇਖਣਾ ਚਾਹੀਦਾ। ਸਮਾਂ ਬਿਤਾਵਹਿ ਸਤ ਸੰਗ ਮਾਹੀ। ਤੇ ਹਮੇਸ਼ਾ ਹੀ ਸਮਾਂ ਸਤ ਸੰਗਤ ਵਿੱਚ ਹੀ ਲਾਉਣਾ ਚਾਹੀਦਾ, ਕਿਉਂਕਿ ਇਸੇ ਪ੍ਰਕਾਰ ਕਰਕੇ ਜਿਵੇਂ ਕਿ ਹਰ ਰੋਜ਼ ਆਪਾਂ ਨੂੰ ਭੁੱਖ ਲੱਗਦੀ ਹੈ, ਹਰ ਵੇਲੇ ਆਪਾਂ ਖਾਂਦੇ ਹਾਂ, ਇਸੇ ਪ੍ਰਕਾਰ ਮਨ ਨੂੰ ਵੀ ਲੋੜ ਹੈ ਹਰ ਵੇਲੇ ਇੱਕ ਚੇਤਾਵਨੀ ਦੀ, ਇੱਕ ਰਿਮਾਈਂਡਰ ਦੀ ਵੀ ਤੂੰ ਨਹੀਂ ਕਰਨਾ। ਇਸ ਕਰਕੇ ਜਿਹੜੇ ਬੰਦੇ ਸਤ ਸੰਗਤ ਤੋਂ ਦੂਰ ਹੋ ਜਾਂਦੇ ਨੇ ਉਹ ਵਿਗੜ ਜਾਂਦੇ ਨੇ, ਉਹਨਾਂ ਦੀ ਸੰਗਤ ਉਹ ਕੂ ਸੰਗਤ ਵਿੱਚ ਚਲੇ ਜਾਂਦੇ ਨੇ। ਉਹ ਸੰਗਤ ਜਿਹੜੀ ਨਰਕਾਂ ਨੂੰ ਲਿਜਾਣ ਵਾਲੀ ਹੁੰਦੀ ਹੈ, ਜਿਹਦੇ ਵਿੱਚ ਵਿਸ਼ੇ ਵਿਕਾਰ ਦੀਆਂ ਗੱਲਾਂ ਹੁੰਦੀਆਂ ਨੇ, ਉਹਦੇ ਵਿੱਚ ਪਏ ਰਹਿੰਦੇ ਹਨ। ਪਰ ਅੱਜ ਦਾ ਸਮਾਂ ਤਾਂ ਇੰਨਾ ਭੈੜਾ ਹੋ ਗਿਆ ਹੈ ਨਾ, ਘਰ ਬੈਠਾ ਵੀ ਬੰਦਾ ਜਿਹੜਾ ਹੈ ਉਹ ਜਿਹੜਾ ਹੈ ਭੈੜੀ ਸੰਗਤ ਕਰ ਸਕਦਾ ਹੈ। ਟੀਵੀ ਦੇ ਨਾਲ ਹੋ ਗਈ, ਹਾਂਜੀ ਆਪਣੇ ਹੈਂਡਫੋਨ ਨਾਲ ਹੋ ਗਈ, ਉਹ ਘਰ ਬੈਠਾ ਵੀ ਐਸੇ ਭੈੜੇ ਕੰਮ ਕਰ ਸਕਦਾ ਹੈ। ਉਹ ਜਿਹੜਾ ਹਨ ਉਹ ਭੈੜੀ ਸੰਗਤ ਉਹਨੂੰ ਅੱਜ ਘਰ ਵਿੱਚ ਇੰਨੀ ਸੌਖੀ ਮਿਲ ਰਹੀ ਹੈ, ਇੰਟਰਨੈਟ ਰਾਹੀਂ ਮਿਲ ਰਹੀ ਹੈ, ਹਾਂਜੀ ਫੋਨ ਵਿੱਚ ਮਿਲ ਰਹੀ ਹੈ, ਇੱਕ ਦੂਜੇ ਨੂੰ ਗੰਦੇ ਜੋਕ ਭੇਜਦੇ ਹਨ, ਉਹ ਪੜ੍ਹ ਕੇ ਬੰਦੇ ਦਾ ਮਨ ਵਿਕਾਰੀ ਹੋ ਰਿਹਾ ਹੈ। ਤੇ ਦੂਜੇ ਲੋਟ ਇਹ ਵੀ ਹੈ, ਇਹ ਟੈਕਨੋਲੋਜੀ ਜਿਹੜੀ ਹੈ ਜੇ ਇਹਨੂੰ ਵਰਤ ਕੇ ਕੋਈ ਮੁਕਤ ਹੋਣਾ ਚਾਹੁੰਦਾ ਹੋਵੇ ਤਾਂ ਮੁਕਤ ਵੀ ਹੋ ਸਕਦਾ ਹੈ, ਕਿਉਂਕਿ ਇਹੀ ਇੰਟਰਨੈਟ ਦੇ ਵਿੱਚ ਕੀਰਤਨ ਕਥਾ ਵੀ ਆਉਂਦੀ ਹੈ,
ਕਿੰਨੇ ਤਰ੍ਹਾਂ ਦੀਆਂ ਕਥਾਵਾਂ ਆਉਂਦੀਆਂ ਨੇ, ਕਿੰਨਾ ਬੰਦਾ ਸਿੱਖ ਸਕਦਾ ਹੈ, ਕਿੰਨਾ ਹੀ ਸਿਮਰਨ ਚੱਲਦਾ ਹੈ, ਕਿੰਨੇ ਕੀਰਤਨ ਹੁੰਦੇ ਨੇ, ਕਿੰਨੀ ਜਿਹੜਾ ਹਨ ਸਭ ਕੁਝ ਹੈਗਾ ਹੈ। ਹੁਣ ਦੇਖੋ ਉਹੀ ਚੀਜ਼ ਹੈ, ਚਾਹੇ ਉਹਨੂੰ ਆਪਣੇ ਨਰਕਾਂ ਦੇ ਰਸਤੇ ਵਾਸਤੇ ਤੁਸੀਂ ਬਣਾ ਲਓ, ਚਾਹੇ ਉਸ ਦੇ ਨਾਲ ਜਿਹੜਾ ਹੈ ਸੱਚਖੰਡ ਪਰਮੇਸ਼ਰ ਵਿੱਚ ਲੀਨ ਹੋ ਜਾਓ, ਮਰਜ਼ੀ ਆਪਣੀ ਹੈ। ਖੇਲੇ ਜੂਪ ਭੂਪ ਜੇ ਹੋਏ। ਦੇਖੋ ਹੁਣ ਜਿਹੜੇ ਹਨ ਰਾਜੇ ਲੋਕ ਜਿਹੜੇ ਸਨ, ਉਹਨਾਂ ਨੂੰ ਗੈਂਬਲਿੰਗ ਦਾ ਬੜਾ ਜਿਹੜਾ ਹੈ ਇਹ ਜਿਹੜਾ ਚਾਅ ਹੁੰਦਾ ਸੀ। ਉਹ ਜਦੋਂ ਵੀ ਇਕੱਠੇ ਹੋਇਆ ਕਰਦੇ ਸਨ, ਗੈਂਬਲਿੰਗ ਕਰਿਆ ਕਰਦੇ ਸਨ। ਉਹਨਾਂ ਨੂੰ ਜੂਏ ਦਾ ਬੜਾ ਚਾਅ ਚੜਿਆ ਰਹਿੰਦਾ ਸੀ। ਭਲੀ ਆਪਦਾ ਦਾਰੁਣ ਰੋਏ। ਦੇਖੋ ਇਹ ਜਿਹੜਾ ਹਨ, ਜਿਵੇਂ ਆਪ ਜੀ ਨੇ ਪਿੱਛੇ ਪਾਂਡਵਾਂ ਦੀ ਸਾਖੀ ਸੁਣੀ ਹੈ, ਦੇਖੋ ਉਹ ਵੀ ਜਿਹੜੇ ਹਨ ਕਹਿੰਦੇ ਜੂਏ ਖੇਡਣ ਕਰਕੇ, ਜੂਏ ਵਿੱਚ ਹਾਰਨ ਕਰਕੇ ਕਿਹੋ ਜਿਹੀਆਂ ਬਿਪਤਾ ਦੁੱਖ ਉਹਨਾਂ ਤੇ ਆਉਂਦੇ ਰਹਿੰਦੇ ਸਨ। ਇਨਕੋ ਤਿਆਗੇ ਜੋ ਸਿੱਖ ਹੋਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖੋ ਇੱਥੇ ਸਮਝਾਇਆ ਆਪਾਂ ਨੂੰ, ਕਹਿੰਦੇ ਹਰ ਵੇਲੇ ਮੇਰਾ ਸਿੱਖ ਜਿਹੜਾ ਹੈ ਨਾ ਉਹ ਕਿਤੇ ਵੀ ਜੂਆ ਨਾ ਖੇਡੇ, ਤੇ ਦੂਜਾ ਉਹ ਜਿਹੜਾ ਕਾਮ ਵਾਸ਼ਨਾ ਵੱਲੋਂ ਦੂਰ ਰਵੇ, ਤੇ ਦੂਜਾ ਗੈਂਬਲਿੰਗ ਕਿਤੇ ਨਾ ਕਰੇ। ਮੇਰਾ ਸਿੱਖ ਨੂੰ ਕਿਤੇ ਵੀ ਜੂਆ ਨਹੀਂ ਖੇਡਣਾ ਚਾਹੀਦਾ। ਸੋ ਇਸ ਕਰਕੇ ਕੈਸੀਨੋ ਨੂੰ ਜਾ ਕੇ ਉੱਥੇ ਜਿਹੜੇ ਜੂਆਂ ਦੀਆਂ ਬਾਜੀਆਂ ਲਾਉਣੀਆਂ ਜਿਹੜੇ ਕਰਦੇ ਹਨ ਉਹ ਸਿੱਖ ਨਹੀਂ ਹੈਗੇ, ਉਹ ਸਿੱਖ ਨਹੀਂ ਹੋ ਸਕਦੇ। ਗੁਰੂ ਨਾਨਕ ਦਾ ਇਹ ਉਪਦੇਸ਼ ਹੈ ਕਿ ਮੇਰਾ ਸਿੱਖ ਕਿਤੇ ਗੈਂਬਲਿੰਗ ਨਹੀਂ ਕਰਦਾ। ਸੋ ਗੈਂਬਲਿੰਗ ਕਿਤੇ ਵੀ ਨਹੀਂ ਕਰਨੀ ਚਾਹੀਦੀ। ਤੇ ਇਸ ਪ੍ਰਕਾਰ ਕਰਕੇ ਸੁਖ ਪਾਵਹਿ ਮਨ ਹੈ ਬਚ ਜੋਏ। ਜੋ ਗੁਰੂ ਦਾ ਜਿਹੜਾ ਹੁਣ ਬਚਨ ਮੰਨੇਗਾ ਸੁਖ ਉਹੀ ਪਾਏਗਾ, ਉਹਨੂੰ ਹੀ ਸੁਖ ਦੀ ਪ੍ਰਾਪਤੀ ਹੋਵੇਗੀ ਜੋ ਆਪਣੇ ਗੁਰੂ ਦੇ ਕਹੇ ਨੂੰ ਮੰਨੇਗਾ। ਅਬ ਆਇਓ ਕਲਯੁਗ ਕੋ ਕਾਲਾ। ਦੇਖੋ ਹੁਣ ਸਮਾਂ ਤਾਂ ਕਲਯੁਗ ਦਾ ਹੈ, ਗੁਰ ਸਿੱਖੀ ਪ੍ਰਗਟਾਈ ਚਾਲਾ। ਇਸ ਕਰਕੇ ਗੁਰੂ ਨਾਨਕ ਨੇ ਗੁਰਸਿੱਖੀ ਦੀ ਰੀਤ ਚਲਾਈ ਹੈ, ਗੁਰਸਿੱਖੀ ਨੂੰ ਪ੍ਰਗਟ ਕੀਤਾ ਹੈ। ਇਸ ਪ੍ਰਕਾਰ ਕਰਕੇ ਕਲਯੁਗ ਦੇ ਹਨ, ਇਹ ਕਲਯੁਗ ਵਿੱਚ ਵਿਸ਼ੇ ਵਿਕਾਰ ਜਿਹੜੇ ਰਾਜਿਆਂ ਦੇ ਸੀ ਨਾ, ਅੱਜ ਆਮ ਮਨੁੱਖ ਉਹਨਾਂ ਨੂੰ ਮਾਣ ਸਕਦਾ ਹੈ। ਉਸ ਸਮੇਂ ਕੀ ਹੋਇਆ ਕਰਦਾ ਸੀ, ਸਿਰਫ ਰਾਜਿਆਂ ਨੂੰ ਐਕਸੈਸ ਸੀਗਾ ਇਹ ਜਿਹੀਆਂ ਗੱਲਾਂ ਨੂੰ ਕਰਨ ਵਾਸਤੇ। ਆਮ ਬੰਦੇ ਵਿੱਚ ਇਹ ਗੱਲ ਨਹੀਂ ਹੋਇਆ ਕਰਦੀ ਸੀ, ਆਮ ਬੰਦਾ ਨਹੀਂ ਕਰ ਸਕਦਾ ਸੀ। ਪਰ ਕਲਯੁਗ ਦੇ ਸਮੇਂ ਵਿੱਚ ਜਿਹੜੇ ਰਾਜਿਆਂ ਦੇ ਵਿਸ਼ੇ ਵਿਕਾਰ ਹਨ ਅੱਜ ਓਪਨਲੀ ਅਵੇਲੇਬਲ ਹਨ ਸਾਰਿਆਂ ਵਾਸਤੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ। ਇਸ ਜਿਹੜਾ ਹਨ ਇਸ ਸੰਸਾਰ ਦੇ ਵਿੱਚ ਇਹ ਜਿਹੜਾ ਸਮੇਂ ਦੇ ਵਿੱਚ ਬੰਦਾ ਕੁਝ ਵੀ ਕਰ ਸਕਦਾ ਹੈ, ਜੋ ਰਾਜਾ ਕਰਦਾ ਉਹ ਬੰਦਾ ਕਰ ਸਕਦਾ, ਹਰ ਕੋਈ ਕਰ ਸਕਦਾ ਹੈ। ਤੇ ਇੰਨੀ ਸੌਖਾਈ ਦੇ ਨਾਲ, ਇੰਨਾ ਸੌਖਾ, ਹਾਂਜੀ ਕਿੰਨਾ ਜਿਹੜਾ ਕੀ ਔਖਾ ਹੈ। ਜੇ ਫਰੈਂਡ ਹੈ ਨਹੀਂ, ਬੰਦੇ ਫੇਸਬੁੱਕ ਤੇ ਫਰੈਂਡ ਬਣਾ ਲੈਂਦੇ ਨੇ, ਇੰਸਟਾਗ੍ਰਾਮ ਤੇ ਫਰੈਂਡ ਬਣਾ ਲੈਂਦੇ ਨੇ, ਟਵਿੱਟਰ ਤੇ ਫਰੈਂਡ ਬਣ ਜਾਂਦੇ ਨੇ, ਹਾਂਜੀ ਕਿੰਨਾ ਕੁਝ ਹੋ ਸਕਦਾ ਹੈ ਜੀ। ਤੇ ਫਰੈਂਡ ਬਣਾ ਕੇ ਜੇ ਕੋਈ ਪੀਣਾ ਹੋਵੇ ਬੰਦੇ ਮੈਸੇਜ ਪਾ ਦਿੰਦੇ ਜੀ ਅੱਜ ਪੀਣਾ ਹੈ ਆਪਾਂ, ਸਾਰੇ ਲੋਕ ਪੱਬ 'ਚ ਇਕੱਠੇ ਹੋ ਜਾਂਦੇ ਨੇ ਉਸੇ ਵੇਲੇ, ਜਿਹੜਾ ਹਨ ਫੋਨ ਕਰਤਾ ਵੀ ਤੂੰ ਆ ਜੀ ਭਾਈ ਤੂੰ ਆ ਜੀ, ਕਿੰਨਾ ਸੌਖਾ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਵਿਸ਼ੇ ਵਿਕਾਰ ਵਾਲੀਆਂ ਇਹ ਓਪਨਲੀ ਅਵੇਲੇਬਲ ਹਨ। ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਗੁਰਸਿੱਖੀ ਪ੍ਰਗਟਾਈ ਚਾਲਾ। ਮਹਾਰਾਜ ਨੇ ਇਸ ਕਰਕੇ ਗੁਰਸਿੱਖੀ ਦੀ ਰੀਤ ਨੂੰ ਚਲਾਇਆ ਹੈ, ਗੁਰਸਿੱਖੀ ਦੀ ਮਰਿਆਦਾ ਨੂੰ ਪਰਪੱਕ ਕੀਤਾ ਹੈ। ਗੁਰਸਿੱਖਾਂ ਨੂੰ ਇਹ ਮਨੁੱਖਾਂ ਨੂੰ ਬਚਾਉਣ ਵਾਸਤੇ ਇਹੀ ਇੱਕ ਰਸਤਾ ਹੈ ਸਿੱਖੀ ਦਾ, ਕਿਉਂਕਿ ਸਿੱਖੀ ਉਹ ਹੈ ਜਿਹਨੇ ਹਰ ਇੱਕ ਕਲਯੁਗ ਦੇ ਆਏ ਸਮੇਂ ਦੀਆਂ ਜਿਹੜੀਆਂ ਖਾਮੀਆਂ ਹਨ ਉਹਨਾਂ ਨੂੰ ਐਡਰੈਸ ਕੀਤਾ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਸਿੱਖ ਨੂੰ ਬਚਾਉਣ ਵਾਸਤੇ ਗੁਰੂ ਨੇ ਉਹ ਸਭ ਕੁਝ ਆਪਾਂ ਨੂੰ ਦਿੱਤਾ ਹੈ, ਕਿਉਂਕਿ ਇਹ ਕਲਯੁਗ ਨੂੰ ਬਚਣ ਵਾਸਤੇ ਸਿੱਖੀ ਇਜ਼ ਦ ਓਨਲੀ ਵੇ ਆਊਟ ਹੈ, ਨਹੀਂ ਤਾਂ ਜਿਹੜਾ ਹਨ ਕੋਈ ਵੀ ਨਹੀਂ ਬਚ ਸਕਦਾ। ਸ਼ਬਦ ਪ੍ਰੇਮ ਕਰਕੇ ਮੁਖ ਗਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਸ਼ਬਦ ਗੁਰਬਾਣੀ ਦਾ ਜੋ ਸ਼ਬਦ ਹੈ ਉਹ ਪ੍ਰੇਮ ਪਿਆਰ ਕਰਕੇ ਆਪਣੇ ਮੁਖ ਨਾਲ ਹਮੇਸ਼ਾ ਗਾਉਣਾ ਚਾਹੀਦਾ ਹੈ। ਧਰਮ ਕ੍ਰਿਤ ਕਰਕੇ ਵੰਡ ਖਾਵੇ। ਹੁਣ ਮਹਾਰਾਜ ਜੀ ਕਹਿੰਦੇ ਹਨ ਧਰਮ ਦੀ ਕਿਰਤ ਕਰਨੀ ਹੈ ਤੇ ਵੰਡ ਕੇ ਛਕਣਾ ਹੈ। ਧਰਮ ਦੀ ਕਿਰਤ ਕਰਨੀ ਹੈ, ਜਿਹੜਾ ਹਨ 10 ਨੋਹਾਂ ਦੀ ਕਿਰਤ ਕਰਨੀ ਹੈ, ਆਪਣੇ ਹੱਥੀਂ ਜਿਹੜਾ ਹਨ ਓਨੈਸਟ ਲਿਵਿੰਗ ਕਰਨੀ ਹੈ, ਅਰਨਿੰਗ ਕਰਨੀ ਹੈ। ਸੋ ਸੱਚੀ ਕਮਾਈ ਕਰਨੀ ਹੈ, ਧੋਖਾ ਧੱਗਾ ਜਿਹੜਾ ਚੋਰੀ ਯਾਰੀ ਨਹੀਂ ਕਰਨੀ। ਸੋ ਇਹ ਜਿਹੜਾ ਹੈ ਆਪਣੀ ਧਰਮ ਦੀ ਕਿਰਤ ਕਰਕੇ ਤੇ ਵੰਡ ਕੇ ਛਕਣਾ ਹੈ। ਗੁਰਸਿੱਖਾਂ ਕੀ ਸੇਵਾ ਕਰਹੀ। ਫੇ ਗੁਰਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜਿਹੜੇ ਇਹ ਰਸਤੇ ਤੇ ਤੁਰਦੇ ਨੇ ਉਹਨਾਂ ਦੀ ਸੇਵਾ ਕਰੋ, ਉਹਨਾਂ ਨੂੰ ਹੋਰ ਮੋਟੀਵੇਟ ਕਰੋ, ਉਹਨਾਂ ਨੂੰ ਕਹੋ ਕਿ ਦੇਖੋ ਜੇ ਆਪਣਾ ਗੁਰੂ ਇੱਕ ਹੈ, ਜੇ ਗੁਰੂ ਦੀ ਸਿੱਖਿਆ ਆਪਾਂ ਲਈ ਹੈ ਤਾਂ ਗੁਰਸਿੱਖੀ ਤੇ ਚੱਲਣ ਵਾਲਿਆਂ ਦੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੀ ਬਚਾਉਣਾ ਚਾਹੀਦਾ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ, ਤਾਂ ਕਰਕੇ ਉਹਨਾਂ ਨੂੰ ਆਪਣਾ ਗੁਰੂ ਆਪਣੇ ਉਹਨਾਂ ਦੇ ਸਿੱਖਾਂ ਵਿੱਚ ਦਿਸੇ। ਜਿਵੇਂ ਗੁਰੂ ਹੈ ਨਾ, ਜਿਹੜੇ ਕੋਈ ਗੁਰੂ ਕੋਲ ਜਾਂਦਾ ਹੈ ਗੁਰੂ ਸਾਰੀ ਇੱਛਾ ਉਹਦੀ ਪੂਰੀ ਕਰਦਾ ਹੈ, ਤੇ ਗੁਰੂ ਵਸਦਾ ਕਿੱਥੇ? ਆਪਣੇ ਸਿੱਖਾਂ ਵਿੱਚ ਵਸਦਾ ਹੈ।
ਇਸ ਕਰਕੇ ਜਦੋਂ ਵੀ ਆਪਾਂ ਗੁਰਸਿੱਖ ਨੂੰ ਕਿਤੇ ਕੋਈ ਵਿਪਤਾ ਵਿੱਚ ਕੋਈ ਦੁੱਖ 'ਚ ਦੇਖੀਏ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ, ਉਹਨੂੰ ਗੁਰੂ ਆਪਣੇ ਸਿੱਖਾਂ ਵਿੱਚ ਦੱਸਣਾ ਚਾਹੀਦਾ। ਦੇਖੋ ਆਮ ਕਰਕੇ ਲੋਕ ਇਹ ਕਹਿੰਦੇ ਹਨ, ਕਹਿੰਦੇ ਜਦੋਂ ਵੀ ਤੁਹਾਡੇ ਦੋ ਸਿੱਖ ਮਿਲਦੇ ਨੇ ਉਹ ਇੱਕ ਦੂਜੇ ਨੂੰ ਹੱਥ ਚੱਕ ਦਿੰਦੇ ਨੇ, ਉਹ ਇੱਕ ਦੂਜੇ ਨੂੰ ਜਿਹੜਾ ਹਨ ਐਕਨੋਲੇਜ ਕਰਦੇ ਨੇ। ਤੇ ਲੋਕ ਕਈ ਵਾਰੀ ਪੁੱਛਦੇ ਤੂੰ ਇਹਨੂੰ ਜਾਣਦਾ? ਹਾਂ, ਆਪਾਂ ਕਹਾਂਗੇ ਭਾਈ ਮੈਂ ਤਾਂ ਕਿਤੇ ਦੇਖਿਆ ਨਹੀਂ, ਪਰ ਕਹਿੰਦੇ ਫਿਰ ਵੀ ਤੈਨੂੰ ਹੱਥ ਚੱਕਿਆ। ਦੇਖੋ ਗੁਰਸਿੱਖਾਂ ਦਾ ਇਹ ਪਿਆਰ ਹੈ। ਇਹ ਪਿਆਰ ਕਿਉਂ ਹੈ? ਕਿਉਂਕਿ ਸਿੱਖ ਆਪਣੇ ਗੁਰੂ ਨੂੰ ਸਿੱਖਾਂ ਵਿੱਚ ਦੇਖਦਾ ਹੈ। ਇਹ ਭਾਵਨਾ ਜਿਹੜੀ ਹੈ ਗੁਰੂ ਨੇ ਬਣਾਈ ਹੋਈ ਹੈ। ਆਪਾਂ ਨੂੰ ਜਿਹੜਾ ਆਪਣਾ ਗੁਰੂ ਸਿੱਖਾਂ ਵਿੱਚ ਦਿਸਣਾ ਚਾਹੀਦਾ ਹੈ। ਇਸ ਪ੍ਰਕਾਰ ਕਰਕੇ ਜਦੋਂ ਇਹ ਜਿਹੜਾ ਹਨ ਕੋਈ ਆਪਣਾ ਗੁਰੂ ਸਿੱਖ ਵਿੱਚ ਦੇਖਦਾ ਤੇ ਸਿੱਖ ਦਾ ਵੀ ਫਰਜ਼ ਬਣਦਾ ਹੈ ਨਾ ਉਹਦੀ ਮਦਦ ਕਰੇ, ਉਹਦੇ ਜਿਹੜੇ ਦੁੱਖ ਸੁੱਖ ਵਿੱਚ ਜਾ ਕੇ ਖੜੇ। ਭਾਉ ਧਾਰ ਔਰ ਚਰਨ ਪਖਰਹੀ। ਦੇਖੋ ਭਾਉ ਧਾਰ ਕਹਿੰਦੇ ਕਿ ਸਿੱਖਾਂ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੂਲਾ ਕੀੜ ਨੂੰ ਦੱਸ ਰਹੇ ਨੇ, ਕਹਿੰਦੇ ਸੇਵਾ ਇੰਨੀ ਪ੍ਰੇਮ ਨਾਲ ਕਰਨੀ ਹੈ ਕਿ ਗੁਰਸਿੱਖਾਂ ਦੇ ਪੈਰ ਧੋ ਕੇ ਉਹ ਪਾਣੀ ਪੀਣਾ ਚਾਹੀਦਾ ਹੈ। ਸਿੱਖਾਂ ਦੇ ਪੈਰ ਧੋ ਕੇ ਪਾਣੀ ਪੀਣਾ ਚਾਹੀਦਾ ਹੈ। ਇੰਨੀ ਸੇਵਾ ਭਾਵਨਾ ਚਾਹੀਦੀ ਹੈ ਗੁਰਸਿੱਖ ਦੀ। ਨਗਨ ਬਸਤਰ ਦੇ ਭੋਜਨ ਭੁੱਖਾ। ਜੇ ਕੋਈ ਮੇਰਾ ਸਿੱਖ ਨੰਗਾ ਹੈ, ਕੱਪੜਾ ਨਹੀਂ ਉਹਦੇ ਤਨ ਤੇ, ਜੇ ਉਹ ਭੁੱਖਾ ਹੈ ਤਾਂ ਨੰਗੇ ਨੂੰ ਕੱਪੜਾ ਦੇਣਾ, ਜਿਹੜਾ ਹਨ ਭੁੱਖੇ ਸਿੱਖ ਨੂੰ ਜਿਹੜਾ ਹਨ ਭੋਜਨ ਛਕਾਉਣਾ। ਸ਼ਬਦ ਵਿਚਾਰ ਲਹੈ ਔਰ ਸੁਖਾ। ਫੇ ਸ਼ਬਦ ਦੀ ਵਿਚਾਰ ਕਰਨੀ ਉਹਦੇ ਨਾਲ, ਦੁਨੀਆ ਦੀਆਂ ਗੱਲਾਂ ਨਹੀਂ ਕਰਨੀਆਂ, ਆਪਣੀ ਵਡਿਆਈ ਨਹੀਂ ਕਰਾਉਣੀ, ਉਹਦੇ ਨਾਲ ਬਹਿ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ। ਵਿਚਾਰ ਕਰਕੇ ਤੇ ਕਹਿੰਦੇ ਲਹੈ ਔਰ ਸੁੱਖਾ, ਆਪਣੇ ਹਿਰਦੇ ਵਿੱਚ ਸੁੱਖ ਲੈਣਾ ਕਰੇ। ਦੋਹਰਾ ਸੁਨ ਸ੍ਰੀ ਗੁਰ ਉਪਦੇਸ਼ ਅਸ ਹਿਰਦੇ ਧਾਰ ਦਿਡ ਸੋਏ। ਮੂਲਾ ਕੀੜ ਨੇ ਜਦੋਂ ਇਹ ਉਪਦੇਸ਼ ਗੁਰੂ ਸਾਹਿਬ ਜੀ ਦਾ ਸੁਣਿਆ ਆਪਣੇ ਕੰਨਾਂ ਵਿੱਚ, ਉਹਨੇ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਿਆ, ਪੱਕਾ ਕਰ ਲਿਆ। ਇਸ ਪ੍ਰਕਾਰ ਕਰਨੇ ਲੱਗਿਓ ਮਹਾ ਪ੍ਰੇਮ ਮੈਂ ਹੋਏ। ਬਹੁਤ ਪ੍ਰੇਮ ਵਿੱਚ, ਮਹਾ ਪ੍ਰੇਮ ਵਿੱਚ ਲੀਨ ਹੋ ਕੇ ਮੂਲਾ ਕੀੜ ਐਸਾ ਹੀ ਕਰਨ ਲੱਗ ਪਿਆ। ਜਿਵੇਂ ਗੁਰੂ ਨੇ ਕਿਹਾ ਉਹਨੇ ਮੰਨ ਲਿਆ, ਜਿਵੇਂ ਗੁਰੂ ਨੇ ਕਿਹਾ ਉਵੇਂ ਉਹਨੇ ਕੀਤਾ। ਹੁਣ ਚੌਪੇ ਜੋ ਭੁੱਖਾ ਭੋਜਨ ਤੇ ਦੇਈ। ਦੇਖੋ ਜੋ ਵੀ ਕੋਈ ਭੁੱਖਾ ਸਿੱਖ ਉਹਨੂੰ ਮਿਲਦਾ ਉਹਨੂੰ ਭੋਜਨ ਛਕਾਉਂਦਾ ਬੜੇ ਪ੍ਰੇਮ ਨਾਲ, ਆਪਣਾ ਗੁਰੂ ਜਾਣ ਕੇ। ਦੇਖੋ ਗੁਰੂ ਨੇ ਕੀ ਕਿਹਾ, ਤੂੰ ਜੇ ਮੈਨੂੰ ਦੇਖਣਾ ਸਿੱਖਾਂ ਵਿੱਚ ਮੈਨੂੰ ਦੇਖ। ਉਹ ਹਰ ਇੱਕ ਸਿੱਖ ਦੇ ਵਿੱਚ ਗੁਰੂ ਨਾਨਕ ਨੂੰ ਦੇਖ ਰਿਹਾ ਮੂਲਾ ਕੀੜ। ਜਦੋਂ ਵੀ ਕੋਈ ਭੁੱਖਾ ਸਿੱਖ ਮਿਲਦਾ ਹੈ ਉਹਨੂੰ ਬੇਨਤੀ ਕਰਕੇ ਭੋਜਨ ਛਕਾਉਂਦਾ ਹੈ। ਨਗਨ ਦੇਖ ਕਰ ਬਸਤਰ ਉਡੇ। ਦੇਖੋ ਉਹ ਜਿਹੜਾ ਕੋਈ ਨੰਗਾ ਮਿਲ ਪਵੇ, ਜਿਹਦੇ ਕੋਲ ਕੱਪੜਾ ਨਾ ਪੂਰਾ ਹੋਵੇ, ਉਹਨੂੰ ਕੱਪੜਾ ਵੀ ਦਿੰਦਾ ਹੈ। ਸਿੱਧ ਸਾਧ ਤਹਿ ਘਰ ਬਹੁ ਆਵ ਹੈ। ਇਸ ਕਰਕੇ ਮੂਲਾ ਕੀੜ ਦੇ ਘਰ ਦੇ ਵਿੱਚ ਜਿਹੜੇ ਸਿੱਧ ਲੋਕ ਹਨ, ਸਾਧ ਲੋਕ ਹਨ, ਸਿੱਖ ਜਿਹੜੇ ਹਨ ਬਹੁਤ ਸਾਰੇ ਆਉਣੇ ਸ਼ੁਰੂ ਹੋ ਗਏ। ਹਰ ਕੋਈ ਕਹਿੰਦਾ ਹੈ ਜੇ ਤੈਨੂੰ ਭੁੱਖ ਦੀ, ਤੂੰ ਭੁੱਖਾ ਹੈ, ਜੇ ਤੇ ਕੋਈ ਕੱਪੜਾ ਨਹੀਂ, ਜੇ ਤੇ ਕੋਈ ਘਰ ਨਹੀਂ ਰਹਿਣ ਵਾਸਤੇ, ਮੂਲਾ ਕੀੜ ਦੇ ਘਰ ਜਾ, ਉੱਥੇ ਸਭ ਕੁਝ ਮਿਲੇਗਾ ਤੈਨੂੰ, ਕਿਉਂਕਿ ਉਹ ਗੁਰੂ ਨਾਨਕ ਦਾ ਸਿੱਖ ਹੈ। ਰਹਿਣ ਬਸੇਰਾ ਕਰ ਪੁਨ ਜਾਵ ਹੈ। ਫਿਰ ਰਹਿਣ ਦਾ ਬਸੇਰਾ ਵੀ ਦਿੰਦਾ ਹੈ, ਰਹਿਣ ਵਾਸਤੇ ਵੀ ਕਮਰਾ ਦਿੰਦਾ ਹੈ। ਇੱਕ ਦਿਵਸ ਇੱਕ ਬੰਚਕ ਆਇਓ। ਇੱਕ ਵਾਰ ਕੀ ਹੋਇਆ ਮੂਲਾ ਕੀੜ ਦੇ ਘਰ ਵਿੱਚ, ਇਹੀ ਮੂਲਾ ਕੀੜ ਦਾ ਜਿਹੜਾ ਜਸ ਸੁਣ ਕੇ ਇੱਕ ਠੱਗ ਜਿਹੜਾ ਕਿ ਸਿੱਖ ਦੇ ਰੂਪ ਧਾਰਨ ਕਰ ਲਿਆ, ਉਹਨੇ ਸਿੱਖ ਦਾ ਰੂਪ। ਉਹਨੂੰ ਪਤਾ ਸੀ ਮੂਲਾ ਕੀੜ ਦਾ ਗੁਰੂ ਨਾਨਕ ਹੈ। ਉਹ ਠੱਗ ਵੀ ਗੁਰੂ ਨਾਨਕ ਦਾ ਜਿਹੜਾ ਹਨ ਗੁਰੂ ਨਾਨਕ ਦੇ ਸਿੱਖ ਦਾ ਪਹਿਰਾਵਾ ਪਾ ਕੇ ਆ ਗਿਆ। ਇਹ ਠੱਗ ਜਿਹੜਾ ਠੱਗੀ ਚੋਰੀ ਕਰਨ ਵਾਸਤੇ ਆਇਆ ਸੀ। ਤਨ ਮੈਂ ਸਿੱਖ ਕੋ ਬੇਖ ਬਣਾਇਓ। ਉਹਨੇ ਆਪਣੇ ਸਰੀਰ ਦਾ ਜਿਹੜਾ ਭੇਖ ਬਣਾ ਲਿਆ ਇੱਕ ਗੁਰਸਿੱਖਾਂ ਵਾਲਾ। ਬਾਣੀ ਕੰਠ ਪੜਿਆ ਕਰ ਪ੍ਰੀਤਾ। ਦੇਖੋ ਇੰਨਾ ਉਹ ਠੱਗ ਜਿਹੜਾ ਸੀਗਾ ਹੁਸ਼ਿਆਰ ਸੀ, ਉਹਨੇ ਕਈ ਗੁਰੂ ਨਾਨਕ ਦੇ ਸ਼ਬਦ ਜਿਹੜੇ ਕੰਠ ਕਰ ਲਏ, ਉਹਨੇ ਬਾਏ ਹਾਰਟ ਯਾਦ ਕਰ ਲਏ। ਮਨ ਲੋਭੀ ਜਿਹੇ ਮਤ ਵਿਪਰੀਤਾ। ਦੇਖੋ ਮਨ ਵਿੱਚ ਲੋਭ ਹੈ, ਮਨ ਵਿੱਚ ਖੋਟਾਈ ਹੈ, ਮਨ ਵਿੱਚ ਠੱਗਣ ਦੀ ਸਲਾਹ ਹੈ, ਮਨ ਵਿੱਚ ਚੋਰੀ ਕਰਨ ਦੀ ਇੱਛਾ ਹੈ, ਪਰ ਉਤੋਂ ਬਾਣੀ ਪੜਦਾ ਹੈ। ਮਨ ਲੋਭੀ ਹੈ, ਲੋਭ ਦੇ ਵਿੱਚ ਜਿਹੜਾ ਹਨ ਪੁੱਠੀਆਂ ਉਲਟੀਆਂ ਜਿਹੜੀਆਂ ਹਨ ਗੱਲਾਂ ਕਰਨਾ ਚਾਹੁੰਦਾ ਹੈ, ਪਰ ਮੂੰਹ ਚ ਬਾਣੀ ਪੜਦਾ ਹੈ। ਦੋਹਰਾ ਸੇਵਾ ਕਰੀ ਬੇਭਾਵਰੇ ਪੁਨ ਮੂਲੇ ਕੀ ਨਾਰ। ਉਸ ਵੇਲੇ ਦੇਖੋ ਮੂਲਾ ਜਿਹੜਾ ਸੀਗਾ ਨਾ, ਇਹ ਜਿਹੜਾ ਸੀਗਾ ਨਾ ਮੂਲਾ ਕੀੜ, ਕਹਿੰਦੇ ਇਹਨੇ ਤਾਂ ਜਿਹੜਾ ਹੈ ਉਹਨੂੰ ਸਿੱਖ ਜਾਣਿਆ, ਉਹਨੂੰ ਗੁਰੂ ਨਾਨਕ ਉਹਦੇ ਵਿੱਚ ਦੇਖਿਆ। ਇਹਨੇ ਨਹੀਂ ਦੇਖਿਆ ਵੀ ਠੱਗ ਆ ਜਾਂ ਕੁਛ ਆ, ਇਹਦੇ ਵਾਸਤੇ ਉਹ ਠੱਗ ਵੀ ਗੁਰੂ ਨਾਨਕ ਇਹ ਸੀਗਾ। ਗੁਰੂ ਨਾਨਕ ਦਾ ਰੂਪ ਜਾਣ ਕੇ ਇਹਨੇ ਉਹਦੀ ਬੜੀ ਸੇਵਾ ਕੀਤੀ। ਘਰ ਆਏ ਦੇ ਚਰਨ ਧੋਤੇ, ਪੈਰ ਧੋ ਕੇ ਪਾਣੀ ਪੀਤਾ ਮੂਲਾ ਕੀੜ ਨੇ, ਤੇ ਫਿਰ ਬੜੇ ਸਤਿਕਾਰ ਨਾਲ ਉਹਨੂੰ ਨਵੇਂ ਕੱਪੜੇ ਦਿੱਤੇ, ਖਾਣਾ ਦਿੱਤਾ, ਸੁੰਦਰ ਕੱਪੜਾ ਜਿਹੜਾ ਹਨ। ਫਿਰ ਉਹਦੀ ਮੁੱਠੀ ਛਾਪੀ ਕੀਤੀ, ਉਹ ਕਮਰੇ ਵਿੱਚ ਜਦੋਂ ਸੁੱਤਾ ਉਹਦੇ ਉੱਤੇ ਜਿਹੜਾ ਪੱਖਾ ਝੱਲਿਆ, ਬੜੇ ਪ੍ਰੇਮ ਨਾਲ ਉਹਦੀ ਸਾਰੀ ਸੇਵਾ ਕੀਤੀ। ਪਰ ਜਦੋਂ ਸ਼ਾਮਾਂ ਪਈਆਂ, ਕਹਿੰਦੇ ਉਸ ਵੇਲੇ ਮੂਲਾ ਜਿਹੜਾ ਸੀਗਾ ਮੂਲਾ ਕੀੜ, ਇਹਦੀ ਇਸਤਰੀ ਨੇ ਭੂਖਣ ਰੱਖੇ ਉਤਾਰ ਕੇ ਬੰਚਕ ਲਏ ਨਿਹਾਰ। ਮੂਲਾ ਕੀੜ ਦੀ ਇਸਤਰੀ ਨੇ ਸਾਰੇ ਗਹਿਣੇ ਜਿਹੜੇ ਉਹਦੇ ਦਿਨ ਵਿੱਚ ਪਾਏ ਹੋਏ ਸਨ, ਉਹਨੇ ਲਾ ਕੇ ਸਾਰੇ ਹੀ ਇੱਕ ਡੱਬੇ ਵਿੱਚ ਪਾ ਕੇ ਆਪਣੇ ਘਰ ਜਿੱਥੇ ਹਮੇਸ਼ਾ ਰੱਖਦੀ ਆ ਉੱਥੇ ਰੱਖ ਦਿੱਤੇ। ਤੇ ਇਹ ਠੱਗ ਜਿਹੜਾ ਸੀਗਾ ਇਹਨੇ ਦੇਖ ਲਿਆ ਵੀ ਉਹ ਡੱਬਾ ਜਿਹਦੇ ਵਿੱਚ ਗਹਿਣੇ ਪਾਏ ਹੋਏ ਹਨ, ਜਿਹੜੇ ਹਨ ਸਾਰਾ ਜਿਹੜਾ ਸੋਨੇ ਦੇ ਜਿਹੜੇ ਹਨ
ਉਹ ਕਿੱਥੇ ਰੱਖੇ ਹਨ ਉਹਨੇ ਦੇਖ ਲਏ ਚੰਗੀ ਤਰ੍ਹਾਂ। ਚੌਪੇ ਸੋਏ ਰਹੇ ਜਬ ਸਭ ਪਹਿਚਾਨੇ, ਜਦੋਂ ਇਹ ਜਿਹੜਾ ਠੱਗ ਨੇ ਦੇਖਿਆ ਵੀ ਸਾਰੇ ਸੌਂਗੇ ਹਨ, ਸੋ ਭੁੱਖਨ ਲੀਨੇ ਨਿਜ ਪਾਨੇ, ਇਹਨੇ ਚੁੱਪ ਕਰਕੇ ਜਿਹੜਾ ਹਨ ਦੱਬੇ ਪੈਰ ਜਾ ਕੇ ਉੱਥੇ ਇਹਨੇ ਉਹ ਡੱਬਾ ਚੱਕ ਲਿਆ ਸੋਨੇ ਦੇ ਗਹਿਣਿਆਂ ਦਾ। ਸੋ ਸੋਨੇ ਦੇ ਜਿਹੜੇ ਹਨ ਉਹ ਮੂਲਾ ਕੀੜ ਦੀ ਘਰਵਾਲੀ ਦੇ ਸਾਰੇ ਗਹਿਣੇ ਜਿਹੜੇ ਇਕੱਠੇ ਕੀਤੇ ਪਏ ਸਨ ਉਹ ਸਾਰੇ ਚੁੱਕ ਲਏ, ਇਹਨੇ ਚੋਰੀ ਕਰ ਲਈ। ਨਿਕਸਨ ਲੱਗਿਓ ਬਹਿਰ ਕੋ ਧਾਏ, ਜਦੋਂ ਇਹ ਬਾਹਰ ਨਿਕਲਣ ਲੱਗਿਆ, ਵਿਹੜੇ ਤੋਂ ਬਾਹਰ ਗਿਆ, ਉਹ ਵੱਡਾ ਦਰਵਾਜ਼ਾ ਜਦੋਂ ਖੋਲਣ ਲੱਗਿਆ ਤਾਂ ਕੀ ਦੇਖਦਾ ਹੈ? ਤਾਰੋ ਪੌਰ ਪਿਖਿਓ ਹਟ ਆਏ, ਉਸ ਦਰਵਾਜ਼ੇ ਨੂੰ ਜਿਹੜਾ ਹਨ ਕੁੰਡੀ ਲੱਗੀ ਹੋਈ ਆ ਤੇ ਜਿੰਦਾ ਲੱਗਿਆ ਹੋਇਆ ਹੈ। ਇਹ ਦੇਖ ਕਰਕੇ ਵਾਪਸ ਆ ਗਿਆ, ਹੁਣ ਜਾ ਨਹੀਂ ਸਕਦਾ ਕਿਉਂਕਿ ਦਰਵਾਜ਼ਾ ਵੀ ਉੱਚਾ ਸੀ। ਮੂਲੇ ਕੋ ਕਰ ਸੰਗ ਜਗਾਵਾ, ਉਸ ਵੇਲੇ ਦੇਖੋ ਇਹ ਜਿਹੜਾ ਠੱਗ ਹੈ ਕਿੰਨਾ ਕੌਨਫੀਡੈਂਟ ਹੈ, ਇਹਨੇ ਜਾ ਕੇ ਮੂਲੇ ਨੂੰ ਉਠਾਇਆ ਵਿਚਾਰੇ ਨੂੰ, ਉਹ ਸੁੱਤੇ ਪਈ ਨੂੰ ਜਾ ਕੇ ਉਠਾਇਆ, ਕਪਟ ਧਾਰ ਕੇ ਬਚਨ ਅਲਾਵਾ, ਹੱਥ ਲਾ ਕੇ ਉਹਨੂੰ ਹਿਲਾ ਕੇ ਉਠਾਇਆ ਤੇ ਕਹਿੰਦਾ ਇਹ ਜਿਹੜਾ ਠੱਗ ਸੀ ਨਾ ਇਹ ਕਪਟ ਧਾਰ ਆਪਣੇ ਹਿਰਦੇ ਵਿੱਚ ਇਹਦੇ ਪਾਪ ਹੈ। ਇਹਨੇ ਫਿਰ ਕਿਹਾ ਮੂਲੇ ਨੂੰ, ਜਾਵਾਂ ਵਹਿਰ ਦੀਜੀਐ ਤਾਰੀ, ਮੂਲਾ ਕੀੜ ਨੂੰ ਕਹਿੰਦਾ ਮੈਂ ਬਾਹਰ ਜਾਣਾ ਹੈ, ਇਸ ਕਰਕੇ ਤੂੰ ਦਰਵਾਜ਼ਾ ਜਿਹੜਾ ਸਾਹਮਣੇ ਵਿਹੜੇ ਵਾਲਾ ਨਾ ਉਹ ਖੋਲ ਦੇ, ਉਹ ਗੇਟ ਖੋਲ ਦੇ, ਮੈਂ ਬਾਹਰ ਜਾਣਾ ਹੈ। ਹੋਵਤ ਸੂਰ ਉਦਰ ਮੁਝ ਭਾਰੀ, ਕਹਿੰਦੇ ਮੇਰਾ ਢਿੱਡ ਦੁਖਦਾ ਹੈ, ਮੈਂ ਟਾਇਲਟ ਜਾਣਾ ਹੈ, ਮੈਂ ਪਾਸ ਮੋਸ਼ਨ ਕਰਨਾ ਹੈ ਜੀ, ਇਸ ਕਰਕੇ ਮੇਰਾ ਢਿੱਡ ਬਹੁਤ ਦੁਖਦਾ ਹੈ। ਦੋਹਰਾ ਮੂਲਾ ਬੋਲਿਓ ਸੰਤ ਜੀ ਵਹਿਰ ਤਿਮਰ ਕਿਉਂ ਜਾਤ, ਉਸ ਵੇਲੇ ਮੂਲਾ ਕਹਿਣ ਲੱਗਾ, ਕਹਿੰਦਾ ਦੇਖ, ਕਹਿੰਦਾ ਸੰਤ ਜੀ ਤੂੰ ਕਿਉਂ ਬਾਹਰ ਚੱਲਿਆ ਹਾਂ? ਇਹ ਤਾਂ ਹਨੇਰਾ ਪਿਆ ਬਾਹਰ, ਕੋਈ ਬੱਤੀ ਨਹੀਂ, ਇੰਨਾ ਹਨੇਰਾ ਹੈ ਹੁਣ, ਹਾਂਜੀ ਰਾਤ ਪਈ ਹੋਈ ਹੈ, ਹਮ ਜਿਹੜਾ ਹਨ ਬੜਾ ਹਨੇਰਾ ਹੈ ਬਾਹਰ। ਰਮਨੇ ਬੈਠੋ ਅਜਰ ਮਹਿ ਹਉ ਉਚਾਏ ਹੋ ਪ੍ਰਾਤ, ਦੇਖੋ ਕਿੰਨੀ ਸੇਵਾ ਭਾਵਨਾ ਹੈ। ਕਹਿੰਦੇ ਸੰਤ ਜੀ ਜੇ ਤੁਸੀਂ ਟਾਇਲਟ ਜਾਣਾ ਹੀ ਆ ਨਾ, ਅੱਗੇ ਟਾਇਲਟ ਨਹੀਂ ਹੁੰਦੀਆਂ ਸਨ ਨਾ, ਖੇਤਾਂ ਵਿੱਚ ਲੋਕ ਕਰਦੇ ਸਨ, ਕਹਿੰਦੇ ਜੇ ਤੂੰ ਟਾਇਲਟ ਜਾਣਾ ਹੀ ਆ ਨਾ ਆ ਵਿਹੜੇ 'ਚ ਬਹਿ ਜਾ, ਇੱਥੇ ਹੀ ਬਹਿ ਜਾ, ਅਤੇ ਵਿਹੜੇ 'ਚ ਬਹਿ ਜਾ ਤੇ ਇੱਥੇ ਕਰ ਲਾ ਤੇਰਾ ਜਿਹੜਾ ਕੰਮ ਤੂੰ ਕਰਨਾ ਹੈ, ਸਵੇਰੇ ਜਿਹੜਾ ਹਨ ਤੇਰੀ ਵੇਸਤ ਨੂੰ ਮੈਂ ਚੁਕਵਾ ਦੂੰਗਾ, ਮੈਂ ਚੱਕ ਕੇ ਆਪੇ ਬਾਹਰ ਸੱਟ ਕੇ ਆਉਂਗਾ, ਤੂੰ ਇੱਥੇ ਕਰ ਲਾ। ਦੇਖੋ ਕਿੰਨੀ ਭਾਵਨਾ ਹੈ ਜੀ, ਕਿੰਨੀ ਭਾਵਨਾ ਸੇਵਾ ਦੀ ਹੈ। ਅੱਜ ਕੱਲ੍ਹ ਲੋਕੀ ਆਪਣੇ ਪੈਟ ਦੇ ਜਿਹੜੀਆਂ ਹਨ ਉਹ ਡ੍ਰੌਪਿੰਗ ਚੁੱਕਦੇ ਫਿਰਦੇ ਹਨ। ਹਾਂਜੀ ਦੇਖੋ ਉਸ ਵੇਲੇ ਦੇਖੋ ਸਿੱਖਾਂ ਦੀ ਕਿੰਨੀ ਭਾਵਨਾ ਸੀ। ਉਹਨੂੰ ਕਹਿੰਦਾ ਘਰ 'ਚ ਬਹਿ ਕੇ ਕਰ ਲਾ, ਕੋਈ ਨਹੀਂ ਉਚਿਆ ਦੇਂਗੇ, ਅੱਜ ਜਿਹੜੀ ਹੈ ਉਹ ਜਿਹੜੀ ਬਾਕੀ ਹੋਵੇਗਾ ਉਹ ਮੈਂ ਆਪੇ ਚੱਕ ਕੇ ਬਾਹਰ ਸੱਟਾਂਗਾ। ਚੌਪੇ ਬੋਲਿਓ ਬੰਚਕ ਬਾਹਰ ਜਾਉ, ਸੋ ਉਸ ਵੇਲੇ ਇਹ ਬੰਚਕ ਠੱਗ ਕਹਿੰਦਾ ਨਹੀਂ ਮੈਂ ਤਾਂ ਬਾਹਰ ਹੀ ਜਾਣਾ ਹੈ, ਸਦਨ ਵਿਖੇ ਬੈਠੇ ਤੇ ਸ਼ਰਮਾਓ, ਮੈਂ ਇੱਥੇ ਬਹਿ ਕੇ ਕਰਾਣਾ, ਮੈਨੂੰ ਸ਼ਰਮ ਆਉਂਦੀ ਹੈ, ਕਿਤੇ ਕੋਈ ਦੇਖ ਨਾ ਲਵੇ, ਮੈਨੂੰ ਆਪੇ ਸ਼ਰਮ ਆਉਂਦੀ, ਮੈਂ ਵਿਹੜੇ 'ਚ ਬੈਠਾ ਕਰੀ ਜਾਂਦਾ ਆਪਣਾ ਕੰਮ, ਕਹਿੰਦੇ ਮੈਨੂੰ ਬੜੀ ਸ਼ਰਮ ਆਏਗੀ। ਉੱਠ ਕੇ ਮੂਲਾ ਲੈ ਕਰ ਤਾਰੀ, ਉਸ ਵੇਲੇ ਮੂਲਾ ਕੀੜ ਜਿਹੜਾ ਸੀ ਵਿਚਾਰਾ ਅੰਦਰ ਗਿਆ, ਜਾ ਕੇ ਅੰਦਰੋਂ ਚਾਬੀ ਲੈ ਕੇ ਆਇਆ। ਆਇਓ ਜਬ ਹੀ ਅਜਰ ਮਝਾਰੀ, ਜਦੋਂ ਆਇਆ ਨਾ ਵਿਹੜੇ ਦੇ ਵਿੱਚ, ਬੰਚਕ ਕਾਖ ਵਿਖੇ ਤੇ ਗਿਰੇ, ਉਹਨੇ ਕੀ ਕੀਤਾ, ਉਹ ਡੱਬਾ ਨਾ ਜਿਹੜਾ ਕਿ ਸੋਨੇ ਦਾ ਗਹਿਣਿਆਂ ਦਾ ਸੀ ਨਾ, ਉਹਨੇ ਕੱਪੜੇ ਵਿੱਚ ਲਪੇਟ ਕੇ ਆਪਣੇ ਕੱਛ ਵਿੱਚ ਪਾਇਆ ਹੋਇਆ ਸੀ ਉਹ ਚੋਰ ਨੇ। ਤੇ ਉਹ ਕੀ ਹੋਇਆ ਉਸ ਵੇਲੇ, ਇਹ ਜਿਹੜਾ ਹਨ ਚੋਰ ਦੇ ਜੀ ਕੱਛ ਥੋੜੀ ਉੱਚੀ ਚੁੱਕੀ ਗਈ ਅੰਪੇ, ਉਹ ਜਿਹੜਾ ਹਾਂ ਉਤੋਂ ਛੁੱਟ ਕੇ ਡਿੱਗ ਪਿਆ, ਉਹ ਡੱਬਾ ਧਰਤੀ ਤੇ ਡਿੱਗ ਪਿਆ। ਭੂਖਨ ਪਰਨਾ ਉਠਾਏ ਸੋ ਡਰੇ, ਕੀ ਹੋਇਆ, ਉਹ ਡੱਬਾ ਜਦੋਂ ਥੱਲੇ ਡਿੱਗਿਆ ਨਾ ਧਰਤੀ ਤੇ, ਉਹ ਖੁੱਲ ਗਿਆ, ਖੁੱਲ ਕੇ ਉਹ ਸਾਰੇ ਗਹਿਣੇ ਖਿਲਰ ਗਏ ਧਰਤੀ ਤੇ। ਮੂਲੇ ਤਬ ਉਠਾਏ ਨਿਜ ਹੱਥਾ, ਦੇਖੋ ਮੂਲੇ ਵਿੱਚ ਕਿੰਨੀ ਗੁਰਸਿੱਖੀ ਭਾਵਨਾ ਹੈ। ਉਹਨੇ ਆਪ ਹਰ ਇੱਕ ਗਹਿਣਾ ਚੁੱਕ ਕੇ ਝਾੜ ਕੇ ਫੇਰ ਮੁੜ ਕੇ ਡੱਬੇ 'ਚ ਪਾ ਕੇ ਉਹ ਡੱਬਾ ਬੰਦ ਕਰਕੇ ਦਏ ਤਾਹੇ ਕੋ ਤਬ ਹਿਤ ਸਾਥਾ, ਉਹ ਚੱਕ ਕੇ ਉਹ ਡੱਬਾ ਵਾਪਸ ਉਹ ਚੋਰ ਨੂੰ ਦੇ ਦਿੱਤਾ, ਕਹਿੰਦਾ ਇਹ ਤੁਹਾਡਾ ਡੱਬਾ ਡਿੱਗ ਪਿਆ ਸੀ। ਦੋਹਰਾ ਤਿਹ ਕੋ ਵਹਿਰ ਨਿਕਾਸ ਕੈ ਸੋਏ ਰਹਿਓ ਵਿੱਚ ਧਾਮ, ਉਹਨੂੰ ਬਾਹਰ ਜਿਹੜਾ ਹੈ ਜਾਣ ਦਿੱਤਾ, ਖੋਲ ਕੇ ਦਰਵਾਜ਼ਾ, ਕਹਿੰਦਾ ਕਿ ਉਹਨੇ ਚਲਿਆ ਜਾ, ਉਹਨੇ ਫੇਰ ਮੁੜ ਕੇ ਜਿਹੜਾ ਹਨ ਦਰਵਾਜ਼ਾ ਬੰਦ ਕਰਕੇ ਅੰਦਰ ਆ ਕੇ ਸੌਂ ਗਿਆ ਮੂਲਾ ਕੀੜ। ਭੀ ਪਰ ਬਾਤ ਤੇ ਥਾਨ ਕੋ ਦੇਖਤ ਮੂਲੇ ਬਾਮ, ਜਦੋਂ ਸਵੇਰ ਹੋਈ ਉਸ ਮੂਲੇ ਕੀੜ ਦੀ ਘਰ ਵਾਲੀ ਤਿਆਰ ਹੋਣ ਲੱਗੀ ਤੇ ਉਹਨੇ ਆਪਣੇ ਗਹਿਣਿਆਂ ਦਾ ਡੱਬਾ ਦੇਖਿਆ, ਹੈ ਨਹੀਂ ਉੱਥੇ। ਚੌਪਈ ਭੂਖਨ ਧਰੇ ਨਹੀਂ ਕਿਹ ਥਾਈ, ਪੁੱਛਣ ਲੱਗੀ ਮੂਲਾ ਨੂੰ, ਦੇਖ ਭਾਈ ਮੇਰਾ ਆ ਡੱਬਾ ਜਿਹੜਾ ਗਹਿਣਿਆਂ ਦਾ ਕਿੱਥੇ ਚਲਿਆ ਗਿਆ, ਮੈਨੂੰ ਲੱਭਦਾ ਨਹੀਂ। ਕਹਾਂ ਗਏ ਕਹਿ ਲੀਨ ਚੁਰਾਈ, ਕਹਿਣ ਲੱਗੇ ਕਿਤੇ ਚਲੇ ਗਏ ਜਾਂ ਕਿਸੇ ਨੇ ਚੋਰੀ ਕਰ ਲਏ ਹੋਣੇ ਹਨ। ਘਰ ਵਾਲੀ ਕਹਿੰਦੀ ਮੂਲਾ ਕਹੈ ਰਹਿਣ ਘਰ ਮਾਹੀ, ਮੂਲਾ ਕਹਿਣ ਲੱਗਾ ਦੇਖ ਆਪਣੀ ਘਰ ਵਾਲੀ ਨੂੰ ਕਹਿੰਦਾ
ਕਹਿੰਦਾ ਦੇਖ ਕਿ ਭਾਗਵਣੇ ਕਹਿ ਦਿੰਦੇ ਸੀ ਜਾਂ ਹੋਰ ਕੁਝ ਕਹਿੰਦੇ ਸੀ। ਹਾਂਜੀ, ਸੋ ਕਹਿੰਦੇ ਭਾਗਵਣੇ ਤੂੰ ਦੇਖ ਲੈ ਭਾਈ, ਘਰ ਵਿੱਚ ਨਾ ਮੈਨੂੰ ਲੱਗਦਾ ਰਾਤ ਵੇਲੇ ਤਸਕਰ ਲਗੇ ਨਾ ਜਾਣੇ ਜਾਈ। ਕਹਿਣ ਲੱਗੇ ਜ਼ਰੂਰ ਚੋਰ ਆ ਗਏ ਹੋਣੇ ਹਨ, ਆਪਾਂ ਸੁੱਤੇ ਹੀ ਰਹਿ ਗਏ, ਆਪਾਂ ਨੂੰ ਪਤਾ ਨਹੀਂ ਲੱਗਿਆ, ਚੋਰ ਪੈ ਗਏ ਸੀ ਰਾਤ ਨੂੰ, ਉਹ ਚੁੱਕ ਕੇ ਲੈ ਗਏ ਹੋਣੇ ਹਨ। ਲੈ ਗਮਨੇ ਭੂਖਣ ਕੋ ਸੋਈ। ਹਾਂ, ਕਹਿਣ ਲੱਗੇ ਤੇਰਾ ਡੱਬਾ ਤਾਂ ਚੋਰਾਂ ਨੇ ਚੱਕਿਆ ਹੋਣਾ ਹੈ ਰਾਤ ਵੇਲੇ। ਜਾਗੇ ਤੇ ਅਸਗਤ ਹੋਈ। ਕਹਿਣ ਲੱਗੇ ਆਪਾਂ ਜਾਗੇ ਨਹੀਂ, ਆਪਾਂ ਸੌਂ ਗਏ ਸੀ। ਸੁੱਤੇ ਬੰਦੇ ਨਾਲ ਤਾਂ ਐਸਾ ਹੀ ਹਾਲ ਹੁੰਦਾ ਹੈ, ਚੋਰ ਆ ਕੇ ਚੋਰੀ ਕਰਕੇ ਚਲੇ ਜਾਂਦੇ ਹਨ। ਐਸਾ ਹਮਾਰੇ ਘਰ ਸਿੱਖ ਜੋ। ਕਹਿਣ ਲੱਗੇ ਪਰ ਜਰਾ ਹਨ ਇਹ ਦੇਖ, ਕਹਿੰਦੇ ਆਪਣੇ ਘਰ ਵਿੱਚ ਨਾ ਕੱਲ ਇੱਕ ਸਿੱਖ ਆਇਆ ਸੀ ਗੁਰੂ ਨਾਨਕ ਦਾ। ਹਾਂਜੀ, ਉਹ ਠੱਗ ਦੇ ਬਾਰੇ ਗੱਲ ਕਰਦੇ ਨੇ। ਕਹਿੰਦੇ ਉਹ ਸਿੱਖ ਆਇਆ ਸੀ ਆਪਣੇ ਘਰੇ ਤੇ ਉਹ ਰਾਤ ਇੱਥੇ ਰਿਹਾ ਸੀ ਨਾ। ਉੱਠ ਕਰ ਗਇਓ ਸੋ ਲੱਜਤ ਹੋ। ਉਹਨੂੰ ਵਿਚਾਰੇ ਨੂੰ ਪਤਾ ਲੱਗ ਗਿਆ ਵੀ ਚੋਰ ਪੈ ਗਏ, ਇਹਨਾਂ ਦੇ ਘਰ ਵਿੱਚ ਚੋਰੀ ਹੋ ਗਈ। ਤੇ ਉਹ ਵਿਚਾਰਾ ਸਿੱਖ ਜਿਹੜਾ ਸੀ ਨਾ, ਵਿਚਾਰਾ ਕੱਚੀ ਨੀਂਦ ਉੱਠ ਕੇ ਵਿਚਾਰਾ ਆਪ ਹੀ ਚਲਿਆ ਗਿਆ। ਉਹਨੇ ਵਿਚਾਰੇ ਨੇ ਸੋਚਿਆ ਕਿ ਇਹਨਾਂ ਦੇ ਘਰ ਚੋਰੀ ਹੋ ਗਈ ਹੈ, ਹੁਣ ਮੈਂ ਕਿਉਂ ਇਹਨਾਂ ਦੇ ਘਰ ਵਿੱਚ ਭਾਰ ਪਾਉਣਾ, ਇਹਨਾਂ ਦੇ ਉੱਤੇ ਹੋਰ ਖੇਚਲ ਪਾਵਾਂਗਾ। ਕਹਿੰਦੇ ਉਹ ਆਪੇ ਵਿਚਾਰਾ ਉੱਠ ਕੇ ਚਲਿਆ ਗਿਆ। ਦੋਹਰਾ ਸਭ ਦੇ ਵਹਿੰਗੇ ਦੋ ਸਮੁਝ ਅਸ ਜਾਨੀ ਮਨਵਾ। ਉਹ ਵਿਚਾਰੇ ਸਿੱਖ ਨੇ ਸੋਚਿਆ ਹੋਣਾ ਕਿਤੇ ਮੇਰੇ ਤੇ ਨਾ ਦੋਸ਼ ਲਾ ਦੇਣ, ਕਿਤੇ ਮੈਨੂੰ ਨਾ ਬਲੇਮ ਕਰਨ, ਇਸ ਕਰਕੇ ਕਹਿੰਦਾ ਉਹ ਵਿਚਾਰਾ ਸਿੱਖ ਜਾ ਸਵੇਰੇ ਸਵੇਰੇ ਉੱਠ ਕੇ ਆਪੇ ਚਲਿਆ ਗਿਆ ਵਿਚਾਰਾ। ਹਾਂਜੀ, ਉਹ ਨਹੀਂ ਚਾਹੁੰਦਾ ਸੀਗਾ ਵੀ ਇਹੋ ਜਿਹੀ ਕੋਈ ਗੱਲ ਹੋਵੇ। ਗਇਓ ਵੱਡੀ ਪੁਨਸਾਰ ਤੇ ਸਿੱਖ ਦੋਸ ਕਛ ਨਾ ਹੈ। ਕਹਿਣ ਲੱਗੇ ਗਿਓ ਵੱਡੀ ਪੁਨਸਾਰ ਤੇ। ਕਹਿਣ ਲੱਗੇ ਦੇਖੋ ਉਹ ਸਿੱਖ ਤਾਂ ਸਵੇਰੇ ਸਵੇਰੇ ਚਲਿਆ ਗਿਆ ਤੇ ਇਹ ਜਿਹੜਾ ਸਿੱਖ ਦਾ ਵਿਚਾਰੇ ਦਾ ਕੋਈ ਕਸੂਰ ਨਹੀਂਗਾ। ਉਹ ਤਾਂ ਵਿਚਾਰਾ ਸ਼ਰਮ ਦੇ ਮਾਰੇ ਚਲਿਆ ਗਿਆ ਵੀ ਕਿਤੇ ਜਿਹੜਾ ਸਿੱਖ ਦੇ ਘਰ 'ਚ ਵਿਪਤਾ ਪੈ ਗਈ, ਮੈਂ ਜਿਹੜਾ ਹਾਂ ਇੱਥੇ ਰਹਿ ਕੇ ਮੈਂ ਕਿਉਂ ਹੋਰ ਇਹਨਾਂ ਤੇ ਜਿਹੜਾ ਹਾਂ ਇਹਨਾਂ ਨੂੰ ਜਿਹੜਾ ਹਾਂ ਖੇਚਲ ਪਾਉਣੀ ਹੈ। ਦੂਜਾ ਉਹ ਵੀ ਵਿਚਾਰਾ ਸ਼ਰਮਿੰਦਾ ਹੋ ਗਿਆ ਵੀ ਮੈਂ ਆਇਆ ਤੇ ਇਹਨਾਂ ਦੇ ਘਰ 'ਚ ਚੋਰੀ ਹੋ ਗਈ, ਇਸ ਕਰਕੇ ਉਹ ਚਲਿਆ ਗਿਆ। ਦੇਖੋ ਕਿਹੋ ਜਿਹੀ ਕਹਾਣੀ ਮੂਲਾ ਕੀੜ ਨੇ ਆਪਣੇ ਘਰ ਵਾਲੀ ਨੂੰ ਦੱਸੀ। ਚੌਪਈ ਨਿਜ ਤੇ ਕੋ ਭੂਖਣ ਕਰਵਾਏ। ਫਿਰ ਆਪਣੇ ਘਰ ਵਾਲੀ ਵਾਸਤੇ ਉਹਨੇ ਨਵੇਂ ਗਹਿਣੇ ਬਣਵਾ ਦਿੱਤੇ ਮੂਲਾ ਕੀੜ ਨੇ। ਔਰ ਹਰਖ ਹਿਤ ਤਤ ਛਿਨ ਪਾਏ। ਔਰ ਹਰਖ ਹਿਤ ਕਹਿੰਦੇ ਹੋਰ ਵੀ ਜ਼ਿਆਦੇ ਮਿਲ ਗਏ ਉਸਦੀ ਘਰ ਵਾਲੀ ਨੂੰ, ਗਹਿਣੇ ਤੇ ਸੋਹਣੇ ਲੇਟਸ ਵਾਲੇ ਮਿਲ ਗਏ। ਉਹ ਬੜੀ ਖੁਸ਼ ਹੋਈ। ਚੇਤਕ ਦਿਵਸ ਮਹਿ ਪ੍ਰਭ ਟਿਗ ਆਇਓ। ਕੁਝ ਕੁ ਦਿਨਾਂ ਬਾਅਦ ਮੂਲਾ ਕੀੜ ਚੱਲ ਕੇ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਨਮਸਕਾਰ ਕਰ ਦਰਸ਼ਨ ਪਾਇਓ। ਆ ਕਰਕੇ ਸਤਿਗੁਰਾਂ ਨੂੰ ਨਮਸਕਾਰ ਕੀਤੇ, ਦਰਸ਼ਨ ਕੀਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ। ਕਿਰਪਾ ਨਿਧਾਨ ਕਹਿਓ ਸੁਨ ਮੂਲਾ। ਦੇਖੋ ਗੁਰੂ ਮਹਾਰਾਜ ਜੀ ਜਾਣੀ ਜਾਣ ਹਨ, ਮਹਾਰਾਜ ਕੋ ਸਭ ਕੁਝ ਜਾਣਦੇ ਸਨ ਤੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੁਨ ਮੂਲਾ, ਹੇ ਮੂਲਾ ਕੀੜ ਸੁਣ। ਹਿਰਦਾ ਤੋਰ ਸਿੱਖੀ ਅਨਕੂਲਾ। ਕਹਿਣ ਲੱਗੇ ਤੇਰਾ ਹਿਰਦਾ ਜਿਹੜਾ ਹੈ ਨਾ ਸਿੱਖੀ ਦੇ ਅਨੁਕੂਲ ਹੈ ਤੇ ਸਿੱਖੀ ਦੇ ਅਨਸਾਰ ਹੈ। ਤੇਰਾ ਜੀਵਨ ਇੱਕ ਸਿੱਖ ਵਾਲਾ ਜੀਵਨ ਹੈ, ਤੇਰੀ ਸੋਚਣੀ ਇੱਕ ਸਿੱਖ ਵਾਲੀ ਸੋਚਣੀ ਹੈ, ਤੇਰੀ ਭਾਵਨਾ ਇੱਕ ਸੱਚੇ ਗੁਰਸਿੱਖ ਵਾਲੀ ਹੈ। ਮਮ ਪਰਦਾ ਤੈ ਟਕਿਓ ਬਣਾਈ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੂਲਾ ਕੀੜ ਨੂੰ, ਕਹਿੰਦੇ ਮੂਲਾ ਕੀੜ ਤੂੰ ਮੇਰਾ ਪਰਦਾ ਟਕਿਆ ਹੈ, ਤੂੰ ਮੇਰਾ ਪਰਦਾ ਢੱਕ ਲਿਆ ਹੈ। ਦੇਖੋ ਪਰਦਾ ਢਕਣਾ ਇਹ ਹੁੰਦਾ ਹੈ ਨਾ, ਕਹਿੰਦੇ ਦੇਖੋ ਇਹ ਸਿੱਖ ਨੂੰ ਪਤਾ ਸੀਗਾ ਵੀ ਉਹ ਠੱਗ ਹੈ, ਉਹਨੇ ਚੋਰੀ ਕੀਤੀ, ਪਰ ਮੂਲਾ ਕੀੜ ਨੇ ਜਿਹੜੀ ਹੈ ਬਿਲਕੁਲ ਵੀ ਉਹਨੂੰ ਕੁਝ ਨਹੀਂ ਕਿਹਾ, ਕਿਉਂਕਿ ਉਹਨੇ ਚੋਲਾ ਪਾਇਆ ਸੀ ਗੁਰੂ ਨਾਨਕ ਦੇ ਸਿੱਖ ਦਾ। ਗੁਰੂ ਨਾਨਕ ਨੂੰ ਉਹਨੇ ਆਪਣਾ ਗੁਰੂ ਕਿਹਾ ਸੀਗਾ, ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਉਹ ਆਉਂਦਾ ਸੀਗਾ। ਤੇ ਮੂਲਾ ਕੀੜ ਨੂੰ ਇਹ ਸੀਗਾ ਜੇ ਮੈਂ ਇਹਨੂੰ ਚੋਰ ਕਹਿਤਾ ਤਾਂ ਮੇਰੇ ਗੁਰੂ ਦੀ ਜਿਹੜੀ ਹੈ ਬੇਅਦਬੀ ਹੋਵੇਗੀ। ਲੋਕ ਕੀ ਕਹਿਣਗੇ, ਗੁਰੂ ਨਾਨਕ ਦਾ ਸਿੱਖ ਇਹੋ ਜਿਹਾ ਹੁੰਦਾ ਹੈ, ਗੁਰੂ ਨਾਨਕ ਦੇ ਸਿੱਖ ਚੋਰੀਆਂ ਕਰਦੇ ਨੇ, ਗੁਰੂ ਨਾਨਕ ਦੇ ਸਿੱਖ ਝੂਠ ਬੋਲਦੇ ਨੇ। ਇਸ ਕਰਕੇ ਮੂਲਾ ਕੀੜ ਨੇ ਉਸ ਜਿਹੜਾ ਹਨ ਚੋਲੇ ਦਾ ਸਤਿਕਾਰ ਕੀਤਾ। ਉਹ ਚੋਰ ਸੀ ਭਾਵੇਂ ਠੱਗ ਸੀਗਾ, ਉਹਨੇ ਇੱਕ ਵਾਰੀ ਕਹਿਤਾ ਮੈਂ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦਾ। ਬਸ ਮੂਲਾ ਕੀੜ ਨੇ ਸੋਚਿਆ ਜੇ ਇਹਨੂੰ ਹੁਣ ਕੁਝ ਵੀ ਹੋਇਆ ਦਾਗ ਮੇਰੇ ਗੁਰੂ ਤੇ ਨਾ ਲੱਗੇ, ਕਿਤੇ ਉਹ ਜਿਹੜਾ ਬਲੇਮ ਮੇਰੇ ਗੁਰੂ ਤੇ ਨਾ ਜਾਵੇ ਕਿ ਮੇਰੇ ਗੁਰੂ ਨੇ ਸਿੱਖਿਆ ਨਹੀਂ ਨੂੰ ਚੰਗੀ ਦਿੱਤੀ ਤਾਂ ਇਹ ਚੋਰ ਦਾ ਚੋਰ ਰਹਿ ਗਿਆ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੂਲਾ ਕੀੜ ਤੂੰ ਮੇਰਾ ਪਰਦਾ ਟਕਿਆ ਹੈ, ਸੋ ਇਸ ਕਰਕੇ ਤੂੰ ਮੇਰਾ ਪਰਦਾ ਢੱਕਣ ਨਾਲ ਤੇਰੋ ਢੱਕ ਹੈ ਗੁਰੂ ਸਦਾ। ਕਹਿੰਦੇ ਮੂਲਿਆ ਤੇਰਾ ਜਿਹੜਾ ਪਰਦਾ ਮੈਂ ਹਮੇਸ਼ਾ ਹੀ ਢਕਾਂਗਾ। ਪਰਦਾ ਢਕਣਾ ਹੁੰਦਾ ਹੈ ਦੇਖ ਕੇ ਅਣਡਿੱਠ ਕਰਨਾ, ਕਿਸੇ ਦੀ ਗਲਤੀ ਕਿਸੇ ਦਾ ਪਾਪ ਦੇਖ ਕੇ ਵੀ ਅੱਖਾਂ ਬੰਦ ਕਰ ਲੈਣੀਆਂ, ਨਹੀਂ ਦੱਸਣਾ, ਫਿਰ ਵੀ ਉਹਦਾ ਭਲਾ ਚਾਹਣਾ, ਇਹਨੂੰ ਕਹਿੰਦੇ ਆ ਪਰਦਾ ਢਕਣਾ। ਹਾਂਜੀ, ਜਿਹੜਾ ਹਨ ਜਿਵੇਂ ਆਪਾਂ ਰੁਮਾਲਾ ਚੜਾਉਂਦੇ ਆ ਨਾ, ਰੁਮਾਲਾ ਚੜਾਉਣ ਦਾ ਜਿਹੜਾ ਹੈ ਸਿਸਟਮ ਕਿਉਂ ਚੱਲਿਆ, ਸਿੰਪਲ ਹੈ। ਜਿਹੜਾ ਹਨ ਆਪਾਂ ਪਰਦਾ ਢੱਕਦੇ ਹਾਂ, ਸਤਿਗੁਰੂ ਜੀ ਬਸਤਰ ਕਬੂਲ ਕਰੋ ਤੇ ਸਾਡੇ ਪਰਦੇ ਢਕੋ, ਕਿਉਂਕਿ ਅਸੀਂ ਔਗਣਾਂ ਦੇ ਭਰੇ ਹਾਂ। ਜੇ ਸਾਡੇ ਔਗਣਾਂ ਦਾ ਲੋਕਾਂ ਨੂੰ ਪਤਾ ਲੱਗ ਗਿਆ ਨਾ, ਲੋਕਾਂ ਨੇ ਛੱਡਣਾ ਨਹੀਂ ਸਾਨੂੰ। ਅੰਦਰ ਖਾਮੀਆਂ ਜਿਹੜੀਆਂ ਮਾੜੇ ਖਿਆਲ ਆਉਂਦੇ ਆ ਨਾ,
ਭੈੜੇ ਖਿਆਲ ਆਉਂਦੇ। ਜੇ ਦੁਨੀਆ ਨੂੰ ਪਤਾ ਲੱਗ ਜਾਵੇ ਤਾਂ ਸਾਡਾ ਕੀ ਬਣੇਗਾ? ਗੁਰੂ ਆਪਣੇ ਸਿੱਖ ਦੇ ਪਰਦੇ ਢੱਕਦਾ ਹੈ। ਦੋਹਰਾ ਸ਼ਬਦ ਗੁਰੂ ਕੋ ਹਿਰਦਾ ਹੈ, ਸਰਵਨ ਮਨਨ ਨਿਧਿਆਸ। ਸ਼ਬਦ ਗੁਰੂ ਕੋ ਹਿਰਦਾ ਹੈ, ਕਹਿਣਗੇ ਸ਼ਬਦ ਜਿਹੜਾ ਗੁਰੂ ਦਾ ਹੈ ਨਾ, ਇਹ ਹਿਰਦਾ ਹੈ। ਗੁਰੂ ਦਾ ਹਿਰਦਾ ਕੀ ਹੈ? ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਹੀ ਗੁਰੂ ਦਾ ਹਾਰਟ ਹੈ, ਗੁਰੂ ਦਾ ਹਿਰਦਾ ਹੈ। ਸਰਵਣ ਸੁਣਨਾ, ਮੰਨਣਾ ਤੇ ਉਹਦੀ ਕਮਾਈ ਕਰਨੀ, ਨਿਧਿਆਸ ਕਰਨਾ। ਕਰਹੁ ਸਦਾ ਉਰ ਗਿਆਨ ਹੋਇ, ਬੰਧਨ ਜਗਤ ਬਿਨਾਸ਼। ਜਾ ਮੁੱਲਾ ਕੀੜ, ਤੂੰ ਹਮੇਸ਼ਾ ਹੀ ਇਹ ਕਰ, ਗੁਰੂ ਦੀ ਬਾਣੀ ਨੂੰ, ਗੁਰੂ ਦਾ ਹਿਰਦਾ ਜਾਣ ਕੇ ਪੜਿਆ ਕਰ, ਪ੍ਰੇਮ ਕਰ, ਤੇ ਕਹਿੰਦੇ ਤੇਰੇ ਸਾਰੇ ਜਗ ਦੇ ਬੰਧਨ ਨਾਸ਼ ਹੋ ਜਾਣਗੇ। ਚੌਪੇ ਤ੍ਰਿਕਾ ਲੱਗ ਦਰਸੀ ਤੇ ਕਾਲਾ। ਦੇਖੋ ਤਿੰਨਾਂ ਕਾਲਾਂ ਦਾ ਗਿਆਤਾ ਬਣਾਤਾ ਮੁੱਲਾ ਕੀੜ ਨੂੰ। ਮੁੱਲਾ ਕੀੜ ਨੂੰ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ ਉਹਦੇ ਵਾਸਤੇ ਜਿਹੜਾ ਸਾਰਾ ਹੀ ਸਾਖਸ਼ਾਤ ਹੋ ਗਿਆ। ਪ੍ਰਭੂ ਕਿਰਪਾ ਤੇ ਭਇਓ ਨਿਹਾਲਾ, ਗੁਰੂ ਦੀ ਕਿਰਪਾ ਨਾਲ ਨਿਹਾਲ ਹੋ ਗਿਆ। ਸਦਨ ਗਇਓ ਹੋਇ ਮੋਹ ਬਿਨਾਹੀ। ਦੇਖੋ ਆਪਣੇ ਘਰ ਨੂੰ ਵਾਪਸ ਗਿਆ ਬਿਨਾ ਮੋਹ ਤੋਂ। ਉਹਦਾ ਮੋਹ ਹੀ ਸਤਿਗੁਰਾਂ ਨੇ ਕੱਟ ਦਿੱਤਾ, ਸਾਰਾ ਅਟੈਚਮੈਂਟ। ਹੰਤਾ ਤਜ ਵਰਤਿਓ ਜਗ ਮਾਹੀ। ਫਿਰ ਹੰਕਾਰ ਤੋਂ ਬਿਨਾ ਉਹ ਸੰਸਾਰ ਤੇ ਸੱਚਾ ਗੁਰਸਿੱਖ ਬਣ ਕੇ ਵਰਤਦਾ ਰਿਹਾ। ਇੱਕ ਦਿਨ ਸੰਗਤ ਕੇਰ ਮਝਾਰਾ। ਇੱਕ ਦਿਨ ਸੰਗਤ ਦੇ ਵਿੱਚ ਹੁਣ ਦੋ ਸਿੱਖਾਂ ਦੀ ਹੋਰ ਜਿਹੜੀ ਸਾਖੀ ਆਉਂਦੀ ਹੈ। ਬੈਠੇ ਪ੍ਰਭ ਹੈ ਸ਼ਬਦ ਵਿਚਾਰ। ਮਹਾਰਾਜ ਇੱਕ ਦਿਨ ਬੈਠੇ ਸਨ, ਸ਼ਬਦ ਦੀ ਵਿਚਾਰ ਕਰਦੇ। ਪ੍ਰਿਥਾ ਖੇਡਾ ਦਰਸ਼ਨ ਆਸੂ। ਉਸ ਵੇਲੇ ਦਰਸ਼ਨ ਕਰਨ ਵਾਸਤੇ ਜਿਹੜਾ ਹਨ ਭਾਈ ਪ੍ਰਿਥਾ ਜੀ ਤੇ ਭਾਈ ਖੇਡਾ ਜੀ ਆਏ। ਚੱਲ ਆਏ ਸ੍ਰੀ ਨਾਨਕ ਪਾਸੂ। ਆ ਕਰਕੇ ਸਤਿਗੁਰਾਂ ਦੇ ਕੋਲ ਚਰਨ ਬੰਦਨਾ ਕਰ ਕਹਿ ਦੋ। ਦੋਵਾਂ ਨੇ ਆ ਕੇ ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਤੇ। ਬੈਠੇ ਸ਼ਬਦ ਸੁਨਤ ਭੇਸੋ। ਬੈਠੇ ਸਨ, ਗੁਰਬਾਣੀ ਦਾ ਸ਼ਬਦ ਜਿਹਦੀ ਕਥਾ ਸਤਿਗੁਰੂ ਜੀ ਕਰ ਰਹੇ ਸਨ, ਸੁਣ ਰਹੇ ਸਨ। ਚਦਰ ਘਟੀ ਬੀਤੀ ਪਛਾਤੀ। 4 ਘੜੀਆਂ ਜਿਹੜਾ ਹਨ ਸਮਾਂ ਬੀਤਿਆ। 1 hour and 36 minutes ਜਿਹੜਾ ਹੈ, 1 ਘੰਟਾ ਤੇ 36 ਮਿੰਟ ਜੋ ਹੋਏ। 300 ਬੋਲੇ ਪ੍ਰਭ ਇਸ ਭਾਂਤੀ। ਉਸ ਵੇਲੇ ਜਹਾਂ 300 ਬੋਲੇ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਦੋ ਸਿੱਖਾਂ ਨੂੰ ਦੇਖ ਕੇ ਕਰਕੇ ਮਹਾਰਾਜ ਜੀ ਬੋਲੇ, ਜੋ ਕਛ ਕਾਮਨਾ ਰਹੇ ਥੇ ਤੁਮਾਰੇ। ਕਹਿਣ ਲੱਗੇ ਹੇ ਗੁਰਸਿੱਖੋ, ਜੋ ਕਾਮਨਾ ਤੁਹਾਡੇ ਹਿਰਦੇ ਵਿੱਚ ਮਨ ਵਿੱਚ ਹੈ, ਜੱਚ ਹੋ ਪੂਰ ਹੈ ਸ੍ਰੀ ਕਰਤਾਰੇ। ਕਹਿੰਗੇ ਜਾਚੋ ਮੰਗ ਲੋ, ਹੁਣ ਸ੍ਰੀ ਕਰਤਾਰ ਪਰਮਾਤਮਾ ਪੂਰੀ ਕਰੇਗਾ। ਸ਼ਬਦ ਵਿਚਾਰ ਸੁਣਿਓ ਜਬ ਦੋਈ। ਜਦੋਂ ਦੋਵਾਂ ਨੇ ਸ਼ਬਦ ਦੇ ਵਿਚਾਰ ਸੁਣ ਲਈ, ਮਨ ਨਿਰਮਲ ਹੋ ਗਏ। ਹਿਰਦੇ ਸ਼ਾਂਤ ਪ੍ਰਾਪਤ ਤਬ ਹੋਈ। ਹਿਰਦੇ ਵਿੱਚ ਸ਼ਾਂਤ ਪ੍ਰਾਪਤ ਹੋ ਗਈ ਉਹਨਾਂ ਦੇ। ਹੱਥ ਬੰਦ ਅਤਿ ਨਿਮਰੇ ਹੋਏ। ਹੱਥ ਜੋੜ ਕੇ ਉਹਨਾਂ ਨੇ ਬੜੀ ਨਿਮਰਤਾ ਦੇ ਵਿੱਚ ਬੋਲੇ ਲੋਭ ਲਹਿਰ ਮਨ ਖੋਏ। ਲੋਭ ਛੱਡ ਕੇ ਉਹ ਜਿਹੜੇ ਹਨ ਬੜੀ ਨਿਮਰਤਾ ਵਿੱਚ ਸਤਿਗੁਰਾਂ ਅੱਗੇ ਬੇਨਤੀ ਕੀਤੀ। ਸ੍ਰੀ ਗੁਰ ਸੁਨੋ ਕਰੋ ਜੇ ਕਰੁਣਾ। ਸ੍ਰੀ ਗੁਰੂ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰੋ, ਸਾਡੀ ਬੇਨਤੀ ਨੂੰ ਸੁਣੋ। ਚਰਨ ਸਰਨ ਨਿਜ ਦੀਜੈ ਪਰਨਾ। ਮਹਾਰਾਜ ਚਰਨ ਸ਼ਰਨ ਜਿਹੜੀ ਹੈ, ਤੁਹਾਡੀ ਚਰਨਾਂ ਦੀ ਸ਼ਰਨ ਜਿਹੜੀ ਹੈ ਸਾਨੂੰ ਦੇ ਨਾ ਕਰੋ, ਉਹਦਾ ਆਸਰਾ ਸਾਨੂੰ ਬਖਸ਼ੋ ਆਪ ਜੀ ਦੇ ਚਰਨਾਂ ਦਾ। ਜਨ ਹੈ ਸਗਰੋ ਜਗਤ ਅਸਾਰੇ। ਕਹਿਣਗੇ ਸਾਰਾ ਜਗਤ ਅਸੀਂ ਤਾਂ ਜਾਣ ਲਿਆ ਵੀ ਮਿੱਥਿਆ ਝੂਠਾ ਹੀ ਹੈ ਇਹ। ਸੁਪਨ ਪਦਾਰਥ ਜਿਉ ਨਿਰਧਾਰੇ। ਜਿਵੇਂ ਸੁਪਨੇ ਦੇ ਵਿੱਚ ਦੇਖੇ ਹੋਏ ਪਦਾਰਥ ਸੱਚੇ ਲੱਗਦੇ ਹਨ। ਮਾਨ ਹੁਕਮ ਪ੍ਰਭ ਹਰਖ ਹੋਵੀਜੈ। ਮਹਾਰਾਜ ਤੁਹਾਡਾ ਹੁਕਮ ਮੰਨ ਕੇ ਹੀ ਖੁਸ਼ੀ ਆਨੰਦ ਪ੍ਰਾਪਤ ਹੋਈਦਾ ਹੈ। ਨਾਹੇ ਚਾਹੇ ਕਛ ਇਹ ਭਰ ਦੀਜੈ। ਮਹਾਰਾਜ ਨਾਹੇ ਚਾਹੇ ਕਛ, ਮੈਂ ਅਸੀਂ ਕੁਝ ਨਹੀਂ ਚਾਹੁੰਦੇ, ਬਸ ਇੰਨਾ ਹੀ ਵਰ ਦੇ ਦਿਓ ਕਿ ਸਾਡੇ ਮਨ ਵਿੱਚ ਜਿਹੜਾ ਹੈ ਇਹ ਅਸਲੀਅਤ ਨੂੰ ਪ੍ਰਗਟ ਕਰਦੇ, ਇਹ ਅਸਲੀਅਤ ਦਾ ਗਿਆਨ ਹੋ ਜਾਵੇ ਕਿ ਦੁਨੀਆ ਝੂਠੀ ਹੈ, ਤੁਹਾਡੀ ਜਿਹੜੀ ਬਾਣੀ ਹੈ ਇਹੀ ਸੱਚੀ ਹੈ। ਬੋਲੇ ਸ੍ਰੀ ਪ੍ਰਭ ਹਮ ਪਗ ਤਹਿਵਾ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਹਮ ਪਗ ਤਹਿਵਾ, ਕਹਿੰਦੇ ਸਾਡੇ ਚਰਨ ਤਾਂ ਉੱਥੇ ਹਨ। ਬਸ ਹੈ ਸਦਾ ਸਤ ਸੰਗਤ ਜਹਵਾ। ਜਿੱਥੇ ਸਤ ਸੰਗਤ ਹੋਵੇ ਉੱਥੇ ਸਾਡੇ ਚਰਨ ਵਸਦੇ ਹਨ। ਜੇ ਸਾਡੇ ਚਰਨਾਂ ਨੂੰ ਲੋਚਣਾ ਹੈ, ਲੱਭਣਾ ਹੈ, ਤਾਂ ਉਹ ਉੱਥੇ ਜਾ ਕੇ ਲੱਭੋ ਜਿੱਥੇ ਸਤ ਸੰਗਤ ਜੁੜੀ ਹੋਵੇ। ਸੰਤ ਸਬਨ ਕੀ ਸੇਵ ਕਰੀਜੈ। ਇਸ ਕਰਕੇ ਸੰਤਾਂ ਦੀ ਸੇਵਾ ਕਰੋ, ਸਾਧ ਸੰਗਤ ਦੀ ਹਮੇਸ਼ਾ ਹੀ ਸੇਵਾ ਕਰਦੇ ਰਹੋ। ਤਿਨ ਮੈਂ ਮਿਲ ਕਰ ਸਮਾ ਬਤੀਜੈ। ਉਸ ਵੇਲੇ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ। ਸੋ ਇਹ ਜਿਹੜਾ ਹੈ ਕਹਿੰਦੇ ਐਸਾ ਜਿਹੜਾ ਹੈ ਸਤਿਗੁਰਾਂ ਦਾ ਹੁਕਮ ਹੈ। ਕਹਿੰਦੇ ਇਹ ਜਿਹੜਾ ਹੈ ਵਾਰ ਮਹੱਲਾ ਚੌਥੇ 'ਚ ਆਉਂਦੀ ਹੈ ਇਹ ਬਾਣੀ। ਦੇਖੋ ਇਹ ਬਾਣੀ ਦੇ ਵਿੱਚ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਨਾ, ਉਵੇਂ ਹੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ। ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਪਰਮਾਤਮਾ ਇੱਕ ਸਾਸ ਕਰਕੇ ਵੀ ਨਹੀਂ ਵਿਸਰਦਾ, ਨਹੀਂ ਭੁੱਲਦਾ। ਕਹਿੰਦੇ ਜਿਹੜਾ ਸੇ ਜਨ ਪੂਰੇ ਸਹੀ ਜਾਣ, ਉਹੀ ਪੂਰੇ ਤੇ ਸਹੀ ਹਨ। ਹਾਂਜੀ, ਸਹੀ ਜਿਹੜਾ ਹਨ ਉਹਨਾਂ ਨੂੰ ਹੀ ਜਾਣਨਾ ਚਾਹੀਦਾ ਹੈ। ਇਸ ਕਰਕੇ ਜਿਹੜਾ ਹੈ ਗੁਰੂ ਨਾਨਕ ਦਾ ਇਹ ਉਪਦੇਸ਼, ਸੰਤ ਸਬਨ ਕੀ ਸੇਵਾ ਕਰੀਜੈ, ਸੰਤਾਂ ਦੀ ਸੇਵਾ ਤੁਸੀਂ ਕਰਨੀ ਹੈ
ਤਿਨ ਮੈਂ। ਤਿੰਨ ਮੈਂ ਮਿਲ ਕਰ ਸਮਾਂ ਬਤੀਜੈ। ਉਹਨਾਂ ਨਾਲ ਮਿਲ ਕੇ ਹੀ ਸਮਾਂ ਬਤੀਤ ਕਰਨਾ ਚਾਹੀਦਾ ਹੈ। ਸੰਤ ਕਰਤਾਰ ਭੇਦ ਕਛ ਨਾਹੀ। ਇਸ ਕਰਕੇ ਸੰਤ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਹੈਗਾ, ਦੋਨੋਂ ਇੱਕੇ ਰੂਪ ਹਨ। ਦ੍ਰਿੜ ਨਿਸ਼ਚੈ ਧਾਰੋ ਮਨ ਮਾਹੀ। ਇਸ ਕਰਕੇ ਆਪਣੇ ਹਿਰਦੇ ਵਿੱਚ ਪੱਕਾ ਨਿਸ਼ਚਾ, ਪੱਕਾ ਫੇਥ, ਭਰੋਸਾ ਰੱਖੋ ਤੁਸੀਂ। ਧਰਮ ਕ੍ਰਿਤ ਕਰ ਵੰਡ ਸੋ ਖਾਓ। ਧਰਮ ਦੀ ਕਿਰਤ ਕਰਨੀ ਹੈ ਤੇ ਵੰਡ ਕੇ ਛਕਣਾ ਹੈ। ਚਰਨ ਸਰਨ ਨਿਤ ਇਉ ਜੇ ਕਮਾਓ। ਜੇ ਜਾਂ ਹਨ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਨਿਤ ਹੀ ਐਸੀ ਕਮਾਈ ਕਰੋਗੇ, ਸਿੱਖੀ ਨੂੰ ਕਮਾਓਗੇ, ਗੁਰੂ ਦਾ ਬਚਨ ਉਪਦੇਸ਼ ਨੂੰ ਮੰਨੋਗੇ। ਸਰਗੁਣ ਰੂਪ ਸਰੀਰ ਪਛਾਨੋ। ਇਹ ਸਰਗੁਣ ਸਰੂਪ ਜਿਹੜਾ ਹੈ ਇਸ ਨੂੰ ਪਛਾਣਨਾ ਕਰੋ ਕਿ ਗੁਰੂ ਦਾ ਜਿਵੇਂ ਸਰਗੁਣ ਸਰੂਪ ਹੈ, ਜਿਸ ਤਰ੍ਹਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਆਪਣੇ ਸਤਿਗੁਰੂ ਜੀ, ਉਹ ਪਰਮੇਸ਼ਰ ਦਾ ਸਰਗੁਣ ਰੂਪ ਹਨ। ਸ਼ਬਦ ਰਿਦਾ ਮਮ ਨਿਰਗੁਣ ਮਾਨੋ। ਤੇ ਸ਼ਬਦ ਨੂੰ ਮੇਰਾ ਹਿਰਦਾ ਮੰਨਣਾ ਕਰੋ। ਮੇਰਾ ਹਿਰਦਾ ਕੀ ਹੈ? ਗੁਰਬਾਣੀ ਹੈ, ਸ਼ਬਦ ਹੈ। ਤੇ ਜਿਹੜਾ ਹਨ ਕਹਿੰਦੇ ਇਸ ਕਰਕੇ ਜਿਵੇਂ ਸ਼ਬਦ ਜਿਹੜਾ ਹੈ ਕਹਿੰਦੇ ਨਿਰਗੁਣ ਮੰਨੋ, ਇਸੇ ਪ੍ਰਕਾਰ ਸ਼ਬਦ ਦੀ ਆਵਾਜ਼ ਨੂੰ ਨਿਰਗੁਣ ਸਰੂਪ ਜਾਣ ਕੇ ਇਹਦੇ ਵਿੱਚ ਹੀ ਆਪਣਾ ਧਿਆਨ ਜੋੜ ਕੇ ਰੱਖਣਾ। ਮਿਲੇ ਸਰੀਰ ਵਿਛੁਰ ਸੇ ਜਾਵ ਹੈ। ਸਰੀਰ ਤਾਂ ਮਿਲਦੇ ਤੇ ਵਿਛੜਦੇ ਰਹਿੰਦੇ ਹਨ। ਸ਼ਬਦ ਮਿਲੇ ਨਾ ਵਿਛੜਨ ਪਾਵ ਹੈ। ਜਿਨ੍ਹਾਂ ਦਾ ਮੇਲ ਸ਼ਬਦ ਦੇ ਨਾਲ ਹੋ ਗਿਆ, ਉਹਨਾਂ ਦਾ ਕਿਤੇ ਵੀ ਵਿਛੜਨਾ ਨਹੀਂ ਹੋਣਾ, ਉਹ ਹਮੇਸ਼ਾ ਹੀ ਮਿਲੇ ਹੀ ਰਹਿੰਦੇ ਹਨ। ਤਿਨ ਸੁਣ ਕੇ ਸ੍ਰੀ ਨਾਨਕ ਬਾਣੀ। ਇਸ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਰੂਪੀ ਬਾਣੀ ਨੂੰ ਸੁਣ ਕੇ ਇਸ ਬਿਦ ਕੀਨ ਨੀਕ ਮਨ ਮਾਨੀ। ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਸਤਿਗੁਰਾਂ ਨੇ ਕਿਹਾ, ਤੇ ਉਸਦੇ ਮਨ ਵਿੱਚ ਮੰਨਣਾ ਕੀਤਾ ਸਤਿਗੁਰਾਂ ਦਾ ਉਪਦੇਸ਼ ਚੰਗੀ ਤਰ੍ਹਾਂ। ਜੀਵਨ ਮੁਕਤ ਰੁਚਿਰ ਪਦ ਪਾਵਾ। ਫਿਰ ਉਹਨਾਂ ਨੇ ਜੀਵਨ ਮੁਕਤੀ ਦਾ ਜਿਹੜਾ ਹਨ ਪਦਵੀ, ਇਹ ਦੋ ਗੁਰਸਿੱਖਾਂ ਨੇ ਪਾਉਣਾ ਕੀਤੀ। ਸਤਿਗੁਰ ਬਚਨ ਹਿਰਦੈ ਠਹਿਰਾਵਾ। ਆਪ ਜਿਹੜਾ ਹਨ ਸਤਿਗੁਰਾਂ ਦੇ ਬਚਨ ਆਪਣੇ ਹਿਰਦੇ ਵਿੱਚ ਉਹਨਾਂ ਨੇ ਧਾਰਨ ਕਰ ਲਏ। ਜਾਣਿਓ ਸਗਰੋ ਜਗਤ ਅਸਾਰਾ। ਸਾਰੇ ਜਗਤ ਨੂੰ ਝੂਠਾ ਹੀ ਜਾਣਨਾ ਕੀਤਾ ਇਹਨਾਂ ਦੋ ਗੁਰਸਿੱਖਾਂ ਨੇ। ਬਹੁਰ ਨਾ ਪ੍ਰਾਪਤ ਭਾ ਸੰਸਾਰ। ਫਿਰ ਬਹੁਤ ਮੁੜ ਕੇ ਨਹੀਂ ਉਹਨਾਂ ਨੂੰ ਸੰਸਾਰ ਪ੍ਰਾਪਤ ਹੋਇਆ, ਮਤਲਬ ਕਿ ਮੁੜ ਕੇ ਨਹੀਂ ਉਹ ਜਨਮ ਲੈ ਕੇ ਆਏ, ਮੁਕਤ ਹੋ ਗਏ। ਤਕ ਸਮਾ ਜਬ ਤਹਾਂ ਗੁਜ਼ਾਰਾ। ਕੁਝ ਕੁ ਸਮਾਂ ਜਦੋਂ ਉੱਥੇ ਸਤਿਗੁਰਾਂ ਨੇ ਬਤੀਤ ਕੀਤਾ ਕਰਤਾਰਪੁਰ ਵਿੱਚ। ਹੋਰ ਇੱਕ ਦਿਨ ਬੈਠੇ ਮੋਖ ਉਦਾਰਾ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਮੁਕਤੀ ਦੇ ਦਾਤੇ ਹਨ ਬੈਠੇ ਸਨ। ਦੋਹਰਾ ਪ੍ਰਿਥੀ ਮਲ ਸਹਿਗਲ ਉਬੈ ਰਾਮਾ ਡਿੱਡੀ ਤੀਨ। ਤੇ ਹੁਣ ਤਿੰਨ ਗੁਰਸਿੱਖ ਹੋਰ ਆਏ ਜਿਨ੍ਹਾਂ ਦਾ ਨਾਂ ਸੀ ਪ੍ਰਿਥੀ ਮਲ, ਜਿਹੜਾ ਸਹਿਗਲ ਜਾਤੀ ਸੀਗਾ, ਤੇ ਭਾਈ ਰਾਮਾ ਜੀ ਤੇ ਭਾਈ ਡਿੱਡੀ ਜੀ। ਸੋ ਇਹ ਤਿੰਨ ਸਿੱਖ ਜਿਹੜੇ ਹਨ, ਪ੍ਰਿਥੀ ਮਲ ਸਹਿਗਲ, ਰਾਮਾ ਜੀ ਤੇ ਡਿੱਡੀ ਜੀ, ਸੋ ਇਹ ਤਿੰਨ ਗੁਰਸਿੱਖ ਆਏ। ਸਿੱਖਾਂ ਦੀ ਭਗਤ ਮਾਲਾ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ ਕਿ ਇਹ ਅਸਲ ਵਿੱਚ ਦੋ ਸਿੱਖ ਸਨ। ਉਹਨਾਂ ਦੇ ਇਹ ਜਿਹੜਾ ਹੈ, ਉਹਨਾਂ ਦਾ ਇਹ ਜਿਹੜਾ ਹੈ ਰਿਸਰਚ ਹੈ। ਉਹ ਕਹਿੰਦੇ ਜਿਹੜਾ ਹਨ ਪ੍ਰਿਥੀ ਮਲ ਜਾਤ ਦਾ ਸਹਿਗਲ ਸੀਗਾ, ਇਹ ਇੱਕ ਸੀਗਾ, ਤੇ ਰਾਮਾ ਜਾਤ ਦਾ ਡਿੱਡੀ ਸੀਗਾ। ਸੋ ਉਹਨਾਂ ਨੇ ਦੋ ਮੰਨੇ ਹਨ। ਭਾਈ ਸੰਤੋਖ ਸਿੰਘ ਜੀ ਨੇ ਇੱਥੇ ਤਿੰਨ ਦੱਸੇ ਹਨ। ਕਹਿੰਦੇ ਪ੍ਰਿਥੀ ਮਲ ਸਹਿਗਲ, ਭਾਈ ਰਾਮਾ ਜੀ ਤੇ ਭਾਈ ਡਿੱਡੀ ਜੀ ਆਏ। ਆਏ ਸ੍ਰੀ ਗੁਰਦਰਸ ਕੋ ਜਗਿਆਸਾ ਮਨ ਲੀਨ। ਉਹ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਚਰਨਾਂ ਤੇ ਪਰਮਾਤਮਾ ਦਾ ਰਸਤਾ ਪੁੱਛਣ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਏ। ਜਗਿਆਸਾ, ਇੱਛਾ ਇਹ ਧਾਰਨ ਕੀਤੀ। ਚੌਪੇ ਬੰਦ ਪਦਾਰ ਬਿੰਦ ਕੋ ਬੈਸੇ। ਬੰਦ ਪਧਾਰ ਕਹਿਣ ਲਗੇ ਇਸ ਕਰਕੇ, ਬੰਦ ਪਧਾਰ ਬਿੰਦ ਕੋ ਬੈਸੇ, ਕਹਿੰਦੇ ਬੰਦ ਪਧਾਰ ਆਪਣੀਆਂ ਜਿਹੜਾ ਚੌਂਕੜਾ ਮਾਰ ਕੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਬੈਠ ਗਏ। ਕਿਤਕ ਕਾਲ ਮਹਿ ਬੋਲੇ ਐਸੇ। ਕੁਝ ਕੁ ਸਮੇਂ ਬਾਅਦ ਫਿਰ ਬੋਲੇ, ਬੇਨਤੀ ਕੀਤੀ, ਹਮਕੋ ਇਸ ਬਿਦ ਪੰਥ ਬਤਈਐ। ਮਹਾਰਾਜ ਸਾਨੂੰ ਉਹ ਰਸਤਾ ਤੁਸੀਂ ਦੱਸਣਾ ਕਰੋ ਵਿਸ਼ਨ ਰੂਪ ਮੈਂ ਇੱਕ ਹੋਇਆ ਜਈਐ। ਜਿੱਥੇ ਅਸੀਂ ਤੇ ਪਰਮਾਤਮਾ ਵਿੱਚ ਕੋਈ ਫਰਕ ਨਾ ਰਹਿ ਜਾਈਏ ਤੇ ਅਸੀਂ ਪਰਮਾਤਮਾ ਦਾ ਰੂਪ ਹੀ ਬਣ ਜਾਈਏ। ਸਹਿਜ ਸੁਖੇਨ ਮੋਖ ਸੋ ਪਾਵੈ। ਤੇ ਸਹਿਜ ਵਿੱਚ ਸੌਖੀ ਹੀ ਸਾਨੂੰ ਮੁਕਤੀ ਪ੍ਰਾਪਤ ਹੋ ਜਾਵੇ ਅਬ ਜੀ ਦਾ ਉਪਦੇਸ਼ ਕਮਾ ਕੇ। ਕਠਨ ਕਰਮ ਜੇ ਕੌਣ ਕਮਾਵੈ। ਮਹਾਰਾਜ ਜਿਹੜੇ ਕਠਨ ਕੰਮ ਹੁੰਦੇ ਨੇ, ਔਖੇ ਹੁੰਦੇ ਨੇ, ਤਪ ਕਰਨਾ, ਭਗਤੀ ਕਰਨੀ, ਇਹ ਬਹੁਤ ਔਖੇ ਕਰਮ ਨੇ ਜੀ, ਇਹ ਨਹੀਂ ਸਾਤੋਂ ਹੋਣੇ। ਸੁਣ ਕਰ ਸਤਿਗੁਰ ਬਚਨ ਬਖਾਨੇ। ਇਹ ਸੁਣ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਤ੍ਰੈ ਬਿਦ ਤਪ ਤਪਸੀ ਸਭ ਠਾਨੇ। ਦੇਖੋ ਤ੍ਰੈ ਬਿਦ ਕਹਿੰਦੇ ਤਿੰਨ ਤਰ੍ਹਾਂ ਦੇ ਤਪ ਹੁੰਦੇ ਹਨ ਜੋ ਤਪਸੀ ਲੋਕ ਕਰਦੇ ਹਨ। ਤਿੰਨ ਤਰ੍ਹਾਂ ਦੇ ਜੇ ਪਨੰਸ ਹੁੰਦੇ ਨੇ ਜੋ ਭਗਤੀ ਆਪਣੇ ਸਰੀਰ ਨੂੰ ਦੁੱਖ ਦੇ ਕੇ ਜਿਹੜਾ ਭਗਤੀ ਕਰਨੀ, ਉਹ ਹੁੰਦੇ ਨੇ ਤਿੰਨ ਤਰ੍ਹਾਂ ਦੇ। ਦੋਹਰਾ ਨਗਨ ਛੁਦਾ ਜਲ ਅਗਨ ਸੋ ਤਨ ਤਪ ਹੈ ਨਰ ਜੋਏ। ਕਈ ਜਿਹੜੇ ਹਨ ਸਾਰੀ ਉਮਰ ਨੰਗੇ ਰਹਿੰਦੇ ਹਨ, ਭੁੱਖ ਸਹਾਰਦੇ ਹਨ, ਖਾਣਾ ਨਹੀਂ ਖਾਂਦੇ, ਪਵਨ ਆਹਾਰੀ ਬਣਦੇ ਹਨ, ਜਲ ਜਿਹੜਾ ਹਨ ਜਲ ਵਿੱਚ ਪਾਣੀ ਵਿੱਚ ਬਹਿੰਦੇ ਹਨ,
ਵੀ ਨੀਂਦ ਨਾ ਆਵੇ, ਤੇ ਉੱਤੇ ਵੀ ਜਦ ਜਲ ਧਾਰਾ ਕਰਦੇ ਹਨ, ਫਿਰ ਅਗਨ ਧੁਨੀਆਂ ਜਲਾ ਕੇ ਵਿਚਾਲੇ ਬਹਿ ਜਾਂਦੇ ਹਨ ਗਰਮੀਆਂ ਦੇ ਸਮੇਂ ਵਿੱਚ। ਤਨ ਤਪ ਹੈ, ਆਪਣੇ ਤਨ ਨੂੰ ਸਾੜਦੇ ਰਹਿੰਦੇ ਹਨ ਜਿਹੜੇ। ਕਹੈ ਤਾਮਸੀ ਤਪ ਇਹ ਹੈ, ਕਰਨ ਕਠਨ ਹੈ ਸੋਏ। ਮਹਾਰਾਜ ਕਹਿੰਦੇ ਇਹ ਤਾਮਸੀ ਤਪ ਹੈ। ਪਹਿਲੇ ਤਰ੍ਹਾਂ ਦਾ ਤਪ ਕੀ ਹੈ? ਤਾਮਸੀ ਤਪ। ਇਹ ਤਾਮਸੀ ਤਪ ਜਿਹੜਾ ਬੜਾ ਔਖਾ ਕਰਨਾ ਹੈ। ਚੌਪੇ ਜੇ ਯੁਤ ਕਾਮ ਸੇ ਰਿੱਧ ਸਿਧ ਪਾਵ ਹੈ। ਦੇਖੋ, ਜੇ ਕਾਮਨਾ ਦੇ ਸਹਿਤ ਕੋਈ ਇਹ ਤਪ ਕਰਦਾ ਹੈ, ਜਿਹਦੇ ਇੱਛਾ ਹੁੰਦੀ, ਕਾਮਨਾ ਸਹਿਤ ਹੁੰਦਾ ਹੈ ਟੂ ਡੂ ਵਿਦ ਅ ਡਿਜ਼ਾਇਰ, ਕੋਈ ਕੰਮ ਕਰਕੇ, ਕੋਈ ਇੱਛਾ ਨੂੰ ਧਾਰ ਕੇ ਜਿਹੜਾ ਕੋਈ ਐਸਾ ਕਰਦਾ ਹੈ, ਉਹਨੂੰ ਤਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ। ਜੇ ਮਿਰੇਕਲ ਪਾਵਰਸ ਹੁੰਦੇ ਹਨ, ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਜਿਹੜੀਆਂ ਕਾਮਨਾ ਰੱਖ ਕੇ ਲੋਕ ਕਰਦੇ ਹਨ, ਨਹਿ ਕਾਮੀ ਮਨ ਸੁਧ ਹੋਇਆ ਜਾਵ ਹੈ। ਜਿਹੜਾ ਨਹਿ ਕਾਮੀ, ਜਿਹੜਾ ਕਿ ਬੰਦਾ ਜਿਹੜਾ ਡਿਜ਼ਾਇਰਲੈਸ ਹੋ ਕੇ ਜਿਹੜਾ ਹਨ ਕਰਦਾ ਹੈ, ਜਿਹੜਾ ਕੋਈ ਵੀ ਮਨ 'ਚ ਇੱਛਾ ਰੱਖ ਕੇ ਨਹੀਂ ਕਰਦਾ, ਤੇ ਉਹਨੂੰ ਕੀ ਪ੍ਰਾਪਤ ਹੁੰਦਾ? ਉਹਦਾ ਮਨ ਸ਼ੁੱਧ ਹੋ ਜਾਂਦਾ ਹੈ, ਉਹਦਾ ਮਨ ਸਾਫ਼ ਹੋ ਜਾਂਦਾ ਹੈ। ਦੋਹਰੋ ਇਸ ਤਪ ਕਾ ਹੰਕਾਰਾ। ਪਰ ਫੇਰ ਵੀ ਕਹਿੰਦੇ ਇਹ ਤਪ ਦਾ ਹੰਕਾਰ ਆ ਜਾਂਦਾ ਹੈ, ਥੋੜਾ ਬਹੁਤਾ ਵੀ ਹੋਵੇ ਤਾਂ ਆ ਹੀ ਜਾਂਦਾ ਵੀ ਮੈਂ ਤਪ ਕੀਤਾ ਹੈ। ਹੋਰ ਆਵਤ ਹੈ ਕੇਤਕ ਬਾਰਾ। ਕਹਿਣਗੇ ਫਿਰ ਜਿਹੜੀਆਂ ਹਨ ਹੰਕਾਰ ਦੇ ਜਿਹੜੇ ਫੁਰਨੇ ਹਨ, ਉਹ ਆਈ ਜਾਂਦੇ ਨੇ ਵੀ ਲੋਕ ਕੀ ਹਨ ਜੀ, ਮੈਂ ਇਹਨਾਂ ਤੋਂ ਵੱਡਾ ਹਾਂ, ਮੈਂ ਇਹ ਹਾਂ, ਮੈਂ ਕੀਤਾ, ਇਹਨਾਂ ਨੇ ਨਹੀਂ ਕੁਛ ਕੀਤਾ, ਤੇ ਐਸੇ ਖਿਆਲ ਬਣ ਜਾਂਦੇ ਹਨ। ਤੇ ਰਜ ਸਤ ਤੁਮ ਤਪ ਕੀਜੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਸੀਂ ਰਜੋ ਤੇ ਸਤੋ ਤਪ ਕਰੋ, ਹੋਏ ਕਲਿਆਣ ਤਾਪ ਤਰੈ ਛੀਜੈ। ਤੇ ਤੁਹਾਡੀ ਜਿਹੜੀ ਕਲਿਆਣ ਹੋਵੇਗੀ, ਜਿਹੜੀ ਆਦੀ ਵਿਆਦੀ ਉਪਾਦੀ ਜਿਹੜੇ ਤਿੰਨ ਤਾਪ ਹਨ, ਇਹ ਵੀ ਦੂਰ ਹੋ ਜਾਣਗੇ। ਕਹੈ ਸੋ ਰਜ ਸਤ ਲਖੈ ਨਾ ਕੋ। ਉਹ ਸਿੱਖ ਕਹਿਣ ਲੱਗੇ, ਪਾਤਸ਼ਾਹ ਜੀ ਸਾਨੂੰ ਪਤਾ ਨਹੀਂ ਰਜੋ ਜਿਹੜਾ ਹਨ, ਰਜੋ ਜਾਂ ਤਪ ਹੈ ਜਾਂ ਸਤੋ ਤਪ ਜਿਹੜਾ, ਉਹ ਕੀ ਹੁੰਦਾ ਹੈ? ਭੇਦ ਬਤਾਵੋ ਜਨ ਹੈ ਸੋ। ਮਹਾਰਾਜ ਇਹ ਰਜੋ ਤਪ ਤੇ ਸਤੋ ਤਪ ਦੇ ਬਾਰੇ ਸਮਝਾ ਦਿਓ ਸਾਨੂੰ। ਦੋਹਰਾ ਰਜੋ ਗੁਣੀ ਤਪ ਸਾਤ ਕੀ, ਭਗਤ ਕਹਿਤ ਹੈ ਕਾਹੇ। ਮਹਾਰਾਜ ਨੂੰ ਪੁੱਛਦੇ ਹਨ, ਰਜੋ ਗੁਣੀ ਜਿਹੜਾ ਤਪ ਹੈ ਤੇ ਸ਼ਾਂਤ ਕੀ ਤਪ ਹੈ, ਇਹ ਭਗਤੀ ਕੀ ਹੈ, ਕਿਵੇਂ ਕਰੀਦੀ ਹੁੰਦੀ ਹੈ? ਕਰੁਣਾਕਰ ਇਹ ਭੇਦ ਜੇ ਸਰਬ ਕਹੋ ਹਮ ਪਾਹੇ। ਪਾਤਸ਼ਾਹ ਜੀ ਜੇ ਤੁਸੀਂ ਕਿਰਪਾ ਕਰਕੇ ਸਾਨੂੰ ਇਹ ਭੇਦ ਸਮਝਾ ਦਿਓ, ਸਰਬ ਕਹੋ ਹਮ ਪਾਹੇ, ਸਾਰੀ ਗੱਲ ਚੰਗੀ ਤਰ੍ਹਾਂ ਸਮਝਾ ਕੇ ਦੱਸ ਦੋ। ਚੌਪੇ ਸੁਨ ਸ੍ਰੀ ਮੁਖ ਸੋ ਬਚਨ ਉਚਾਰੇ। ਸਤਿਗੁਰਾਂ ਨੇ ਇਹ ਸੁਣ ਕੇ ਆਪਣੇ ਮੁਖ ਤੋਂ ਬਚਨ ਕੀਤੇ, ਉਪਦੇਸ਼ ਦਿੱਤਾ। ਪਰਤਿ ਪਿਖਨ ਨੈਣ ਹਟਕਾਰੇ। ਹੁਣ ਰਾਜਸੀ ਤਪ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਣਾ ਕੀਤਾ। ਕਹਿੰਦੇ ਰਾਜਸੀ ਤਪ ਜਿਹੜਾ ਕੀ ਹੁੰਦਾ ਹੈ? ਪਾਤਸ਼ਾਹ ਜੀ ਕਹਿੰਦੇ ਪਰਤ੍ਰਿਆ, ਕਹਿੰਦੇ ਜਿਹੜੇ ਪਰਾਈ ਇਸਤਰੀ ਵੱਲ, ਪਰਾਏ ਪੁਰਖ ਵੱਲ ਦੇਖਣਾ, ਕਹਿੰਦੇ ਜਿਹੜਾ ਹਨ ਅੱਖਾਂ ਨੂੰ ਹਟਾਉਣਾ ਚਾਹੀਦਾ ਹੈ, ਵੀ ਪਰਾਏ ਪੁਰਖ ਜਾਂ ਪਰਾਈ ਨਾਰ ਜਿਹੜਾ ਹਨ ਉਹ ਨਹੀਂ ਦੇਖਣਾ ਚਾਹੀਦਾ। ਨਿੰਦਾ ਨੁਤ ਨਹਿ ਸਰਵਣ ਸੁਨਾਵਹੋ। ਕਿਸੇ ਦੀ ਵੀ ਨਿੰਦਿਆ ਜਿਹੜੀ ਹਨ, ਉਸਤਤੀ ਜਿਹੜੀ ਹੈ, ਕਿਸੇ ਦੀ ਵੀ ਨਾ ਸੁਣੋ ਆਪਣੇ ਕੰਨਾਂ ਦੇ ਵਿੱਚ। ਕਰ ਚੋਰੀ ਜਾਰੀ ਨਾ ਲਗਾਵਹੋ। ਕਹਿਣਗੇ ਇਸ ਕਰਕੇ ਜਿਹੜਾ ਹਨ ਜਿਹੜੀ ਹਨ ਅੱਗੇ ਨਿੰਦਿਆ, ਨਿੰਦਾ ਨੁਤ, ਕਹਿੰਦੇ ਨਿੰਦਾ ਜਿਹੜੀ ਹੈ, ਕਿਸੇ ਦੀ ਨਿੰਦਿਆ ਜਿਹੜੀ ਹੈ ਉਹ ਨਹੀਂ ਸੁਣਨੀ, ਆਪਦੀ ਉਸਤਤ ਨਹੀਂ ਕਿਸੇ ਦੇ ਕੰਨਾਂ ਅੱਗੇ ਆਪਣੇ ਕੰਨਾਂ ਵਿੱਚ ਸੁਣਨੀ। ਹਾਂਜੀ, ਲੋਕੀ ਤਾਂ ਚਾਹੁੰਦੇ ਨੇ ਕਿਸੇ ਦੀ ਨਿੰਦਿਆ ਕਰੋ ਤੇ ਉਹਦੀ ਉਸਤਤ ਕਰੋ, ਲੋਕਾਂ ਨੂੰ ਬੜੀ ਚੰਗੀ ਲੱਗਦੀ ਹੈ। ਸੋ ਕਹਿੰਦੇ ਇਹ ਨਹੀਂ ਕਰਨੀ, ਆਪਣੇ ਕੰਨਾਂ ਵਿੱਚ ਨਹੀਂ ਸੁਣਾਉਣੀ, ਨਾ ਸੁਣਾਉਣੀ ਹੈ। ਕਰ ਚੋਰੀ ਜਾਰੀ ਨਾ ਲਗਾਵਹੋ। ਜਿਹੜਾ ਜੇ ਚੋਰੀ ਨਹੀਂ ਕਰਨੀ, ਯਾਰੀ ਨਹੀਂ ਕਰਨੀ, ਜਿਹੜਾ ਹਨ ਮੈਰਿਟਲ ਤੋਂ ਬਾਹਰ ਜਾ ਕੇ ਆਪਣੇ ਜਿਹੜਾ ਗ੍ਰਸਤੀ ਤੋਂ, ਜਿਹੜੇ ਆਪਣੀ ਘਰਵਾਲੀ ਜਾਂ ਆਪਣੇ ਘਰ ਵਾਲੇ ਤੋਂ ਹੋਰ ਕਿਸੇ ਨਾਲ ਕੋਈ ਵੀ ਸਰਬੰਧ ਨਹੀਂ ਰੱਖਣੇ ਚਾਹੀਦੇ। ਕਬ ਨਾ ਕੁਸੰਗਤ ਪਗ ਸਿਉ ਜਈਐ। ਕਿਤੇ ਵੀ ਕੁਸੰਗਤ ਭੈੜੀ ਸੰਗਤ ਵੱਲ ਤੁਰ ਕੇ ਨਹੀਂ ਜਾਣਾ ਚਾਹੀਦਾ ਆਪਣੇ ਪੈਰਾਂ ਨਾਲ। ਕਰਨ ਕੁਕਰਮਨ ਮਨ ਨਾ ਚਲਈਐ। ਹੁਣ ਜਿਹੜਾ ਹਨ ਇੱਥੇ ਜਿਹੜਾ ਹਨ ਕਰਨ ਕੁਕਰਮ, ਜਿਹੜੇ ਕੁਕਰਮ ਭੈੜੇ ਕਰਮ ਕਰਨ ਵਾਸਤੇ ਮਨ ਵਿੱਚ ਕਿਤੇ ਵੀ ਇੱਛਾ ਨਹੀਂ ਧਾਰਨ ਕਰਨੀ ਚਾਹੀਦੀ। ਸੰਤ ਦਰਸ ਮਸਤਕ ਚਖ ਲਾਭ ਹੈ। ਦੇਖੋ ਸੰਤਾਂ ਦੇ ਦਰਸ਼ਨ ਤੇ ਉਹਨਾਂ ਦੇ ਚਰਨਾਂ ਤੇ ਹੀ ਆਪਣਾ ਜਿਹੜਾ ਹੈ ਆਪਣਾ ਮੱਥਾ ਲਾਉਣਾ ਚਾਹੀਦਾ ਹੈ। ਅੱਖਾਂ ਨਾਲ ਸੱਚੇ ਪਰਮੇਸ਼ਰ ਦੇ ਸੰਤ ਮਹਾਪੁਰਸ਼ਾਂ ਦੇ ਹੀ ਦਰਸ਼ਨ ਕਰਨੇ ਚਾਹੀਦੇ ਹਨ। ਜਸ ਗੋਬਿੰਦ ਨਿਤ ਕਾਰਨ ਸੁਨਾਵ ਹੈ। ਦੇਖੋ ਹੁਣ ਇੱਥੇ ਜਿਹੜਾ ਸੀ ਨਾ ਗੱਲ, ਕਹਿੰਦੇ ਜਸ ਜਿਹੜਾ ਹੈ ਗੋਬਿੰਦ ਦਾ ਹੀ ਸੁਣਨਾ ਚਾਹੀਦਾ ਨਿਤ ਆਪਣੇ ਕੰਨਾਂ ਵਿੱਚ। ਹੁਣ ਇੱਥੇ ਸਤਿਗੁਰਾਂ ਨੇ ਇਹ ਗੱਲ ਰਾਸੀ ਤਮ ਜਿਹੜਾ ਦੱਸੀ ਹੈ, ਅੱਖਾਂ ਨਾਲ ਹਮੇਸ਼ਾ ਹੀ ਆਪਣੇ ਜਿਹੜੇ ਹਨ ਗੁਰੂਆਂ ਦੇ ਦਰਸ਼ਨ ਕਰਨੇ ਚਾਹੀਦੇ ਆ, ਸੰਤਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਸ ਕਰਕੇ ਕਈ ਲੋਕ ਜਿਹੜੇ ਹਨ ਅੱਜ ਕੱਲ੍ਹ ਕਹਿੰਦੇ ਵੀ ਗੁਰੂ ਦੇ ਜਿਹੜੀਆਂ ਪੇਂਟਿੰਗਸ ਹਨ, ਪੋਰਟਰੇਟਸ ਹਨ, ਨਹੀਂ ਲਾਉਣੇ ਚਾਹੀਦੇ ਘਰਾਂ ਦੇ ਵਿੱਚ, ਕਿਉਂਕਿ ਆਪਾਂ ਬੁੱਤ ਪੁਜਾਰੀ ਨਹੀਂ ਹਾਂ। ਪਰ ਇਹ ਬੁੱਤ ਪੂਜਾ ਨਹੀਂ ਹੈ, ਆਪਣੇ ਅੱਖਾਂ ਦੇ ਨਾਲ ਆਪਾਂ ਗੁਰੂ ਦੇ ਦਰਸ਼ਨ ਕਰਨੇ ਹਨ, ਤੇ ਗੁਰੂ ਦੇ ਪੋਰਟਰੇਟਸ ਦੇਖਣ ਨਾਲ ਗੁਰੂ ਚੇਤੇ ਆਉਂਦਾ ਹੈ। ਤੇ ਇਹਦੀ ਆਗਿਆ ਗੁਰੂ ਨਾਨਕ ਨੇ ਵੀ ਦਿੱਤੀ ਹੋਈ ਹੈ ਇੱਥੇ।
ਗੁਰੂ ਨਾਨਕ ਦਾ ਉਪਦੇਸ਼ ਹੈ ਵੀ ਆਪਣੇ ਅੱਖਾਂ ਨਾਲ ਗੁਰੂ ਦੇ ਹੀ ਦਰਸ਼ਨ ਕਰੋ ਹਮੇਸ਼ਾ। ਰਸਨਾ ਅਸਤ ਨਾ ਬਕੇ ਬਹੋਰੋ, ਕਿਤੇ ਵੀ ਆਪਣੀ ਜੀਭ ਮੂੰਹ ਦੇ ਨਾਲ ਝੂਠ ਨਾ ਬੋਲੋ। ਸਿਫਤ ਪਰਮੇਸ਼ਰ ਮਹਿਨਤ ਜੋਰੋ, ਹਮੇਸ਼ਾ ਜਿਹੜੀ ਹਨ ਆਪਣਾ ਜਿਹੜਾ ਹਨ ਆਪਣੀ ਜ਼ਬਾਨ ਨੂੰ ਜਿਹੜਾ ਹਨ ਵਰਤੋ ਤਾਂ ਕਿਵੇਂ ਵਰਤੋ, ਪਰਮੇਸ਼ਰ ਦਾ ਜਸ ਗਾਓ, ਪਰਮੇਸ਼ਰ ਦਾ ਹੀ ਉਸਤਤ ਕਰੋ। ਸੇਵਦਾਨ ਨਿਜ ਕਰ ਸੋ ਕਰਨਾ, ਹੱਥਾਂ ਦੇ ਨਾਲ ਸੇਵਾ ਕਰਨੀ ਹੈ ਸਤ ਸੰਗਤ ਦੀ, ਸੰਤਾਂ ਦੀ ਸੇਵਦਾਨ ਤੇ ਦਾਨ ਵੀ ਕਰਨਾ ਹੈ। ਸਤ ਸੰਗਤ ਗਮਨੈ ਸਦ ਚਰਨਾ, ਕਹਿੰਦੇ ਹਮੇਸ਼ਾ ਹੀ ਸਾਧ ਸੰਗਤ ਦੇ ਜਿਹੜਾ ਹਨ ਚੱਲ ਕੇ ਜਾਣਾ ਆਪਣੇ ਪੈਰਾਂ ਦੇ ਨਾਲ ਸਾਧ ਸੰਗਤ ਵਿੱਚ। ਕਰਨ ਰਾਜਸੀ ਤਪ ਇਹ ਜਾਨੋ, ਇਹੀ ਰਾਸੀ ਤਪ ਹੈ ਜਿਹੜਾ ਹਰ ਇੱਕ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ। ਸੁਨੋ ਸਾਤਕੀ ਤਪ ਜੋ ਬਖਾਨੋ, ਹੁਣ ਸ਼ਾਂਤਕੀ ਤਪ ਦੇ ਬਾਰੇ ਸੁਣੋ ਤੁਸੀਂ ਕੀ ਸ਼ਾਂਤਕੀ ਤਪ ਕੀ ਹੁੰਦਾ। ਤੀਜੇ ਤਰ੍ਹਾਂ ਦਾ ਜਿਹੜਾ ਤਪ ਹੈ, ਨਾਮ ਗੁਰੂ ਬਾਣੀ ਜਿਸ ਕਾਲ, ਦੇਖੋ ਨਾਮ ਜਿਹੜਾ ਉਪਦੇਸ਼ ਜਿਹੜਾ ਗੁਰੂ ਮੰਤਰ ਗੁਰੂ ਦਿੰਦਾ ਹੈ, ਵਾਹਿਗੁਰੂ ਨਾਮ ਤੇ ਬਾਣੀ ਜੋ ਸਤਿਗੁਰੂ ਜੀ ਬਖਸ਼ਦੇ ਹਨ, ਜੋ ਆਪ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਆਪ ਸਤਿਗੁਰਾਂ ਨੇ ਉਹ ਬਾਣੀ ਨੂੰ ਪ੍ਰਗਟ ਕੀਤਾ ਜਦੋਂ ਸੁਨਤ ਪੜਤ ਨਰ ਆਲਸ ਟਾਲ, ਬਸ ਉਹਨੂੰ ਹੀ ਸੁਣਨਾ ਤੇ ਪੜ੍ਹਨਾ ਚਾਹੀਦਾ, ਕਿਤੇ ਲੇਜ਼ੀ ਨਹੀਂ ਹੋਣਾ ਚਾਹੀਦਾ। ਆਪਣੀ ਆਲਸ ਨੂੰ ਤਿਆਗ ਕੇ ਬਾਣੀ ਤੇ ਨਾਮ ਜਪਣਾ ਚਾਹੀਦਾ ਹੈ। ਮਨ ਤੇ ਸਮੈ ਨਿਕਸ ਕਤ ਜਾਈ, ਜੇ ਕਿਤੇ ਮਨ ਭੱਜਦਾ ਹੋਵੇ ਬਾਣੀ ਪੜਨ ਸਮੇਂ ਜਾਂ ਸਿਮਰਨ ਕਰਨ ਸਮੇਂ, ਜੇ ਮਨ ਭੱਜਦਾ ਦੌੜਦਾ ਹੋਵੇ ਕਿਸੇ ਪਾਸੇ ਨੂੰ, ਬਾਰ ਬਾਰ ਰੋਕਹਿ ਬਰਿਆਈ, ਉਹਨੂੰ ਜੋਰੋ ਜਰਬੀ ਜਿਹੜਾ ਉਹਨੂੰ ਰੋਕਣਾ ਚਾਹੀਦਾ ਹੈ। ਉਹਨੂੰ ਜ਼ੋਰ ਦੇ ਦੇ ਕੇ ਰੋਕਣਾ ਚਾਹੀਦਾ। ਮਨ ਨੂੰ ਫੇਰ ਮੁੜ ਕੇ ਬਾਣੀ ਵਿੱਚ ਲਾਉਣਾ ਚਾਹੀਦਾ, ਸਿਮਰਨ ਵਿੱਚ। ਮਨ ਰੋਕਤ ਨਹਿ ਆਲਸ ਕਰਹੀ, ਮਨ ਨੂੰ ਰੋਕਣ ਵਿੱਚ ਕਿਤੇ ਆਲਸ ਨਹੀਂ ਕਰਨੀ ਚਾਹੀਦੀ, ਢਲਿਆਈ ਨਹੀਂ ਕਰਨੀ ਚਾਹੀਦੀ। ਮਨ ਕਰ ਸ਼ਰਮਤ ਸ਼ਬਦ ਮਹਿ ਧਰਹੀ, ਦੇਖੋ ਮਨ ਜਿਹੜਾ ਇੱਕ ਦਿਨ ਥੱਕ ਜਾਏਗਾ, ਥੱਕ ਕੇ ਆਪਣੇ ਆਪ ਹੀ ਬਾਣੀ ਤੇ ਸਿਮਰਨ ਵਿੱਚ ਲੱਗ ਜਾਏਗਾ। ਦੋਹਰਾ ਬਾਜ ਮਸਾਲਾ ਦੇ ਵਹੀ ਜਿਉ ਖਾਵੈ ਨਹਿ ਸੋਏ, ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਐਗਜ਼ਾਮਪਲ ਦਿੰਦੇ ਨੇ। ਕਹਿੰਦੇ ਦੇਖੋ ਜਿਵੇਂ ਘੋੜਾ ਜਦੋਂ ਬਿਮਾਰ ਹੁੰਦਾ ਹੈ ਨਾ, ਉਹਨੂੰ ਦਵਾਈ ਦਿੱਤੀ ਜਾਂਦੀ ਜਿਹਨੂੰ ਮਸਾਲਾ ਕਹਿੰਦੇ ਹਾਂ। ਉਹਨੂੰ ਮਸਾਲਾ ਦੇਣ ਵਾਸਤੇ ਹੁਣ ਉਹ ਮਸਾਲਾ ਹੁੰਦਾ ਹੈ ਕੌੜਾ। ਘੋੜਾ ਖਾਣਾ ਨਹੀਂ ਚਾਹੁੰਦਾ ਉਸਨੂੰ, ਜਿਉਂ ਖਾਵੇ ਨਹਿ ਸੋਏ। ਕਹਿੰਦੇ ਕਿਸੇ ਤਰੀਕੇ ਨਾਲ ਵੀ ਘੋੜੇ ਨੂੰ ਫੋਰਸ ਕਰੋ ਨਾ, ਉਹ ਨਹੀਂ ਖਾਂਦਾ, ਉਹਨੂੰ ਕੌੜਾ ਲੱਗਦਾ ਹੈ। ਜੋ ਮਨ ਭਰਮਤ ਦਸ ਦਿਸਾ ਸ਼ਬਦ ਨਾ ਪ੍ਰੇਮੀ ਹੋਏ, ਦੇਖੋ ਇਸੇ ਤਰ੍ਹਾਂ ਹੀ ਜਿਹੜਾ ਹੈ ਘੋੜੇ ਦਾ ਹਾਲ ਜਿਹੜਾ ਹੈ, ਕਹਿੰਦੇ ਇੱਕ ਬੰਦੇ ਦਾ ਵੀ ਇਹੀ ਹਾਲ ਹੈ। ਉਹਨੂੰ ਜਿਹੜੇ ਬਾਣੀ ਪੜ੍ਹਨੀ ਸਿਮਰਨ ਕਰਨਾ ਉਹਨੂੰ ਕੌੜਾ ਲੱਗਦਾ ਹੈ, ਉਹਨੂੰ ਬੋਰਿੰਗ ਲੱਗਦਾ ਹੈ, ਉਹਨੂੰ ਟੇਸਟਲੈਸ ਲੱਗਦਾ ਹੈ। ਇਸ ਕਰਕੇ ਉਹ ਮਨ ਹੋਰ ਕਿਤੇ ਭੱਜਦਾ ਹੈ, ਇੱਧਰ ਉੱਧਰ ਨੂੰ ਭੱਜਿਆ ਫਿਰਦਾ ਹੈ, ਤੇ ਇਸ ਕਰਕੇ ਜਿਹੜਾ ਹੈ ਸ਼ਬਦ ਦਾ ਪ੍ਰੇਮੀ ਨਹੀਂ ਬਣਦਾ। ਚੌਪੇ ਪੁੰਜੇ ਤਾਹੇ ਖੁਦਾਵਨ ਹਾਰਾ, ਦੇਖੋ ਉਹਨੂੰ ਖੁਦਾਵਨ ਹਾਰਾ, ਉਹਨੂੰ ਜਿਹੜਾ ਹੈ ਖਾਉਣ ਵਾਲਾ। ਜਿਵੇਂ ਘੋੜੇ ਨੂੰ ਇਹ ਮਸਾਲਾ ਜੇ ਖਿਲਾਉਣਾ ਹੋਵੇ, ਉਹਨੂੰ ਛਕਾਉਣਾ ਹੋਵੇ, ਉਹਨੂੰ ਦੇਣਾ ਹੋਵੇ ਤਾਂ ਕਿਵੇਂ ਕਰੀਦਾ ਹੁੰਦਾ ਹੈ। ਕਰ ਰਾਖਤ ਅਸੋ ਬਦਨ ਮਝਾਰਾ, ਦੇਖੋ ਇਹ ਕੀ ਕਰਦੇ ਨੇ ਜਿਹੜੇ ਘੋੜੇ ਨੂੰ ਜਿਹੜਾ ਹਨ ਦਵਾਈਆਂ ਦੇਣ ਵਾਲੇ, ਮਸਾਲਾ ਦੇਣ ਵਾਲੇ, ਉਹ ਘੋੜੇ ਨੂੰ ਮਸਾਲਾ ਜਿਹੜਾ ਹੈ ਉਹ ਆਪਣੇ ਹੱਥ ਵਿੱਚ ਪਾ ਕੇ ਆਪਣੀ ਸਾਰੀ ਬਾਹ ਘੋੜੇ ਦੇ ਮੂੰਹ ਦੇ ਵਿੱਚ ਪਾ ਕੇ ਤੇ ਉਹ ਬਾਹ ਉਦੋਂ ਤੱਕ ਉੱਥੇ ਰੱਖਦੇ ਹਨ, ਉਹ ਮਸਾਲਾ ਉੱਥੇ ਰੱਖਦੇ ਹਨ। ਘੋੜੇ ਨੂੰ ਮੂੰਹ ਨਹੀਂ ਬੰਦ ਕਰਨ ਦਿੰਦੇ, ਆਪਣੀ ਬਾਹ ਅੰਦਰ ਰੱਖਦੇ ਨੇ ਤੇ ਉਹਦੇ ਗਲ ਦੇ ਵਿੱਚ ਦੀ ਆਪਣੀ ਬਾਹ ਲੰਘਾ ਕੇ ਤੇ ਉਹ ਮਸਾਲਾ ਉਹਦੇ ਅੰਦਰ ਛੱਡ ਦਿੰਦੇ ਨੇ। ਸੋ ਉਹ ਬਾਹ ਉਦੋਂ ਤੱਕ ਰੱਖਦੇ ਨੇ ਜਦੋਂ ਤੱਕ ਉਹ ਮਸਾਲਾ ਉਹਦੇ ਹਜਮ ਨਾ ਹੋ ਜਾਵੇ, ਉਹ ਡਾਈਜੈਸਟ ਨਾ ਕਰ ਲਵੇ, ਉਦੋਂ ਤੱਕ ਨਹੀਂ। ਜੇ ਬਾਹ ਕੱਢ ਲਈ ਛੱਤੀ ਤਾਂ ਉਸੇ ਵੇਲੇ ਘੋੜੇ ਨੇ ਉਲਟੀ ਕਰ ਦੇਣੀ ਹੈ, ਫਿਰ ਉਹ ਮਸਾਲਾ ਬਾਹਰ ਕਰ ਦੇਣਾ ਹੈ। ਜੇ ਮਸਾਲਾ ਉਹ ਦਵਾਈ ਅੰਦਰ ਨਹੀਂ ਗਈ ਤਾਂ ਉਹਦਾ ਇਲਾਜ ਕਿਵੇਂ ਹੋਵੇਗਾ ਘੋੜੇ ਦਾ। ਹੋਏ ਥਕਤ ਸੋ ਖਾਏ ਮਸਾਲਾ, ਦੇਖੋ ਘੋੜਾ ਅਖੀਰ ਕਰ ਜਦੋਂ ਬਾਹ ਅੰਦਰ ਪਈ ਰਵੇ ਉਹਨੂੰ ਖਾਣਾ ਹੀ ਪੈਂਦਾ ਹੈ, ਉਹ ਡਾਈਜੈਸਟ ਕਰ ਲੈਂਦਾ ਹੈ। ਰੋਗ ਦੇਹ ਮਿਟ ਜਾਤ ਬਿਸਾਲਾ, ਫਿਰ ਉਹਦਾ ਅੰਦਰੋਂ ਰੋਗ ਮਿਟ ਜਾਂਦਾ ਘੋੜੇ ਦਾ। ਜੇ ਆਲਸ ਕਰ ਨਹੀਂ ਖੁਆਵ ਹੈ, ਦੇਖੋ ਜੇ ਕੋਈ ਬੰਦਾ ਆਲਸ ਕਰ ਲਵੇ, ਚਲੋ ਘੋੜਾ ਨਹੀਂ ਖਾਂਦਾ ਹੁਣ ਮੈਂ ਕੀ ਕਰਾਂ ਜੀ, ਇਹਨੂੰ ਮਰਨ ਦੇ ਪਰੇ ਹੁਣ ਮੈਂ ਕੀ ਕਰਾਂ, ਨਹੀਂ ਖਾਂਦਾ ਹੁਣ ਬਿਮਾਰ ਰਵੇ, ਹੁਣ ਨਹੀਂ ਮੰਨਦਾ ਮੇਰੀ ਗੱਲ, ਤਾਂ ਉਸ ਵੇਲੇ ਕੀ ਹੁੰਦਾ ਹੈ ਜੀ। ਸੋ ਇਹੀ ਗੱਲ ਤਾਂ ਬੱਚਿਆਂ ਨੂੰ ਹੈ। ਬੱਚੇ ਕਿਹੜੇ ਦਵਾਈ ਪੀ ਕੇ ਖੁਸ਼ ਹੁੰਦੇ ਨੇ। ਸੋ ਮਾਪੇ ਕੀ ਕਰਦੇ ਨੇ, ਸਰਿੰਜ ਵਿੱਚ ਪਾ ਕੇ ਉਸਦਾ ਨੱਕ ਬੰਦ ਕਰਕੇ ਵਿੱਚ ਧੱਕ ਦਿੰਦੇ ਨੇ। ਸੋ ਬੱਚਾ ਜਦੋਂ ਸਾਹ ਲੈਂਦਾ ਉਹਦੇ ਅੰਦਰ ਚਲੀ ਜਾਂਦੀ ਹੈ ਦਵਾਈ। ਸੋ ਉਹ ਬੱਚੇ ਨੂੰ ਇਸ ਤਰ੍ਹਾਂ ਦਵਾਈ ਪਿਲਾਉਂਦੇ ਨੇ। ਹਾਂਜੀ, ਕਿਉਂਕਿ ਬੱਚੇ ਕਿਹੜੇ ਦਵਾਈ ਪੀ ਕੇ ਖੁਸ਼ ਹੁੰਦੇ ਨੇ। ਸੋ ਇਸੇ ਪ੍ਰਾਈ ਕਹਿੰਦੇ ਜੇ ਕਿਤੇ ਮਾਪੇ ਜਾਂ ਇਹ ਘੋੜੇ ਦੇ ਜਿਹੜੇ ਖਿਆਲ ਰੱਖਣ ਵਾਲੇ ਇਹ ਢਲਿਆਈ ਕਰ ਜਾਣ ਵੀ ਅਸੀਂ ਇਹਨੂੰ ਨਹੀਂ ਖਾਂਦਾ ਨਾ ਖਾਵੇ, ਤਾਂ ਫਿਰ ਕਹਿੰਦਾ ਉਹਦਾ ਇਲਾਜ ਕਿਵੇਂ ਹੋਏਗਾ, ਉਹ ਤਾਂ ਬਿਮਾਰੇ ਰਹੇਗਾ। ਫਿਰ ਤੋ ਲੱਗ ਰੋਗ ਨਾ ਅਸ ਕੋ ਜਾਵ ਹੈ, ਕਹਿਣਗੇ ਫਿਰ ਉਹ ਘੋੜੇ ਦਾ ਰੋਗ ਨਹੀਂ ਜਾਏਗਾ ਕਿਤੇ ਵੀ। ਹੈ ਮੁਖ ਮੈਂ ਜੋ ਦੀਨ ਮਸਾਲਾ, ਹਾਂ ਕਹਿਣਗੇ ਜਿਹੜਾ ਮੁਖ ਵਿੱਚ ਮਸਾਲਾ ਦੇਈਦਾ ਹੱਥ ਪਾ ਕੇ ਬਾਹ ਪਾ ਕੇ, ਸੋ ਪੀ ਡਾਰ ਦੇਤ ਤਤਕਾਲਾ, ਕਹਿਣਗੇ ਉਹ ਅੰਦਰ ਫਿਰ ਜਿਹੜਾ ਜੋਰੋ ਜੱਬੀ ਅੰਦਰ ਮਸਾਲਾ ਸਿੱਟੀ ਦਿੰਦੇ ਹਨ। ਦੋਹਰਾ ਮਨ ਤੁਰੰਗ ਦੁਰਵਾਸ਼ਨਾ ਦੀਰਘ ਰੋਗ ਸੋ ਜਾਣ, ਜਿਵੇਂ ਘੋੜਾ ਹੈ ਇਵੇਂ ਮਨ ਹੈ ਜੀ। ਮਨ ਵੀ ਇੱਕ ਘੋੜਾ ਹੀ ਹੈ ਜਿਹੜਾ ਭੱਜਿਆ ਫਿਰਦਾ ਵਿਚਾਰਾ ਹਰ ਪਾਸੇ, ਜਿਹੜਾ ਕਿਤੇ ਵੀ ਨਾਮ ਤੇ
ਬਾਣੀ ਨੂੰ ਨਹੀਂ ਪੜਦਾ, ਨਹੀਂ ਸੁਣਦਾ, ਨਹੀਂ ਉਹਨੂੰ ਚੰਗੀ ਲੱਗਦੀ। ਕਹਿੰਦੇ ਇਸੇ ਤਰ੍ਹਾਂ ਹੀ ਮਨ ਤੁਰੰਗ ਦਰ ਵਾਸ਼ਨਾ, ਕਹਿੰਦੇ ਦੀਰਘ ਰੋਗ ਸੋ ਜਾਣ, ਕਹਿਣਗੇ ਇਹ ਦੀਰਘ ਰੋਗ ਹੈ। ਇਹ ਮੰਦੀ ਵਾਸ਼ਨਾ ਦੇ ਕਰਕੇ ਜਿਹੜਾ ਹੈ ਮਨ ਦੁਖੀ ਰਹਿੰਦਾ ਹੈ। ਸ਼ਬਦ ਧਿਆਨ ਮਹਿ ਜੋਰਨੋ ਭੇਖ ਜਤਾ ਪਹਿਚਾਨ। ਇਸ ਕਰਕੇ ਜਿਹੜਾ ਸ਼ਬਦ ਦਾ ਧਿਆਨ ਵਿੱਚ ਜੋੜਨ ਵਾਸਤੇ ਥੋੜਾ ਜਿਹਾ ਜ਼ੋਰ ਲਾਉਣਾ ਪੈਂਦਾ ਮਨ ਨੂੰ ਹਟਾਉਣ ਵਾਸਤੇ। ਚਾਪੇ ਜਬ ਹੈ ਸ਼ਬਦ ਨੇ ਮਨ ਸਮਝਾਇਓ। ਜਦੋਂ ਤੱਕ ਜਿਹੜਾ ਹਨ ਮਨ ਨੇ ਸ਼ਬਦ ਨੂੰ ਸਮਝਿਆ ਨਹੀਂ, ਜਦੋਂ ਤੱਕ ਮਨ ਨੂੰ ਹਜੇ ਸ਼ਬਦ ਦਾ ਸਵਾਦ ਨਹੀਂ ਆਇਆ, ਹਜੇ ਨਾਮ ਸਿਮਰਨ ਦਾ ਉਹਨੂੰ ਆਨੰਦ ਨਹੀਂ ਆਇਆ, ਉਦੋਂ ਤੱਕ ਕਾਜਾ ਕਰਨ ਬਾਜ ਸੰਭਾਇਓ। ਇਹਨੂੰ ਕਾਜਾ ਕਰਨਾ ਪੈਂਦਾ। ਜਿਵੇਂ ਘੋੜੀ ਨੂੰ ਮਸਾਲਾ ਖਾਣਾ, ਉਹਨੂੰ ਕਾਜਾ ਕਹਿੰਦੇ ਨੇ। ਸੋ ਇਸ ਕਰਕੇ ਨਾਮ ਦਾ ਅਭਿਆਸ ਕਰੀ ਜਾਣਾ ਚਾਹੀਦਾ ਹੈ, ਜਦੋਂ ਤੱਕ ਮਨ ਨੂੰ ਉਹ ਰਸ ਆਉਣਾ ਸ਼ੁਰੂ ਹੋ ਜਾਵੇ। ਜਨਮ ਮਰਨ ਕੋ ਰੋਗ ਬਿਦਾਰਾ। ਫਿਰ ਜਿਹੜਾ ਰੋਗ ਹੁੰਦਾ ਜਨਮ ਮਰਨ ਦਾ, ਉਹ ਦੂਰ ਹੋ ਜਾਂਦਾ ਹੈ। ਇਹੋ ਸ਼ਾਂਤ ਕੀ ਤਪ ਸੁਖਾਰਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹੀ ਸ਼ਾਂਤ ਕੀ ਤਪ ਹੈ ਜਿਹੜਾ ਕਿ ਇਨਸਾਨ ਨੂੰ ਕਰਨਾ ਚਾਹੀਦਾ, ਗੁਰਸਿੱਖ ਨੂੰ। ਸੁਣ ਕੈ ਸ੍ਰੀ ਨਾਨਕ ਕੇ ਬਚਨਾ। ਗੁਰੂ ਨਾਨਕ ਸਾਹਿਬ ਦੇ ਇਹ ਬਚਨ ਸੁਣ ਕਰਕੇ ਇਨ तीनों कीनो मन खचना। ਇਹ ਤਿੰਨਾਂ ਨੇ ਹੀ ਆਪਣਾ ਜਿਹੜਾ ਹੈ ਪ੍ਰਿਥੀ ਮਲ ਜਿਹੜਾ ਹੈ ਅੱਗੇ ਰਾਮਾ ਤੇ ਡੀਡੀ, ਇਹ ਤਿੰਨੇ ਗੁਰਸਿੱਖ ਜਿਹੜੇ ਹਨ ਇਹਨਾਂ ਨੇ ਆਪਣੇ ਮਨ ਨੂੰ ਖਚਣਾ ਕੀਤਾ, ਫਿਰ ਆਪਣੇ ਮਨ ਨੂੰ ਸਮਝਾਇਆ, ਫਿਰ ਸਿੱਧਾ ਕੀਤਾ। ਜਹ ਸਤ ਸੰਗਤ ਸੁਨਹਿ ਸਿਧਾਵ ਹੈ। ਜਿੱਥੇ ਵੀ ਸਤ ਸੰਗਤ ਹੁੰਦੀ ਏ ਸੁਣਦੇ ਸਨ ਵੀ ਹੈਗੀ ਹੈ। ਸੇਵਾ ਕਰ ਹੈ ਸ਼ਬਦ ਮੁਖ ਗਾਵ ਹੈ। ਉੱਥੇ ਜਾ ਕੇ ਸੇਵਾ ਕਰਦੇ ਸਨ ਤੇ ਮੁਖ ਦੇ ਨਾਲ ਮਨ ਦੇ ਨਾਲ ਬਾਣੀ ਨੂੰ ਸੁਣਦੇ ਸਨ। ਇਸ ਬਿਦ ਕੀਨ ਸ਼ਬਦ ਅਭਿਆਸਾ। ਇਸ ਪ੍ਰਕਾਰ ਕਰਕੇ ਨੇ ਸ਼ਬਦ ਦਾ ਅਭਿਆਸ ਕੀਤਾ। ਨਿਜ ਸਰੂਪ ਭਾ ਗਿਆਨ ਪ੍ਰਕਾਸ਼ਾ। ਬਸ ਇਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਪ੍ਰਤਾਪ ਕਰਕੇ, ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਇਹਨਾਂ ਨੂੰ ਆਪਣੇ ਸਰੂਪ ਆਤਮਾ ਦਾ ਗਿਆਨ ਹੋ ਗਿਆ ਤੇ ਇਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਜੀ। ਯੁੱਤ ਪਰਿਵਾਰ ਤਰੈ ਸੰਸਾਰਾ। ਇਹ ਆਪ ਨਹੀਂ ਤਰੇ, ਸੰਸਾਰ ਦੇ ਵਿੱਚ ਜਿਹੜਾ ਇਹਨਾਂ ਦਾ ਪਰਿਵਾਰ ਸੀ ਉਹਨਾਂ ਦੇ ਸਮੇਤ ਇਹ ਤਰ ਗਏ। ਗੁਰ ਉਪਦੇਸ਼ ਜੋ ਦਿੜ ਉਰਧਾਰਾ। ਦੇਖੋ ਉਹੀ ਤਰਦੇ ਹਨ ਇਸ ਸੰਸਾਰ ਤੋਂ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕੀਤਾ ਹੋਵੇ, ਜਿਨ੍ਹਾਂ ਨੇ ਪੱਕਾ ਕੀਤਾ ਹੋਵੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨਿਆ ਹੋਵੇ। ਸੋ ਗੁਰੂ ਦਾ ਉਪਦੇਸ਼ ਹੀ ਕਲਿਆਣਕਾਰੀ ਹੈ ਜੋ ਸਾਰੇ ਦੁੱਖ ਕੱਟ ਕੇ ਆਪਾਂ ਨੂੰ ਮੁਕਤੀ ਦਾ ਦਾਨ ਬਖਸ਼ਿਸ਼ ਕਰਦਾ ਹੈ। ਯੁੱਤ ਪਰਿਵਾਰ ਤਰੇ ਸੰਸਾਰਾ। ਗੁਰ ਉਪਦੇਸ਼ ਜੋ ਦਿੜ ਉਰਧਾਰਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਸਿੱਖਨ ਉਪਦੇਸ਼ ਦੇ ਕਰ ਉਧਾਰ ਵਰਣਨ ਨਾਮ 42ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।